ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀਓ, ਦਾਸ ਮਲਕੀਤ ਸਿੰਘ ਆਪ ਸਾਰੇ ਗੁਰਸਿੱਖਾਂ ਦਾ ਏਕ ਨੂਰ ਰੇਡੀਓ ਦੇ ਇਸ ਪਰਿਵਾਰ ਵਿੱਚ ਸਵਾਗਤ ਕਰਦਾ ਹੈ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਸਾਰੇ ਗੁਰਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਣ, ਆਪਣੇ ਘਰੋਂ ਸਿੱਖੀ ਨਾਮਦਾਨ ਬਖਸ਼ ਕੇ ਨਿਹਾਲ ਕਰਨ, ਖਾਲਸਾ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦਾ ਬਲ ਬਖਸ਼ਣ। ਸੋ ਖਾਲਸਾ ਜੀ, ਪਹਿਲਾਂ ਤਾਂ ਜਿਹੜਾ ਰਾਤ ਪ੍ਰੋਗਰਾਮ ਚੱਲ ਰਿਹਾ ਸੀ, ਕੱਲ੍ਹ ਸ਼ਾਮ ਨੂੰ ਤੁਸੀਂ ਸਰਵਣ ਕਰ ਰਹੇ ਸੀ, ਉਹਦੇ ਲਈ ਦਾਸ ਥੋੜ੍ਹਾ ਜਿਹਾ ਖਿਮਾ ਦਾ ਜਾਚਕ ਆ ਵੀ ਵਿੱਚੋਂ ਆਵਾਜ਼ ਜਿਹੜੀ ਸੀ ਕੁਝ ਸਮੇਂ ਦੀ ਬੰਦ ਹੋ ਗਈ ਸੀ। ਸੋ ਉਮੀਦ ਕਰਦਾ ਕਿ ਤੁਸੀਂ ਸਾਡੀ ਇਸ ਗੁਸਤਾਖੀ ਨੂੰ ਬਖਸ਼ ਲਵੋਗੇ। ਸੋ ਅਸੀਂ ਸੋਲਵ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਫਿਗਰ ਆਊਟ ਕਰਨ ਦੀ ਕਿ ਤਾਂ ਆਵਾਜ਼ ਕਿਉਂ ਵਿੱਚੋਂ ਬੰਦ ਹੋ ਜਾਂਦੀ ਆ, ਅਤੇ ਉਹਦੇ ਲਈ ਬਖਸ਼ ਲੈਣਾ ਜੀ। ਦੂਸਰਾ, ਆਪਾਂ ਅੱਜ ਜਿਹੜਾ ਆਪਣਾ ਪਹਿਲਾਂ ਵੀ ਆਪਾਂ ਜਿਹੜੇ ਸੀ ਉਹ 2 ਭਾਗ ਕੀਤੇ ਸਨ ਮਰਿਆਦਾ ਦੇ ਪ੍ਰਥਾਏ, ਅਤੇ ਅੱਜ ਆਪਣਾ ਜਿਹੜਾ ਹੈ ਉਹ ਤੀਸਰਾ ਪ੍ਰੋਗਰਾਮ ਹੈ। ਪਰ ਅੱਜ ਆਪਾਂ ਜਿਹੜਾ ਪ੍ਰਕਰਨ ਆਪਾਂ ਜੇ ਛੇੜਨ ਦੀ ਕੋਸ਼ਿਸ਼ ਕਰਾਂਗੇ ਉਹਦੇ ਪ੍ਰਥਾਏ ਪਹਿਲਾਂ ਹੀ ਆਪਣਾ ਜਿਹੜਾ ਪ੍ਰੋਗਰਾਮ ਬਣਦਾ ਆ, ਕਿਉਂਕਿ ਆਪਾਂ ਸਾਰੇ ਦਿਲਾਂ ਦੇ ਵਿੱਚ ਵੀ ਸੋਚ ਲੈਂਦੇ ਹਾਂ ਕਈ ਵਾਰੀ ਫਰਨੇ ਫਰਦੇ ਨੇ, ਅਤੇ ਜਾਂ ਸੁਭਾਇਕਾ ਹੀ ਕਹਿ ਦਿੱਤਾ ਜਾਂਦਾ ਆ ਅਸੀਂ ਅਖੰਡ ਪਾਠ ਸਾਹਿਬ ਜੀ ਕਰਵਾਏ, ਸਾਨੂੰ ਲਾਭ ਨਹੀਂ ਮਿਲਿਆ। ਪਰ ਜਦੋਂ ਅਸੀਂ ਅੰਦਰ ਝਾਤ ਮਾਰਦੇ ਹਾਂ ਇਕਾਂਤ ਵਿੱਚ ਬੈਠ ਕੇ, ਅਤੇ ਫਿਰ ਸੋਚੀਦਾ ਆ ਵੀ ਸੱਚਮੁੱਚ ਅਸੀਂ ਅਖੰਡ ਪਾਠ ਸਾਹਿਬ ਕਰਵਾਏ ਨੇ, ਅਸੀਂ ਸੱਚਮੁੱਚ ਵਿੱਚ ਇਹ ਸੋਚਿਆ ਸੀ ਕਿ ਗੁਰੂ ਸਾਹਿਬ ਜੀ ਸਾਡੇ ਗ੍ਰਹਿ ਦੇ ਵਿਖੇ ਆਏ ਨੇ, ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ ਆ ਅਤੇ ਸਾਡੇ ਗ੍ਰਹਿ ਨੂੰ ਭਾਗ ਲਾਏ ਨੇ। ਕਿਉਂਕਿ ਜਦੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਸੀ ਉਸ ਸਮੇਂ ਸਾਡੀ ਭਾਵਨਾ ਬਹੁਤ ਉੱਪਰ ਸੀ, ਕਿਉਂਕਿ ਅਸੀਂ ਅਰਦਾਸ ਦੇ ਵਿੱਚ ਖੜ੍ਹੇ ਸੀ। ਜਦੋਂ ਅਰਦਾਸ ਹੋ ਗਈ, ਪਾਠ ਆਰੰਭ ਹੋ ਗਿਆ, ਸਤਿਗੁਰੂ ਜੀ ਸਾਡੇ ਨਾਲ ਬਾਤਾਂ ਪਾਉਣ ਲੱਗੇ, ਤਾਂ ਫਿਰ ਅਸੀਂ ਜਿਹੜੇ ਸੀ ਉਹ ਆਪਣੇ ਘਰੇਲੂ ਕਾਰਜਾਂ ਦੇ ਵਿੱਚ ਜਿਹੜੇ ਸੀ ਉਹ ਬਿਜ਼ੀ ਹੋ ਗਏ। ਸਾਨੂੰ ਇਹ ਫਿਕਰ ਸੀ ਵੀ ਕੱਲ੍ਹ ਨੂੰ ਸਾਡੇ ਘਰ ਕਿਹੜੇ ਕਿਹੜੇ ਰਿਸ਼ਤੇਦਾਰ ਨੇ ਆਉਣਾ, ਅਸੀਂ ਕਿੱਥੇ ਟੈਂਟ ਲਾਉਣਾ, ਕਿੱਥੇ ਅਸੀਂ ਮੇਜ਼ ਲਾਉਣੇ, ਕਿੱਥੇ ਕੁਰਸੀ ਲਾਉਣੀ ਆ। ਪਰ ਇਹ ਭੁੱਲ ਗਏ ਵੀ ਕਾਇਨਾਤ ਦਾ ਮਾਲਕ ਸਾਡੇ ਘਰ ਦੇ ਵਿੱਚ ਆਇਆ ਹੋਇਆ। ਸੋ ਸਾਨੂੰ ਫਿਕਰ ਜਿਹੜੀ ਕਰਨੀ ਚਾਹੀਦੀ ਸੀ ਅਸੀਂ ਉਹ ਨਹੀਂ ਕੀਤੀ। ਇੱਥੇ ਮੈਂ ਨਾਲ ਦੀ ਨਾਲ ਇਹ ਕਹਿ ਦਿਆਂ ਕਿ ਮੇਰੇ ਮੁੱਖ ਦੇ ਵਿੱਚੋਂ ਗੱਲ ਆ ਰਹੀ ਹੈ, ਇਸ ਲਈ ਇਹ ਨਹੀਂ ਹੈ ਕਿ ਮੈਂ ਕੋਈ ਇਹਦੇ ਵਿੱਚੋਂ ਵੱਖਰਾ ਹਾਂ। ਆਪਾਂ ਸਾਰੇ ਜਿਹੜੇ ਭੈਣ ਭਰਾ ਨਾ, ਸਾਰੇ ਸੰਗਤ ਆਪਾਂ ਵਿੱਚ ਹੀ ਆਉਂਦੇ ਹਾਂ। ਉਹ ਧੰਨ ਨੇ ਗੁਰਸਿੱਖ ਪਿਆਰੇ ਜਿਹੜੇ ਸਭ ਤੋਂ ਜ਼ਿਆਦਾ ਕੇਅਰ ਇਸ ਗੱਲ ਦੀ ਕਰਦੇ ਨੇ ਵੀ ਗੁਰੂ ਸਾਹਿਬ ਜੀ ਸਾਡੇ ਗ੍ਰਹਿ ਦੇ ਵਿਖੇ ਆਏ ਨੇ, ਸਾਡੇ ਗ੍ਰਹਿ ਨੂੰ ਭਾਗ ਲਾ ਰਹੇ ਨੇ। ਅਤੇ ਪਰ ਜ਼ਿਆਦਾਤਰ ਅਸੀਂ ਜਿਹੜੇ ਹੈਗੇ ਜਾਣੇ ਅਣਜਾਣੇ ਭੁੱਲਾਂ ਕਰ ਜਾਂਦੇ ਹਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਜਦੋਂ ਜਾਗੋ ਉਦੋਂ ਹੀ ਸਵੇਰਾ। ਇਹ ਗੁਰੂ ਨਾਨਕ ਦਾ ਦਰ ਹੈ। ਇੱਥੇ ਕੌਡੇ ਰਾਖਸ਼ ਵਰਗੇ ਜਿਹੜੇ ਸੀ ਉਹ ਬਖਸ਼ੇ ਗਏ ਨੇ। ਜੇ ਆਪਾਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਕੀਤੀਆਂ ਨੇ, ਅਤੇ ਆਓ ਆਪਾਂ ਉਹਨਾਂ ਗਲਤੀਆਂ ਤੋਂ ਜਿਹੜੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਖਿਮਾ ਜਾਚਨਾ ਕਰਦੇ ਹੋਏ ਗਾਂਹ ਆਪਣਾ ਅੱਗਾ ਜਿਹੜਾ ਹੈ ਉਹਨੂੰ ਸਵਾਰੀਏ। ਸੋ ਆਪਾਂ ਪੰਥ ਦੇ ਜਿਹੜੇ ਮਹਾਨ ਪ੍ਰਚਾਰਕ ਨੇ ਭਾਈ ਸੁਰਜੀਤ ਸਿੰਘ ਜੀ ਖੰਡੇਵਾਲਾ, ਉਹਨਾਂ ਨੂੰ ਆਪਾਂ ਨਾਲ ਕਾਲ 'ਤੇ ਲੈ ਕੇ ਅਤੇ ਉਹਨਾਂ ਦੇ ਕੋਲੋਂ ਆਪਾਂ ਜਿਹੜਾ ਹੈ ਉਹ ਅੱਜ ਸੋਝੀ ਲੈਣ ਦੀ ਕੋਸ਼ਿਸ਼ ਕਰਾਂਗੇ। ਆਪਾਂ ਇਤਿਹਾਸ ਦੇ ਨਾਲ ਵੀ ਜੁੜਾਂਗੇ ਵੀ ਇਤਿਹਾਸ ਦੇ ਵਿੱਚ ਜਿਹੜਾ ਹੈ ਉਹ ਸ਼੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਕੀ ਸੀ, ਅਤੇ ਹੌਲੀ ਹੌਲੀ ਅਸੀਂ ਕਿਵੇਂ ਉਸ ਮਰਿਆਦਾ ਤੋਂ ਖਿੰਡਦੇ ਜਿਹੜੇ ਸੀਗੇ ਉਹ ਦੂਰ ਹੀ ਚਲੇ ਗਏ ਹਾਂ। ਕਿਉਂਕਿ ਭਾਈ ਅਮਰਜੀਤ ਸਿੰਘ ਜੀ ਹੁਣਾਂ ਨੇ ਇੱਕ ਵਾਰ ਇੱਕ ਵਚਨ ਰੱਖਿਆ ਸੀ ਜਦੋਂ ਅਸੀਂ ਪਹਿਲੀ ਵਾਰੀ ਮਿਲੇ ਸੀ, ਅਤੇ ਕਹਿੰਦੇ ਸੀ ਵੀ ਜਦੋਂ ਆਪਾਂ ਭਗਤੀ ਕਰਦੇ ਹਾਂ ਜਾਂ ਆਪਾਂ ਕਿਸੇ ਮਾਰਗ 'ਤੇ ਚੱਲਦੇ ਹਾਂ, ਚੜ੍ਹਾਈ ਚੜ੍ਹਨੀ ਬੜੀ ਔਖੀ ਆ, ਬਹੁਤ ਜ਼ੋਰ ਲੱਗਦਾ ਚੜ੍ਹਾਈ ਚੜ੍ਹਦੇ ਦਾ। ਕਈ ਵਾਰੀ ਦਿਲ 'ਚ ਆ ਜਾਂਦਾ ਪਤਾ ਨਹੀਂ ਚੜ੍ਹ ਕੇ ਕੁਛ ਮਿਲਣਾ ਆ ਜਾਂ ਨਹੀਂ ਮਿਲਣਾ। ਫਿਰ ਵੀ ਬੰਦਾ ਮਨ ਨੂੰ ਸਮਝਾਉਂਦਾ ਹੋਇਆ, ਸਰੀਰ ਨੂੰ ਜਿਹੜੀਆਂ ਥਕਾਵਟਾਂ ਝੱਲਦਾ ਹੋਇਆ ਚੜ੍ਹਾਈ ਚੜ੍ਹ ਜਾਂਦਾ। ਉੱਤੇ ਜਾ ਕੇ ਤਿਲਕਣਾ ਬਹੁਤ ਸੌਖਾ, ਪਰ ਜਦੋਂ ਤਿਲਕ ਗਿਆ ਫਿਰ ਤਿਲਕਣ ਵਾਲੇ ਨੂੰ ਇਹ ਨਹੀਂ ਪਤਾ ਹੁੰਦਾ ਮੈਂ ਕਿੱਥੇ ਜਾ ਕੇ ਰੁਕਾਂਗਾ। ਇਹ ਤਾਂ ਫਿਰ ਭਾਗਾਂ ਦੀ ਗੱਲ ਆ ਵੀ ਕਿੱਥੇ ਜਾ ਕੇ ਰੁਕ ਹੁੰਦਾ। ਸੋ ਇਸੇ ਤਰੀਕੇ ਦੇ ਨਾਲ ਖਾਲਸਾ ਜੀ ਵੀ ਜਦੋਂ ਆਪਾਂ ਮਰਿਆਦਾ ਤੋਂ ਥੜਕੇ ਆ ਨਾ, ਥੜਕਦੇ ਬਹੁਤ ਦੂਰ ਚਲੇ ਗਏ ਹਾਂ। ਸੋ ਅਸੀਂ ਥੋੜ੍ਹਾ ਜਿਹਾ ਥੜਕੇ ਬੱਚਿਆਂ ਨੂੰ ਦੱਸ ਨਾ ਸਕੇ, ਬੱਚੇ ਹੋਰ ਥੱਲੇ ਚਲੇ ਗਏ। ਸੋ ਇਹ ਆਪਾਂ ਸਾਰੇ ਜਿਹੜੇ ਹੈਗੇ ਆ ਗੁਰਸਿੱਖਾਂ ਦੇ ਘਰੇ ਆਪਾਂ ਪੈਦਾ ਹੋਏ ਹਾਂ। ਸੋ ਆਪਾਂ ਜਦੋਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਨਾ, ਅਤੇ ਤੁਸੀਂ ਦੇਖਿਓ ਸਾਡੇ ਵੱਡਿਆਂ ਦੇ ਵਿੱਚ ਜਿਹੜੀ ਸੀ ਭਾਵਨਾ ਕੀ ਹੁੰਦੀ ਸੀ, ਵੱਡਿਆਂ ਤੋਂ ਬਾਅਦ ਸਾਡੇ 'ਚ ਭਾਵਨਾ ਕਿੰਨੀ ਬਚੀ, ਅਤੇ ਜੇ ਸਾਡੇ 'ਚ ਨਹੀਂ ਬਚੀ ਤਾਂ ਸਾਡੇ ਬੱਚਿਆਂ 'ਚ ਕਿੰਨੀ ਬਚੇਗੀ। ਫਿਰ ਅਸੀਂ ਜਿਹੜਾ ਹੈ ਉਹ ਸਿੱਖ ਜਿਹੜਾ ਆ ਉਹ ਗੁਰੂ ਨੂੰ ਦੋਸ਼ ਦੇ ਦਿੱਤਾ, ਆਪਣੇ 'ਤੇ ਦੋਸ਼ ਨਹੀਂ ਲਿਆ ਕਿ ਸਾਡੇ ਕੋਲੋਂ ਗਲਤੀ ਹੋਈ ਆ। ਅਸੀਂ ਇਹ ਕਹਿਣਾ ਸ਼ੁਰੂ ਕਰਤਾ ਸਾਨੂੰ ਲਾਭ ਹੀ ਨਹੀਂ ਮਿਲਿਆ, ਅਸੀਂ ਅਖੰਡ ਪਾਠਾਂ ਦੇ ਵਿਰੋਧੀ ਹੋਣ ਤੱਕ ਜਿਹੜਾ ਸੀਗਾ ਉਹ ਚਲੇ ਗਏ। ਪਰ ਆਓ ਆਪਾਂ ਖਾਲਸਾ ਜੀ ਪਿੱਛੇ ਮੁੜ ਕੇ ਥੋੜ੍ਹੀ ਜਿਹੀ ਅੰਦਰ ਅੱਜ ਝਾਤ ਮਾਰੀਏ, ਅਤੇ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਸਮਝਣ ਦੀ ਕੋਸ਼ਿਸ਼ ਕਰੀਏ। ਅਤੇ ਦੂਸਰੀ ਬੇਨਤੀ ਮੇਰੀ ਇਹ ਹੈ ਕਿ ਸਾਰੇ ਗੁਰਸਿੱਖ ਜਿੰਨੇ ਵੀ ਆਪਾਂ ਜੁੜ ਕੇ ਬੈਠਦੇ ਹਾਂ ਨਾ, ਅਰਦਾਸ ਜ਼ਰੂਰ ਕਰਿਆ ਕਰੋ, ਕਿਉਂਕਿ ਇਹ ਬਹੁਤ ਮਹਿੰਗੇ ਜਿਹੜੇ ਟੌਪਿਕ ਨੇ,
ਇਹਨਾਂ ਦੇ ਉੱਤੇ ਬੋਲਣਾ ਜਿਹੜਾ ਹੈ ਉਹ ਸਾਡੀ ਇੰਨੀ ਜ਼ੁਬਾਨ ਜਿਹੜੀ ਹੈ ਉਹ ਇਸ ਕਾਬਲ ਨਹੀਂ ਹੈ ਕਿ ਉਹ ਇੰਨੇ ਮਹਿੰਗੇ ਵਿਸ਼ਿਆਂ ਨੂੰ ਛੂਹ ਸਕੇ। ਆਪ ਜੀ ਸੰਗਤਾਂ ਵਿੱਚ ਹੀ ਗੁਰੂ ਵਿਚਰਦੇ ਨੇ, ਸੰਗਤ ਗੁਰੂ ਰੂਪ ਹੈ। ਜੇ ਸੰਗਤ ਦਾ ਤਰਸ ਰਹੇ, ਗੁਰੂ ਸਾਹਿਬ ਦਾ ਮਿਹਰ ਭਰੇ ਹੱਥ ਰੱਖੇ, ਫਿਰ ਉਹ ਗੁੰਗਿਆਂ ਦੇ ਕੋਲੋਂ ਵੀ ਜਿਹੜੇ ਹੈ ਉਹ ਗੀਤਾ ਦੇ ਅਰਥ ਕਰਵਾ ਲੈਂਦੇ ਨੇ। ਸੋ ਸੱਚੇ ਪਾਤਸ਼ਾਹ ਸਾਡੇ ਗੁੰਗੇ ਤੇ ਬੋਲਿਆਂ ਮਨਾਂ ਦੇ ਉੱਤੇ ਜਿਹੜੇ ਹੈ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਅਤੇ ਇਹ ਆਪਣੇ ਨਾਮ ਦੀ ਵਿਚਾਰ ਆਪ ਹੀ ਕਰਵਾ ਲੈਣ ਸੱਚੇ ਪਾਤਸ਼ਾਹ ਜੀ। ਅਤੇ ਇਸੇ ਤਰੀਕੇ ਦੇ ਨਾਲ ਆਪਾਂ ਰਲ ਮਿਲ ਕੇ ਜਿਹੜੀਆਂ ਹੈਗੀਆਂ ਉਹ ਵਿਚਾਰਾਂ ਕਰਦੇ ਚੱਲੀਏ। ਸੋ ਆਓ ਹੁਣ ਆਪਾਂ ਜਿਹੜਾ ਹੈਗਾ ਉਸ ਸਮੇਂ ਨੂੰ ਸੰਕੋਚਦੇ ਹੋਏ ਆਪਾਂ ਭਾਈ ਸਾਹਿਬ ਜੀ ਹੁਣਾਂ ਨਾਲ ਜਿਹੜਾ ਹੈ ਫੋਨ ਕਾਲ 'ਤੇ ਲੈਂਦੇ ਹਾਂ ਭਾਈ ਸਾਹਿਬ ਹੁਣਾਂ ਨੂੰ। ਦੂਸਰੀ ਮੇਰੀ ਇੱਕ ਬੇਨਤੀ ਸੰਗਤ ਜੀ ਇਹ ਹੈ ਕਿ ਆਪਾਂ ਜਿਹੜੀਆਂ ਫੋਨ ਕਾਲਸ ਆ ਉਹ ਆਪਾਂ ਨਹੀਂ ਲੈ ਸਕਾਂਗੇ। ਉਹਦੇ ਲਈ ਮੈਂ ਖਿਮਾ ਦਾ ਜਾਚਕ ਹਾਂ, ਕਿਉਂਕਿ ਫੋਨ ਕਾਲ ਤਦ ਨਹੀਂ ਆਪਾਂ ਜਿਹੜੀ ਹੈ ਉਹ ਲੈ ਰਹੇ ਕਿਉਂਕਿ ਇਹ ਵਿਸ਼ਾ ਜਿਹੜਾ ਹੈ ਬਹੁਤ ਪ੍ਰਕਰਨ 'ਚ ਚੱਲਣਾ ਆ। ਜਿਵੇਂ ਆਪਾਂ ਗੁਰੂ ਘਰ ਦੇ ਵਿੱਚ ਜਾ ਕੇ ਕਥਾ ਦੀਵਾਨ ਸੁਣਦੇ ਹਾਂ, ਆਪਾਂ ਬਿਲਕੁਲ ਉਸੇ ਤਰੀਕੇ ਨਾਲ ਸਰਵਣ ਕਰਨਾ ਆ। ਅਤੇ ਫਿਰ ਜਦੋਂ ਉਹਦੇ ਵਿੱਚ ਫੋਨ ਕਾਲ ਆਉਂਦੀ ਹੈ ਤਾਂ ਵਿਸ਼ਾ ਜਿਹੜਾ ਹੈ ਉਹ ਕਿਤੇ ਹੋਰ ਨਿਕਲ ਜਾਂਦਾ। ਜੇ ਤੁਹਾਡੇ ਕੋਈ ਸਵਾਲ ਨੇ ਵਿਸ਼ੇ ਦੇ ਪ੍ਰਤਿਆਏ ਅਤੇ ਆਪ ਜੀ ਇੱਦਾਂ ਕਰਿਆ ਕਰਿਓ ਕਿ ਦਾਸ ਨੂੰ ਜਿਹੜਾ ਨੰਬਰ ਹੈ ਉਹਦੇ ਉੱਤੇ ਮੈਸੇਜ ਕਰ ਦਿੱਤਾ ਜਾਂ ਕਮੈਂਟ 'ਚ ਲਿਖ ਕੇ ਸਵਾਲ ਦੇ ਦਿੱਤਾ। ਸੋ ਆਪਾਂ ਉਹ ਜਿਹੜਾ ਸਵਾਲ ਹੈ ਜਾਂ ਤਾਂ ਚੱਲਦੇ ਪ੍ਰੋਗਰਾਮ 'ਚ ਲੈ ਲਿਆ ਕਰਾਂਗੇ ਅਤੇ ਜਾਂ ਫਿਰ ਆਪਾਂ ਜਦੋਂ ਹਰੇਕ ਸ਼ੁੱਕਰਵਾਰ ਨੂੰ ਪ੍ਰੋਗਰਾਮ ਸ਼ੁਰੂ ਕਰਨਾ, ਕਿਉਂਕਿ ਲੰਬਾ ਵਿਸ਼ਾ ਹੈ, ਇੱਕ ਘੰਟੇ ਦਾ ਆਪਾਂ ਸਵਾ ਘੰਟੇ ਦਾ ਪ੍ਰੋਗਰਾਮ ਕਰਿਆ ਕਰਨਾ। ਸੋ ਆਪਾਂ ਜਿਹੜਾ ਹੈ ਵਿੱਚ ਫਿਰ ਉਹ ਤੁਹਾਡੇ ਕਮੈਂਟ ਨੂੰ ਅਤੇ ਜਾਂ ਜਿਹੜਾ ਤੁਸੀਂ ਮੈਸੇਜ ਕਰੋਗੇ ਉਹ ਗਿਆਨੀ ਜੀ ਤੋਂ ਆਪਾਂ ਸਵਾਲ ਜਿਹੜਾ ਹੈਗਾ ਅੱਗੇ ਰੱਖ ਦਿਆ ਕਰਾਂਗੇ। ਸੋ ਆਪਾਂ ਰਲ ਮਿਲ ਕੇ ਇਹਨੂੰ ਸਰਵਣ ਕਰਨਾ ਹੈ ਪ੍ਰੋਗਰਾਮ ਨੂੰ। ਬਾਕੀ ਫੋਨ ਕਾਲਸ ਜਿਹੜੇ ਨੇ ਆਪਣੇ ਜਿਹੜੇ ਮਸਲਿਆਂ ਦੇ ਉੱਤੇ ਚੱਲਦੇ ਨੇ ਉੱਥੇ ਤੁਹਾਡੀ ਕਾਲਸ ਜਿਹੜੀਆਂ ਬਹੁਤ ਜ਼ਰੂਰੀ ਨੇ, ਉੱਥੇ ਜ਼ਰੂਰ ਕਰਿਓ। ਇੱਥੇ ਆਪਾਂ ਥੋੜ੍ਹਾ ਜਿਹਾ ਜਿਹੜਾ ਹੈ ਉਹ ਪ੍ਰਕਰਨ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਾਂਗੇ। ਸੋ ਆਪ ਜੀ ਦੀਆਂ ਅਸੀਸਾਂ ਦੇ ਨਾਲ ਆਪਾਂ ਭਾਈ ਸਾਹਿਬ ਜੀ ਹੁਣੀ ਆ ਗਏ ਨੇ ਫੋਨ ਕਾਲ 'ਤੇ, ਉਹਨਾਂ ਨੂੰ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸਰਜੀਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਸਵਾਗਤ ਹੈ ਗਿਆਨੀ ਜੀ ਆਪ ਜੀ ਦਾ ਇੱਕ ਨੂਰ ਰੇਡੀਓ ਦੇ ਉੱਤੇ। ਧੰਨਵਾਦ ਮਹਾਰਾਜ ਜੀ। ਹਾਂਜੀ ਭਾਈ ਸਾਹਿਬ ਜੀ, ਜਿਵੇਂ ਆਪ ਜੀ ਨੂੰ ਬੇਨਤੀ ਕੀਤੀ ਸੀ, ਆਪਾਂ ਪਿਛਲੇ ਸ਼ੁੱਕਰਵਾਰ ਨੂੰ ਚਲੋ ਪ੍ਰੋਗਰਾਮ ਨਹੀਂ ਕਰ ਸਕੇ ਕਿਉਂਕਿ ਜੋ ਜਿਹੜਾ ਸੀ ਉਹ ਭਾਣਾ ਵਰਤਿਆ ਸੀ ਆਪਣੇ ਹਜ਼ੂਰੀ ਰਾਗੀ ਜੀ ਦੇ ਨਾਲ। ਸੋ ਆਪਾਂ ਉਹ ਪ੍ਰੋਗਰਾਮ ਜਿਹੜਾ ਸੀ ਨਹੀਂ ਕਰ ਸਕੇ ਸੀ। ਹੁਣ ਚਲੋ ਆਪਾਂ ਦੁਬਾਰਾ ਜਿਹੜਾ ਹੈ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਪ੍ਰਕਰਨ ਤੋਰਨਾ ਹੈ। ਸੋ ਆਪਣਾ ਮਰਿਆਦਾ ਦੇ ਪ੍ਰਥਾਏ ਜਿਹੜੇ ਆਪਾਂ ਵਿਚਾਰਾਂ ਕਰ ਰਹੇ ਸੀ। ਸੋ ਅੱਜ ਆਪਾਂ ਜਿਹੜਾ ਸੀ ਵੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਥਾਏ ਆਪਾਂ ਜ਼ਰੂਰ ਜਿਹੜਾ ਹੈਗਾ ਵੀ ਉਹ ਪ੍ਰੋਗਰਾਮ ਆਪਾਂ ਕਰਾਂਗੇ। ਅਤੇ ਨਾਲ ਦੀ ਨਾਲ ਜਿੱਦਾਂ ਆਪਾਂ ਇਤਿਹਾਸ ਨੂੰ ਬਚ ਗਏ ਅਤੇ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ ਉਹਦੇ ਵਿੱਚ ਜ਼ਰੂਰ ਆਪ ਜੀ ਸੰਗਤਾਂ ਦੇ ਨਾਲ ਜਿਹੜੀ ਹੈ ਉਹ ਵਿਚਾਰਾਂ ਦੀ ਸਾਂਝ ਪਾਓ ਜੀ। ਹਾਂਜੀ, ਆਵਾਜ਼ ਠੀਕ ਆ ਰਹੀ ਭਾਈ ਮਲਕੀਤ ਸਿੰਘ ਜੀ? ਹਾਂਜੀ ਹਾਂਜੀ ਠੀਕ ਆ ਰਹੀ ਹੈ ਜੀ। ਮੈਂ ਉਹ ਲਾ ਲਵਾਂ ਕੰਨਾਂ ਨੂੰ ਜਾਂ ਏਦਾਂ ਠੀਕ ਆ? ਉਹ ਦੇਖ ਲਿਓ ਜਿਹੜਾ ਆਵਾਜ਼ ਦਾ ਡਿਵਾਈਡ ਕਰ ਲਿਓ ਹੈ ਜੀ। ਕੋਈ ਗੱਲ ਨਹੀਂ ਜੀ। ਹਾਂਜੀ ਠੀਕ ਆ ਰਹੀ ਹੈ ਜੀ ਆਵਾਜ਼। ਚਲੋ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਧੰਨਵਾਦ ਜੀ ਤੇ ਆਪ ਜੀ ਦੇ ਸਾਰੇ ਸਿੰਘਾਂ ਦਾ ਤੇ ਇੱਕ ਨੂੰ ਰੇਡੀਓ ਦਾ ਧੰਨਵਾਦ, ਕਿਉਂਕਿ ਆਪਾਂ ਸੱਚੇ ਪਾਤਸ਼ਾਹ ਦੇ ਘਰ ਦੀ ਮਰਜ਼ਾਦਾ ਪ੍ਰਾਰੰਭ ਕੀਤੀ ਸੀਗੀ ਪਿਛਲੇ ਤੋਂ ਪਿਛਲੇ ਹਫ਼ਤੇ ਜੀ। ਆਪਾਂ ਉਦੋਂ ਸ਼ੁਰੂ ਕੀਤਾ ਸੀ ਮਹਾਰਾਜ ਸਾਹਿਬ ਦੇ ਦਰਸ਼ਨ ਕਿਵੇਂ ਕਰਨੇ ਆ, ਤੇ ਆਪਾਂ ਦਰਸ਼ਨ ਜਦੋਂ ਕਰਨ ਜਾਂਦੇ ਆ ਤੇ ਫਿਰ ਸਾਡੀ ਮਨ ਦੀ ਭਾਵਨਾ ਕਿਹੋ ਜਿਹੀ ਹੋਣੀ ਚਾਹੀਦੀ ਆ ਤੇ ਸਤਿਗੁਰੂ ਸਾਹਿਬ ਜੀ ਕੋਲ ਜਾ ਕੇ ਸਾਨੂੰ ਕੀ ਕਰਨਾ ਚਾਹੀਦਾ। ਬਿਲਕੁਲ ਜੀ। ਤੇ ਆਪਾਂ ਪਹੁੰਚੇ ਸੀਗੇ ਕਿ ਜਦੋਂ ਮਹਾਰਾਜ ਸਾਹਿਬ ਕੋਲੇ ਆ ਜਾਂਦਾ ਤੇ ਫਿਰ ਆਪਾਂ ਆ ਕੇ ਮਹਾਰਾਜ ਨੂੰ ਪਰਿਕਰਮਾ ਕਰਦੇ ਹਾਂ। ਜੀ ਜੀ ਜੀ। ਪਰਿਕਰਮਾ ਕਰਕੇ ਆਪਾਂ ਮੱਥਾ ਟੇਕਦੇ ਹਾਂ ਕਿ ਗੁਰਮੁਖ ਜਨਮ ਸਿਖਾਰਥਾ, ਗੁਰ ਸਿੱਖ ਮੇਲ ਗੁਰ ਸਰਨੀ ਆਇਆ, ਆਦਿ ਪੁਰਖ ਆਦੇਸ਼ ਕਰ, ਸਫਲ ਮੂਰਤ ਗੁਰ ਦਰਸ਼ਨ ਪਾਇਆ, ਪ੍ਰਦਖਣਾ ਪਿੰਡੋਤ ਕਰ ਮਸਤਕ ਚਰਨ ਕਮਲ ਬੁਲਾਇਆ। ਵਾਹਿਗੁਰੂ। ਬਿਲਕੁਲ। ਕਿ ਮਰਜ਼ਾਦਾ ਸਾਹਿਬ ਪਾ ਕੇ ਫਿਰ ਦਰਸ਼ਨ ਕਰਦਾ ਆ, ਦਰਸ਼ਨ ਕਰਕੇ ਫਿਰ ਮਹਾਰਾਜ ਸਾਹਿਬ ਜੀ ਦੇ ਤੇ ਮਹਾਰਾਜ ਕੋਲ ਬੈਠਣਾ। ਬਿਲਕੁਲ ਜੀ। ਇਹਦੇ ਵਿੱਚ ਆਪਾਂ ਭਾਈ ਸਾਹਿਬ ਜੀ ਭਾਈ ਪਾਰੋ ਜੀ ਦੀ ਮੈਂ ਸਾਖੀ ਸ਼ੁਰੂ ਕੀਤੀ ਸੀ ਕਿ ਉਹ ਸਤਲੁਜ ਨੂੰ ਪਾਰ ਬਿਆਸਾ ਜੀ ਨੂੰ ਪਾਰ ਕਰਕੇ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਸੀ ਜੀ। ਤੇ ਜਦੋਂ ਉਹ ਦਰਸ਼ਨ ਕਰਕੇ ਆਏ ਤਾਂ ਫਿਰ ਅੱਲਾ ਯਾਰਖਾਂ ਜੋਗੀ ਸੀ, ਉਹਨਾਂ ਨੂੰ ਰੋਕ ਕੇ ਕਿਹਾ ਸੀਗਾ ਵੀ ਗੁਰਮੁਖੋ ਐਸੀ ਵੀ ਕਿਹੜੀ ਕੋਈ ਤੁਹਾਨੂੰ ਕੰਮ ਜ਼ਰੂਰੀ ਸੀਗਾ ਵੀ ਤੁਸੀਂ ਮਹਾਰਾਜ ਸਾਹਿਬ ਜੀ ਦੇ ਜਾਂ ਮਤਲਬ ਆਪਦੇ ਮੌਤ ਦੀ ਵੀ ਪਰਵਾਹ ਨਹੀਂ ਕੀਤੀ ਤੇ ਤੁਸੀਂ ਅੱਗੇ ਪਾਰ ਕੀਤਾ ਦਰਿਆ? ਕੀ ਕਾਰਨ, ਕੀ ਰੀਜਨ ਕੀ ਹੈ? ਜੀ ਜੀ ਜੀ। ਇੱਥੇ ਕਹਿੰਦੇ ਆਪਾਂ ਇੱਕ ਬੇਨਤੀ ਕਰਦੇ ਵੀ ਅਲਾ ਯਾਰਖਾਂ ਜੋਗੀ ਜਿਹੜਾ ਆ ਇਹ ਇੱਕ ਬਾਅਦ ਵਿੱਚ ਹੋਏ ਨੇ। ਸੋ ਇਹ ਪਹਿਲਾਂ ਹੋਏ ਸੀ। ਇਹ ਹੋਰ ਸੀ, ਇਹ ਪਹਿਲਾਂ ਸੀਗੇ। ਮੈਂ ਦੱਸਦਾ ਇਹਨਾਂ ਨੂੰ ਮੁੜ ਕੇ
ਇਹ ਹੋਰ ਸੀਗੇ, ਉਹ ਨਹੀਂ ਗੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਲਿਖਿਆ। ਜੀ ਜੀ, ਤਦੇ ਕਰਕੇ ਮੈਂ ਸੰਗਤਾਂ ਕੰਫਿਊਜ਼ ਹੋਣਾ ਨਾ ਹੁਣ। ਹਾਂ, ਇਹ ਹੋਰ ਸੀਗੇ। ਤਾਂ ਭਾਈ ਸਾਹਿਬ ਜੀ ਇਹਨਾਂ ਨੂੰ ਨਾਲ ਲੈ ਕੇ ਗੁਰੂ ਅਮਰਦਾਸ ਸਾਹਿਬ ਕੋਲ ਚਲ ਗਏ। ਕਿਹਾ ਮੈਂ ਇਸ ਕਰਕੇ ਜਾਣਾ ਕਿਉਂਕਿ ਮੇਰੇ ਮਨ 'ਚ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ ਪਿਆਰ ਹੁੰਦਾ। ਵਾਹਿਗੁਰੂ ਜੀ। ਤੇ ਭਗਤ ਭੱਟਾਂ ਨੇ ਸਵਾਈਆਂ ਵਿੱਚ ਇੱਕ ਬਚਨ ਕਿਹਾ ਭੀਖਾ ਜੀ ਨੇ, ਉਹ ਕਹਿੰਦੇ ਆ ਵੀ ਰਹੋ ਸੰਤ ਹੋਂ ਟੋਲ ਸਾਧ ਬਹੁਤ ਪੂਰੇ ਡਿੱਠੇ। ਜੀ। ਕਹਿੰਦੇ ਅਸੀਂ ਬਹੁਤ ਟੋਲੇ ਬਹੁਤ ਲਾਉਂਦੇ ਰਹੇ, ਅਸੀਂ ਕਹਿੰਦੇ ਭਾਗ ਭਾਲ ਕੇ ਥੱਕ ਗਏ, ਲੱਭ ਲੱਭ ਕੇ ਥੱਕ ਗਏ ਜੀ। ਡਿੱਠੇ ਭਾਗ ਦੇਖਦੇ ਰਹੇ ਜੀ। ਹਨਾ ਜੀ। ਪਰ ਰੱਬ ਦੇ ਪਿਆਰੇ ਸਾਲ ਨਹੀਂ ਸਾਨੂੰ ਲੱਭੇ। ਵਾਹਿਗੁਰੂ ਜੀ। ਸੰਨਿਆਸੀਏ ਤਪਸੀਏ ਮੁਖੋਂ ਇਹ ਪੰਡਤ ਮਿੱਠੇ। ਜੀ। ਬੜੇ ਬੜੇ ਜਿਹੜੇ ਤਪਸੀਏ ਸੀ, ਸੰਨਿਆਸੀਏ ਮੁਖੋਂ ਪੰਡਤ ਮਿੱਠੇ ਬੋਲਣ ਵਾਲੇ ਬਹੁਤ ਵੇਖੇ। ਉਹ ਭੀਖਾ ਜੀ ਕਹਿੰਦੇ ਨੇ ਜੀ। ਬਰਸੇ ਕਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ। ਬਰਸ ਦਾ ਅਰਥ ਵੈਸੇ ਸਾਡੇ ਕੋਸ਼ਾਂ ਵਿੱਚ ਬਰਸ ਦਾ ਅਰਥ 1 ਸਾਲ ਕੀਤਾ ਵਾ, ਪਰ ਜਿਹੜੇ ਵਿਦਵਾਨ ਆ ਟਕਸਾਲਾਂ ਦੇ ਆਲਮ ਆ ਉਹ ਕਹਿੰਦੇ 1 ਸਾਲ ਵਿੱਚ ਤਾਂ ਮਥੁਰਾ ਤੋਂ ਦਿੱਲੀ ਨਹੀਂ ਆਇਆ ਜਾਂਦਾ। ਜੀ। 1 ਸਾਲ ਵਿੱਚ ਕੀ ਉਹਨਾਂ ਲੱਭ ਰਿਹਾ? ਬਰਸ ਦਾ ਅਰਥ ਹੁੰਦਾ ਬਿਸਵਾ ਤੇ ਬਿਸਵਾ ਦਾ ਅਰਥ ਹੁੰਦਾ ਬਿਗਾ। ਵਾਹਿਗੁਰੂ ਜੀ। ਬਿਗਾ ਹੁੰਦਾ 20 ਦਾ। 20 ਸਾਲ ਅਸੀਂ ਮਹਾਰਾਜ ਸਾਹਿਬ ਜੀ ਫਿਰਦੇ ਰਹੇ। 20 ਸਾਲ ਵਾਹਿਗੁਰੂ ਜੀ। ਸਾਡੇ ਮਨ ਨੂੰ ਕਿਤੇ ਧੀਰਜ ਨਹੀਂ ਮਿਲਿਆ। ਬੜੇ ਲੋਕੀ ਲੱਭਦੇ ਰਹੇ, ਕੋਈ ਮਿੱਠਾ ਬੋਲਣ ਵਾਲੇ ਪੰਡਤ ਲੋਕ ਮਿਲਦੇ ਰਹੇ, ਪਰ ਸਾਡੇ ਮਨ ਨੂੰ ਟਿਕਾ ਨਾ ਦੇ ਸਕੇ। ਜੀ ਜੀ ਜੀ। ਬਰਸ ਏਕ ਹੋਂ ਫਿਰਿਓ ਕਿਨਹਿ ਨਾ ਪਰਚਾ ਲਾਇਓ। ਪਰਚੋ ਲਾਇਓ ਕਹਿਤੀ ਕਹਿਤ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਤੇ ਕਹਿੰਦੇ ਸਾਡੇ ਮਨ ਨੂੰ ਖੁਸ਼ੀ ਨਾ ਆਏ, ਆਨੰਦ ਨਾ ਮਿਲਿਆ। ਜੀ। ਪਰ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਤੁਹਾਡੇ ਕੋਲੇ ਆਏ ਤੇ ਤੁਹਾਡੇ ਦਰਸ਼ਨ ਕਰਕੇ ਮਹਾਰਾਜ ਸਾਹਿਬ ਜੀ ਸਾਡਾ ਮਨ ਆਨੰਦ ਤੇ ਪ੍ਰਸੰਨ ਹੋ ਗਿਆ। ਜੀ। ਭਾਈ ਸਾਹਿਬ ਜੀ ਨੂੰ ਨਾਲ ਲੈ ਕੇ ਭਾਈ ਪਾਰੋ ਜੀ ਪਹੁੰਚ ਗਏ ਗੁਰੂ ਅਮਰਦਾਸ ਸਾਹਿਬ ਜੀ ਕੋਲੇ। ਜੀ। ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਾ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਵੀ ਤੁਹਾਡਾ ਨਾਮ ਕੀ ਹੈ? ਕਹਿੰਦਾ ਜੀ ਅੱਲਾ ਯਾਰ ਖਾਂ। ਕਹਿੰਦੇ ਯਾਰ ਨੂੰ ਮਿਲ ਲਿਆ? ਵਾਹਿਗੁਰੂ ਜੀ। ਕਹਿੰਦੇ ਨਹੀਂ ਜੀ ਮੈਂ ਨਹੀਂ ਮਿਲਿਆ। ਹਾਂ ਤੁਹਾਡੀ ਕਿਰਪਾ ਨਾਲ ਹੁਣ ਮਿਲਾਂਗਾ। ਜੀ। ਅੱਜ ਦਰਸ਼ਨ ਹੋ ਗਏ, ਅੱਜ ਮਿਲ ਲਿਆ ਮੈਂ, ਹੁਣ ਮਿਲ ਲਿਆ, ਅੱਗੇ ਤੇ ਨਹੀਂ ਸੀ ਮਿਲਿਆ। ਜੀ। ਉਸ ਵੇਲੇ ਮਹਾਰਾਜ ਸਾਹਿਬ ਨੇ ਬਖਸ਼ਿਸ਼ ਦਿੱਤੀ। ਉਹਨੂੰ ਕਿਹਾ ਠੀਕ ਆ, ਮਹਾਰਾਜ ਸਾਹਿਬ ਦੇ ਘਰ ਦਾ ਉਹ ਸੇਵਾਦਾਰ ਬਣਿਆ ਔਰ ਸੱਚੇ ਪਾਤਸ਼ਾਹ ਜੀ ਨੂੰ ਉਹਨੇ ਆਪਣੇ ਜੀਵਨ ਵਿੱਚ, ਮਹਾਰਾਜ ਸਾਹਿਬ ਜੀ ਨੂੰ ਆਪਣੇ ਜੀਵਨ 'ਚ ਗੁਰੂ ਦੇ ਰੂਪ ਵਿੱਚ ਧਾਰਨ ਕੀਤਾ, ਗੁਰੂ ਅਮਰਦਾਸ ਸਾਹਿਬ ਜੀ ਨੂੰ। ਵਾਹਿਗੁਰੂ ਜੀ। ਔਰ 12ਵੀਂ ਮੰਜੀ ਦਾ ਜਥੇਦਾਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਮੁਸਲਮਾਨ ਵੀਰ ਨੂੰ ਬਣਾਇਆ। ਜੀ। ਉਹਦਾ ਹੋਰ ਵੀ ਕੋਈ ਨਾਂ ਇਤਿਹਾਸ ਵਿੱਚ ਹੋ ਸਕਦਾ ਹੈ। ਜੀ ਜੀ ਜੀ। ਇਸੇ ਗੱਲ ਤੋਂ ਜ਼ਿਆਦਾ ਤੜਫੇ ਸੀਗੇ ਮੁਰਤਜ਼ਾ ਖਾਨ ਹੁਣੀ ਵੀ, ਜਹਾਂਗੀਰ ਹੁਣੀ, ਅਹਿਮਦ ਸ਼ਾਹ ਸਰਹੰਦੀ ਹੁਣੀ ਵੀ। ਇਹਨਾਂ ਦੇ ਵੱਡੇ ਤਾਂ ਹੀ ਉਹ ਕਹਿੰਦਾ ਸੀ ਮੈਂ ਬਿਆਸਾ ਦੀ ਦਰਗਾਹ, ਜਿਹੜੀ ਬਿਆਸਾ ਤੇ ਚੱਲਦੀ ਹੋਈ ਦੁਕਾਨ ਆ, ਉਹ ਮੈਂ ਬੰਦ ਕਰਨੀ, ਉਹ ਦੁਕਾਨ ਹੀ ਰੱਖ। ਜੀ। ਇਸੇ ਕਰਕੇ ਤੜਫੇ ਸੀ ਵੀ ਮੁਸਲਮਾਨ ਵੀ ਹੁਣ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਪ੍ਰਚਾਰ ਕਰਨ ਲੱਗ ਪਏ। ਜੀ ਜੀ ਬਿਲਕੁਲ। ਸੋ ਗੁਰੂ ਸਾਹਿਬ ਜੀ ਨੇ ਕਿਰਪਾ ਕਰਦੀ। ਆਪਾਂ ਵਿਸ਼ਾ ਸੀਗਾ ਤੇ ਫਿਰ ਜਿਵੇਂ ਇਸ ਭਾਵਨਾ ਨਾਲ ਜਦੋਂ ਗੁਰੂ ਘਰ ਸਿੱਖ ਜਾਂਦਾ ਆ, ਜੇ ਇੱਕ ਮੁਸਲਮਾਨ ਗੁਰੂ ਨਾਨਕ ਦੇ ਘਰੋਂ ਜਾ ਕੇ ਝੋਲੀਆਂ ਭਰ ਸਕਦਾ ਆ ਤੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਪੁੱਤਰ ਆ, ਜਿਹੜਾ ਮਾਣ ਕਰਦਾ ਕਿ ਮੇਰਾ ਸਤਿਗੁਰੂ ਮੇਰਾ ਪਿਤਾ ਆ, ਤੇ ਉਹਨੂੰ ਕਿਉਂ ਨਹੀਂ ਬਖਸ਼ ਮਿਲੇਗੀ? ਕਿਉਂ ਕਾਹਤੋਂ ਨਹੀਂ ਮਿਲਦੀ? ਕੀ ਕਾਰਨ ਆ? ਵਾਹਿਗੁਰੂ ਜੀ ਬਿਲਕੁਲ। ਉਹਦਾ ਕਾਰਨ ਇਹ ਆ ਵੀ ਕਸੂਰ ਕਿਤੇ ਸਾਡੇ ਵਿੱਚ ਆ। ਅਸੀਂ ਗਏ ਤੇ ਪਰਿਕਰਮਾ ਕੀਤੀ, ਫਿਰ ਉੱਥੇ ਬੈਠੇ ਨਹੀਂ। ਬਿਲਕੁਲ। ਜੋ ਸੁਣਾਇਆ ਜਾ ਰਿਹਾ ਉਹਨੂੰ ਸੁਣਿਆ ਨਹੀਂ। ਵਾਹਿਗੁਰੂ ਜੀ। ਜੋ ਸੁਣਾਇਆ ਜਾ ਰਿਹਾ ਉਹਨੂੰ ਸੁਣਿਆ ਨਹੀਂ। ਬਸ ਸਾਡਾ ਸੁਭਾਅ ਇਹ ਹੁੰਦਾ ਆ ਵੀ ਜਾਣਾ ਆ ਤੇ ਬਸ ਉੱਥੋਂ ਉੱਠਣਾ ਤੇ ਉੱਠ ਕੇ ਬਸ ਜੀ ਛਕਣੇ ਅੱਗੇ ਘਰ ਨੂੰ ਆ ਜਾਣਾ। ਜੀ 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 ਬਿਲਕੁਲ। ਜਦੋਂ ਅਸੀਂ ਆਪਣੇ ਗੁਰਸਿੱਖਾਂ ਦੀ ਮਰਜ਼ਾਦਾ ਦੇਖਦੇ ਹਾਂ, ਮਰਜ਼ਾਦਾ ਇਹ ਕਹਿੰਦੀ ਆ ਵੀ
ਜਦੋਂ ਗੁਰੂ ਕਾ ਸਿੱਖ ਗੁਰੂ ਘਰ ਜਾਵੇ ਤੇ ਉਹ ਪਹਿਲਾ ਕਦਮ ਗੁਰੂ ਨਾਨਕ ਦੇ ਨਾਮ ਦੀ ਪ੍ਰੇਮ ਦਾ ਕਦਮ ਪੁੱਟੇ ਪਹਿਲਾ, ਜੀ ਤੇ ਬਾਕੀ ਕਦਮ ਸਤਿਗੁਰੂ ਆਪੇ ਲੈ ਕੇ ਜਾਂਦੇ ਉਹਨੂੰ ਆ। ਤੇ ਜਾ ਕੇ ਮਹਾਰਾਜ ਸਾਹਿਬ ਜੀ ਦੇ ਕੋਲ ਬਹਿ ਕੇ ਫਿਰ ਮਹਾਰਾਜ ਸਾਹਿਬ ਜੀ ਦਾ ਬਚਨ ਨੂੰ ਸੁਣੇ। ਜੇ ਕੋਈ ਗੁਰਸਿੱਖ ਚੌਰ ਕਰਦਾ ਆ ਤੇ ਉਹ ਖਿਆਲ ਰੱਖੇ ਕਿ ਉਹ ਸ਼ੁੱਧ ਵਸਤਰ ਪਾ ਕੇ ਗਿਆ ਹੋਵੇ, ਕੇਸ਼ੀ ਇਸ਼ਨਾਨ ਕੀਤਾ ਹੋਵੇ, ਤੇ ਚੌਰ ਕਰਦਿਆਂ ਉਹ ਚੌਰ ਜਿਹੜਾ ਤਾਬਿਆ ਵਹਿਣ ਵਾਲਾ ਗਿਆਨੀ ਸਿੰਘ ਆ, ਪਾਠੀ ਸਿੰਘ ਆ, ਉਹ ਤਾਬਿਆਂ ਦੇ ਜਿੱਥੇ ਉਹਦੇ ਪੈਰ ਲੱਗਦੇ ਉੱਥੇ ਨਾ ਲੱਗੇ। ਜੀ ਜੀ ਵਾਹਿਗੁਰੂ। ਤੇ ਉਹ ਨੇਤਰ ਮੀਟ ਕੇ ਸ਼ਬਦ ਵਿੱਚ ਧਿਆਨ ਰੱਖੇ ਤੇ ਕੰਨਾਂ ਨਾਲ ਗੁਰੂ ਕਾ ਸ਼ਬਦ ਸੁਣੇ ਤੇ ਧਿਆਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਰੱਖੇ। ਵਾਹਿਗੁਰੂ ਜੀ। ਪਰ ਏਦਾਂ ਹੁੰਦਾ ਨਹੀਂ ਆ। ਬੇਦਾਦ ਇਹ ਹੁੰਦੀ ਆ ਵੀ ਜੇ ਚੌਰ ਅਸੀਂ ਕਰਦੇ ਆ ਵੀ ਨਾ ਤਾਂ ਅਸੀਂ ਆਪਣੇ ਵਸਤਰ ਦੇਖਦੇ ਆ ਵੀ ਸਾਫ਼ ਸੁਥਰੇ ਹੈ ਕਿ ਨਹੀਂ, ਜੀ ਤੇ ਚੌਰ ਜਿਹੜਾ ਆ ਜੇ ਪਾਠੀ ਸਿੰਘ ਬਹਿੰਦਾ ਉਹ ਥੱਲੇ ਲੱਗਣ ਡਿਆ ਹੁੰਦਾ, ਤੇ ਨਾ ਹੀ ਅਸੀਂ ਗਲ ਵਿੱਚ ਹਜੂਰੀਆ ਪਾਇਆ ਹੁੰਦਾ। ਜੀ ਬਿਲਕੁਲ ਜੀ। ਗਲ ਵਿੱਚ ਹਜੂਰੀਆ ਪਾ ਕੇ ਜਿੰਨਾ ਚਿਰ ਵੀ ਘੰਟਾ, ਅੱਧਾ ਘੰਟਾ, 20 ਮਿੰਟ ਮਹਾਰਾਜ ਸਾਹਿਬ ਨੂੰ ਚੌਰ ਕਰਨਾ, ਤੇ ਚੌਰ ਸੱਚੇ ਪਾਤਸ਼ਾਹ ਦੇ ਉੱਪਰ ਕਰਨਾ, ਭਾਵੇਂ ਕਿ ਇਹ ਨਿਰਗੁਣ ਰੂਪ ਆ, ਜੀ ਇਹ ਸਰਗੁਣ ਰੂਪ ਆ। ਜੀ ਮੈਂ ਇੱਥੇ ਇੱਕ ਬਾਬਾ ਜੀ ਬੇਨਤੀ ਰੱਖਾਂ ਵੀ ਇੱਕ ਵਾਰੀ ਨਾ ਮੈਂ ਇਹ ਸਵਾਲ ਸਾਡੇ ਭਾਈ ਮਲਕੀਤ ਸਿੰਘ ਜੀ ਹੋਣੀ ਆ, ਨਿਹੰਗ ਸਿੰਘ, ਤੇ ਉਹਨਾਂ ਦੇ ਅੱਗੇ ਰੱਖਿਆ ਸੀ। ਤੇ ਉਹਨਾਂ ਨੇ ਬੜੇ ਪਿਆਰੇ ਬਚਨ ਕਹੇ ਸੀ। ਕਹਿੰਦੇ ਮਲਕੀਤ ਸਿੰਘ ਗਾਂ ਜਦੋਂ ਚੌਰ ਸਾਹਿਬ ਦੀ ਸੇਵਾ ਕਰੇਗਾ ਨਾ, ਤੇ ਇਹ ਸੋਚ ਕੇ ਦੇਖੀ ਮੈਂ ਕਾਇਨਾਤ ਦੇ ਮਾਲਕ ਦੇ ਉੱਤੇ ਚੌਰ ਕਰ ਰਿਹਾ। ਤੇ ਫਿਰ ਇਹ ਭਾਵਨਾ ਲੈ ਕੇ ਜੇ ਬੈਠ ਕੇ ਕਰ ਰਹੇ ਹੋਵਾਂਗੇ ਤਾਂ ਇਹ ਮਹਿਸੂਸ ਕਰੀ ਕਿ ਗੁਰੂ ਸਾਹਿਬ ਜੀ ਵਿਰਾਜਮਾਨ ਨੇ, ਤੇ ਸਿਰ ਤੋਂ ਉੱਪਰ ਰੱਖ ਕੇ ਕਰੀ। ਜੇ ਖੜਾ ਹੋਏਗਾ ਤਾਂ ਸਿਰ ਤੋਂ ਉੱਪਰ ਰੱਖ ਕੇ ਕਰੀ। ਸੱਚ ਕਰ ਜਾਣੋ, ਜਦੋਂ ਮੈਂ ਜਾ ਕੇ ਸੇਵਾ ਕਰਨੀ ਸ਼ੁਰੂ ਕੀਤੀ ਤੇ ਮੇਰੇ ਹੱਥ ਕੰਬ ਰਹੇ ਸੀ, ਤੇ ਦਿਲ ਦੇ ਵਿੱਚ ਉਹ ਭਾਵਨਾ ਬਣ ਰਹੀ ਸੀ ਕਿ ਮੈਂ ਕਿੰਨਿਆਂ ਭਾਗਾਂ ਵਾਲਾ ਹਾਂ ਕਿ ਮੈਂ ਕਾਇਨਾਤ ਦੇ ਮਾਲਕ ਦੇ ਉੱਪਰ ਚੌਰ ਕਰ ਰਿਹਾ, ਕਿ ਮੈਨੂੰ ਉਹਨੇ ਆਪਣੇ ਕੋਲ ਬਿਠਾ ਕੇ ਮੇਰੇ ਤੋਂ ਸੇਵਾ ਲੈ ਰਹੇ ਨੇ। ਕਿਉਂਕਿ ਜੇ ਇਸ ਤਰ੍ਹਾਂ ਆਪਾਂ ਭਾਵਨਾ ਬਣਾ ਕੇ ਕਰਾਂਗੇ ਨਾ ਵੀ ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਵਾਹਿਗੁਰੂ ਵਾਹਿਗੁਰੂ ਜੀ। ਤੇ ਅਸੀਂ ਉਸ ਮਾਲਕ ਤੇ ਚੌਰ ਕਰ ਰਹੇ ਹਾਂ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂਗਾ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੀਵਨ ਲਵਰਨਾ ਪੂਰੇ। ਵਾਹਿਗੁਰੂ ਬਿਲਕੁਲ ਜੀ। ਬਾਣੀ ਨਿਰੰਕਾਰ ਆ, ਸਤਿਗੁਰੂ ਬਾਣੀ ਗੁਰੂ, ਗੁਰੂ ਹੈ ਬਾਣੀ। ਵਾਹਿਗੁਰੂ ਜੀ। ਤੋ ਇਸ ਕਰਕੇ ਇਹ ਗੁਰੂ ਨਾਨਕ ਸਾਹਿਬ ਦਾ ਸਰੂਪ ਹੈ, ਦਸਾਂ ਪਾਤਸ਼ਾਹਾਂ ਦਾ ਹਿਰਦਾ ਸਰੂਪ ਆ ਜੀ। ਉਦੋਂ ਵੀ ਪ੍ਰਾਤਨ ਸਿੱਖ ਗੁਰੂ ਕੋਲ ਆਉਂਦੇ ਸੀ। ਅੱਗਾ ਆਪਾਂ ਚੱਲਦੇ ਹਾਂ ਤੇ ਇਹ ਅਜੇ ਆਪਾਂ ਕੜਾਹ ਪ੍ਰਸ਼ਾਦ ਦੀ ਮਰਜ਼ਾਦਾ ਦੀ ਗੱਲ ਕਰਨੀ ਹੈ ਜੀ ਇਹਦੇ ਵਿੱਚ। ਜੀ 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 ਹਾਂਜੀ, ਇੱਕ ਪ੍ਰਕਾਰ ਤੇ ਆਪਾਂ ਤੁਰੇ ਚੱਲਦੇ ਜੀ। ਹਾਂਜੀ, ਪ੍ਰਾਤਨ ਸਿੱਖਾਂ ਦੇ ਵਿੱਚ ਇਹ ਸੀਗੀ ਕਿ ਜਦੋਂ ਗੁਰੂ ਕੋਲ ਆਉਂਦੇ ਸੀ ਨਾ, ਜਿਵੇਂ ਸਾਡੇ ਕੋਲ ਇਤਿਹਾਸ ਆ ਕਿ ਭਾਈ ਨੰਦ ਲਾਲ ਸਾਹਿਬ ਜੀ, ਭਾਈ ਨੰਦ ਲਾਲ ਜੀ ਗੋਆ ਜੀ, ਜੀ ਜਦੋਂ ਦਿੱਲੀ ਬਹਾਦਰ ਸ਼ਾਹ ਜ਼ਫਰ ਦੇ ਬੱਚਿਆਂ ਨੂੰ ਪੜ੍ਹਾਉਂਦੇ ਸੀ, ਔਰੰਗਜ਼ੇਬ ਦੇ ਪੋਤਰਿਆਂ ਨੂੰ, ਜੀ, ਤਾਂ ਔਰੰਗਜ਼ੇਬ ਨੇ ਸਭਾ ਦੇ ਵਿੱਚ ਇੱਕ ਕੁਰਾਨ ਦੇ ਆਇਤ ਦੇ ਅਰਥ ਕਰਵਾਏ, ਤੇ ਅਰਥ ਨੇ ਕਿਹਾ ਵੀ ਕਰੋ, ਤੇ ਵੱਡੇ ਵੱਡੇ ਆਲਮ ਆਏ ਹੋਏ ਸੀ ਜੀ। ਉਹਨਾਂ ਆਪਣੀ ਬੁੱਧੀ ਮੁਤਾਬਕ ਆਪ ਆਪਣੀ ਬੁੱਧ ਹੈ ਕੀਤੀ ਤੇ ਉਹਨਾਂ ਅਰਥ ਕੀਤੇ। ਉਹਨੇ ਕਿਹਾ ਤੁਸੀਂ ਸਾਰਿਆਂ ਨੇ ਠੀਕ ਕੀਤੇ ਆ, ਪਰ ਮੇਰੇ ਮਨ ਦੀ ਤਸੱਲੀ ਨਹੀਂ ਹੋਈ। ਜੀ ਵੈਸੇ ਪਰਪਾਟੀ ਵੀ ਹਰ ਧਰਮ ਦੇ ਵਿੱਚ ਹੀ ਹੈਗੀ ਆ ਕਿ ਜਦੋਂ ਧਾਰਮਿਕ ਗ੍ਰੰਥ ਆ ਉਹਨਾਂ ਦੇ ਤੁਸੀਂ ਆਇਤਾਂ ਦੇ ਅਰਥ ਕਰੋ। ਤੁਸੀਂ ਕਹੋ ਮੈਂ ਆਪਣੀ ਬੁੱਧ ਮੁਤਾਬਕ ਕਰਦੇ ਆ, ਪਰ ਇਹਨੂੰ ਫਾਈਨਲ ਨਹੀਂ ਸਮਝਣਾ ਵੀ ਆਖਰੀ ਨਹੀਂਗੇ। ਕਿਉਂਕਿ ਜੇ ਪਾਣੀ ਵਿੱਚ ਮੱਛੀ ਆ ਨਾ, ਮਤਲਬ ਤਾਰੀ ਲਾਉਂਦੀ, ਉਹ ਤਾਰੀ ਲਾ ਕੇ ਆਨੰਦ ਤਾਂ ਲੈ ਸਕਦੀ ਆ, ਸਮੁੰਦਰ ਦਾ ਅੰਤ ਨਹੀਂ ਪਾ ਸਕਦੀ। ਬਿਲਕੁਲ ਬਿਲਕੁਲ ਜੀ। ਇਸੇ ਪ੍ਰਕਾਰ ਪੰਛੀ ਦੀ ਆਕਾਸ਼ ਵਿੱਚੋਂ ਚੜ੍ਹਾਕਾਰ ਵਿੱਚ ਉਡਾਰੀਆਂ ਮਾਰਦਾ, ਅਡਾਰੀਆਂ ਮਾਰ ਕੇ ਉਹ ਆਨੰਦ ਪ੍ਰਾਪਤ ਕਰ ਸਕਦਾ, ਪਰ ਅਸਮਾਨ ਦਾ, ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਵਾਹਿਗੁਰੂ ਵਾਹਿਗੁਰੂ। ਤੇ ਇਹ ਜਿਹੜੇ ਵਿਦਵਾਨ ਹੁੰਦੇ ਉਹ ਇਸ ਤਰ੍ਹਾਂ ਕਹਿੰਦੇ, ਪਰ ਕੁਝ ਹੰਕਾਰੀ ਹੁੰਦੇ ਆ, ਉਹ ਕਹਿੰਦੇ ਅਸੀਂ ਅੰਤ ਪਾਉਣਾ, ਤੇ ਪਰਮਾਤਮਾ ਦਾ ਅੰਤ ਅਜੇ ਤੱਕ ਕੋਈ ਨਹੀਂ ਪਾ ਸਕਿਆ, ਕਿੰਨੇ ਚਿਰ ਅੰਤ ਨਾ ਪਾਇਆ। ਵਾਹਿਗੁਰੂ ਬਿਲਕੁਲ ਜੀ। ਤੇ ਜਿੱਥੇ ਉਹਦਾ ਅੰਤ ਪਾਉਣਾ ਚਾਹਿਆ ਉਹਦਾ ਖੁਦ ਅੰਤ ਹੋ ਗਿਆ, ਭਾਵੇਂ ਕੋਈ ਵੀ ਹੋਵੇ, ਭਾਵੇਂ ਕੋਈ ਵੀ ਹੋਵੇ। ਬਿਲਕੁਲ ਜੀ। ਮਰਜ਼ਾਦਾ ਇਹ ਕਹਿੰਦੀ ਹੈ, ਉਹਨਾਂ ਨੇ ਕਿਹਾ ਵੀ ਠੀਕ ਹੈ ਤੁਸੀਂ ਵਧੀਆ ਕੀਤਾ, ਪਰ ਮੇਰੀ ਤਸੱਲੀ ਨਹੀਂ ਹੋਈ ਜੀ। ਤੇ ਬਹਾਦਰ ਸ਼ਾਹ ਨੇ ਹੱਥ ਖੜਾ ਕਰਕੇ ਕਿਹਾ ਵੀ ਬਾਪੂ ਜੀ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਇਹਦੇ ਅਰਥ ਕਰਕੇ ਲਿਆਵਾਂ। ਉਹ ਕਹਿੰਦੇ ਹਾਂ ਤੂੰ ਕਰਕੇ ਆਈ। ਉਹਨਾਂ ਨੂੰ ਕੀ ਪਤਾ ਸੀ, ਉਹਨੇ ਆ ਕੇ
ਭਾਈ ਨੰਦ ਲਾਲ ਸਾਹਿਬ ਜੀ ਗੋਆ ਨੂੰ ਕਿਹਾ ਤਾਂ ਉਹਨਾਂ ਨੇ ਅਰਥ ਕੀਤੇ ਉਸ ਆਇਤ ਦੇ ਜਿੱਦੇ ਆਲਮ ਪਾਲਮ ਹੋਣਗੇ ਭਾਈ ਨੰਦ ਲਾਲ ਸਾਹਿਬ ਜੀ। ਉਹਨਾਂ ਉਸ ਵੇਲੇ ਵਿਖੜੀਆਂ ਭਾਸ਼ਾ ਜਿਹੜੀਆਂ ਨੇ ਸੰਸਕ੍ਰਿਤੀ ਆ, ਬ੍ਰਿਜ ਭਾਸ਼ਾ ਆ, ਉਰਦੂ ਆ, ਅਰਬੀ ਭਾਸ਼ਾ ਦੇ ਕਿੱਲੇ ਆਲਮ ਸਨ ਭਾਈ ਨੰਦ ਲਾਲ ਸਿੰਘ ਜੀ। ਵਾਹਿਗੁਰੂ। ਕਿ ਉਹਨਾਂ ਨੇ ਉਹਦੇ ਅਰਥ ਕਰਕੇ ਦਿੱਤੇ। ਜਦੋਂ ਸਭਾ ਚ ਅਰਥ ਸੁਣਾਏ ਤੇ ਕਹਿੰਦੇ ਔਰੰਗਜ਼ੇਬ ਜਿਹੜਾ ਸੀ ਉਹ ਆਸ਼ਾਸ ਕਰ ਉੱਠੇ। ਵਾਹਿਗੁਰੂ। ਆਪਣੇ ਬੱਚਿਆਂ ਨੂੰ ਮਾਂ ਪਿਓ ਜਾਣਦੇ ਹੁੰਦਾ ਵੀ ਉਹ ਕਹਿੰਦਾ ਬਹਾਦਰ ਸ਼ਾਹ ਤੂੰ ਏਡਾ ਆਲਮ ਨਹੀਂ ਆ, 7-10 ਵੀ ਅਰਥ ਕਿਸ ਤੋਂ ਕਰਵਾ ਕੇ ਲਿਆਓ। ਕਹਿਣ ਲੱਗਿਆ ਅੱਬਾ ਹਜ਼ੂਰ ਅਰਥ ਮੈਂ ਤਾਂ ਨਹੀਂ ਕੀਤੇ, ਤੁਹਾਡੇ ਪੋਤਰਿਆਂ ਨੂੰ ਇੱਕ ਭਾਈ ਨੰਦ ਲਾਲ ਜੀ ਗੋਆ ਪੜ੍ਹਾ ਰਹੇ ਉਹਨਾਂ ਦੇ ਅਰਥ। ਕਹਿੰਦੀ ਏਡਾ ਵਿਦਵਾਨ ਤੇ ਹਿੰਦੂ ਜੀ ਉਹਨੇ ਹੋਣਾ ਚਾਹੀਦਾ, ਉਹਨੂੰ ਸਮਦਮ ਦੰਡ ਭੇਦ ਨਾਲ ਮੁਸਲਮਾਨ ਮਤ ਵਿੱਚ ਲਿਆਓ ਜਾਂ ਖਤਮ ਕਰ ਦਿਓ। ਵਾਹਿਗੁਰੂ ਜੀ। ਕਿਉਂਕਿ ਉਹ ਮਤਸਵੀ ਨੀਤੀ ਰੱਖਦਾ ਸੀ, ਔਰੰਗਜ਼ੇਬ ਨਹੀਂ ਸੀ ਚਾਹੁੰਦਾ ਕੋਈ ਹੋਰ ਵੀ ਸੰਸਾਰ ਤੇ ਹੋਵੇ। ਬਿਲਕੁਲ ਜੀ। ਬੜੇ ਮਰਜਾਏ ਹੋਏ ਆਏ ਭਾਈ ਨੰਦ ਲਾਲ ਜੀ ਕੋਲੇ ਭਾਈ ਬਹਾਦਰ ਸ਼ਾਹ, ਤੇ ਭਾਈ ਸਾਹਿਬ ਨੇ ਬੜੇ ਪਿਆਰ ਨਾਲ ਕਿਹਾ ਵੀ ਤੁਸੀਂ ਤਾਂ ਅੱਜ ਖੁਸ਼ ਹੋ ਕੇ ਆਉਣਾ ਸੀਗਾ ਵੀ ਮੈਂ ਅਰਥ ਕੀਤੇ ਸੀ, ਕਾਰਨ ਕੋਈ ਗਲਤ ਹੋ ਗਿਆ। ਉਹ ਕਹਿੰਦੇ ਕੋਈ ਗਲਤ ਨਹੀਂ ਹੋਇਆ, ਕਾਰਨ ਇਹ ਆ ਵੀ ਮੇਰੇ ਪਿਤਾ ਨੂੰ ਅਰਥ ਵੀ ਪਸੰਦ ਆਇਆ ਪਰ ਤੁਹਾਡਾ ਨਾਮ ਪਸੰਦ ਨਹੀਂ ਆਇਆ ਜੀ। ਉਹ ਕਹਿੰਦੇ ਮੈਂ ਕੀ ਕਰ ਸਕਦਾ। ਕਹਿੰਦੇ ਤੁਸੀਂ ਕੁਛ ਕਰ ਸਕਦੇ ਜਾਂ ਨਹੀਂ, ਮੈਨੂੰ ਉਹਨਾਂ ਨੇ ਹੁਕਮ ਦਿੱਤਾ ਜਾਂ ਤੁਹਾਨੂੰ ਮੁਸਲਮਾਨ ਮਤ ਵਿੱਚ ਆਉਣਾ ਪਊਗਾ ਜਾਂ ਤੁਹਾਡਾ ਕਤਲ ਕਰਨਾ ਪਊਗਾ। ਵਾਹਿਗੁਰੂ ਜੀ। ਭਾਈ ਨੰਦ ਲਾਲ ਜੀ ਘਬਰਾ ਗਏ, ਕਹਿਣ ਲੱਗੇ ਹੁਣ ਕਹਿੰਦੇ ਮੈਂ ਏਦਾਂ ਨਹੀਂ ਕਰ ਸਕਦਾ, ਤੁਸੀਂ ਬੜੇ ਆਲਮ ਹੋ ਔਰ ਮੇਰੇ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਹੋ, ਸਤਿਕਾਰਯੋਗ ਹੋ, ਮੈਂ ਤੁਹਾਡਾ ਇੱਥੋਂ ਨਿਕਲ ਦਾ ਇੰਤਜ਼ਾਮ ਕਰ ਦਿੰਦਾ ਜੀ। ਤੇ ਭਾਈ ਸਾਹਿਬ ਵਿਚਾਰ ਕਹਿੰਦੇ ਮੈਂ ਜਾਵਾਂ ਕਿੱਥੇ, ਦੱਸੋ ਕਿਹੜਾ ਸੂਬਾ ਆ, ਕਿਹੜੀ ਜਗ੍ਹਾ ਆ ਜਿੱਥੇ ਤੇਰੇ ਪਿਤਾ ਦੀ ਬਾਂਹ ਨਹੀਂ ਪਹੁੰਚਦੀ। ਵਾਹਿਗੁਰੂ ਜੀ। ਕਹਿੰਦੇ ਮੈਂ ਤੈਨੂੰ ਗੱਲ ਵਾਅਦੇ ਨਾਲ ਕਹਿਣਾ ਹੈ, ਤੂੰ ਅਨੰਦਪੁਰ ਸਾਹਿਬ ਚੱਲ ਜਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ, ਉੱਥੇ ਮੇਰੇ ਪਿਤਾ ਦੀ ਬਾਂਹ ਨਹੀਂ ਜਾਂਦੀ। ਵਾਹਿਗੁਰੂ ਜੀ। ਇਹ ਗੁਰੂ ਕੇ ਖਾਲਸੇ ਦਾ, ਇਹ ਸਤਿਗੁਰੂ ਸਾਹਿਬ ਜੀ ਦਾ ਸਾਨੂੰ ਮਾਣ ਹੈ। ਤਾਂ ਹੀ ਤਾਂ ਆਪਾਂ ਕਹਿੰਦੇ ਐਸਾ ਗੁਰਵਡ ਭਾਗੀ ਪਾਇਆ, ਭੂਲੇ ਮਾਰਗ ਜਿਹਨੇ ਬਤਾਇਆ। ਵਾਹਿਗੁਰੂ ਜੀ। ਭਾਈ ਨੰਦ ਲਾਲ ਜੀ ਨੂੰ ਹਵਾ ਨਾਲੋਂ ਤੇਜ਼, ਮੈਂ ਗੱਲ ਕਰ ਰਿਹਾ ਸਿੱਖ ਨੇ ਕਿਵੇਂ ਜਾਣਾ ਗੁਰੂ ਕੀ ਹਜ਼ੂਰੀ। ਜੀ। ਸਿੱਖ ਹਵਾ ਨਾਲੋਂ ਤੇਜ਼ ਦੌੜਨ ਵਾਲਾ ਸਵਾਰੀ ਦਿੱਤੀ, ਉਹਨੂੰ ਘੋੜਾ ਦਿੱਤਾ। ਤੇ ਭਾਈ ਸਾਹਿਬ ਰਾਤੋਂ ਰਾਤ ਅਨੰਦਪੁਰ ਸਾਹਿਬ ਆਏ ਤੇ ਆਉਂਦਿਆਂ ਮਨ ਚ ਵਿਚਾਰ ਚੱਲਦੀ ਆਈ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਕਹਾਂਗਾ ਮੈਂ ਅਰਬੀ ਦਾ, ਮੈਂ ਸੰਸਕ੍ਰਿਤ ਦਾ, ਮੈਂ ਬ੍ਰਿਜ ਭਾਸ਼ਾ ਦਾ, ਪੰਜਾਬੀ, ਉਰਦੂ, ਪਤਾ ਨਹੀਂ ਹੋਰ ਕਿੰਨੀਆਂ ਭਾਸ਼ਾਵਾਂ ਦਾ ਬੜਾ ਵੱਡਾ ਮਹਾਂਗਿਆਨੀ ਆ ਔਰ ਬਾਦਸ਼ਾਹ ਮੈਨੂੰ ਰਾਜ ਗੱਦੀਆਂ ਤੇ ਬਿਠਾਉਂਦੇ ਆ, ਮੈਨੂੰ ਔਰੰਗਜ਼ੇਬ ਤੋਂ ਖਤਰਾ, ਮਹਾਰਾਜ ਤੁਹਾਡੀ ਸ਼ਰਨ ਆਇਆ ਤੇ ਮੈਨੂੰ ਜਗ੍ਹਾ ਦੇ ਦਿਓ। ਵਾਹਿਗੁਰੂ ਜੀ। ਇਹ ਖਿਆਲ ਚੱਲਦਾ ਹੈ ਭਾਈ ਨੰਦ ਲਾਲ ਸਾਹਿਬ ਜੀ ਦੇ ਮਨ ਵਿੱਚ ਵੀ ਇਸ ਤਰ੍ਹਾਂ ਬੋਲਾਂਗਾ ਮੈਂ ਜੀ। ਤੇ ਜਿਵੇਂ ਕੋਈ ਮਨ ਵਿੱਚ ਸੋਚ ਰਿਹਾ ਹੋਵੇ ਕਿ ਯਾਰ ਅਸੀਂ ਤਾਂ ਕਰੋੜਾਪਤੀ ਆ, ਸਾਨੂੰ ਲੰਮੇ ਪੈ ਕੇ ਮੱਥਾ ਟੇਕਣ ਦੀ ਕੀ ਲੋੜ ਆ, ਸਾਡੇ ਕੱਪੜੇ ਖਰਾਬ ਹੁੰਦੇ ਆ ਜੀ। ਅਸੀਂ ਭਾਂਡੇ ਕਿਉਂ ਮਾਂਜੀਏ, ਅਸੀਂ ਜੋੜੇ ਸਾਫ਼ ਕਿਉਂ ਕਰੀਏ, ਅਸੀਂ ਜਰਾਬਾਂ ਕਿਉਂ ਲਾਈਏ, ਅਸੀਂ ਤਾਂ ਕਰੋੜਾਪਤੀ ਆ ਜੀ। ਤੇ ਇੱਥੇ ਗੱਲ ਕਰੋੜਾਪਤੀ ਦੀ ਨਹੀਂ, ਇੱਥੇ ਜਿਹੜਾ ਨੀਵਾਂ ਹੋ ਕੇ ਆਉਂਦਾ ਨਾ, ਖੁਸ਼ੀਆਂ ਉਹ ਗੁਰੂ ਨਾਨਕ ਦੇ ਘਰੋਂ ਪ੍ਰਾਪਤ ਕਰਦਾ। ਜਿਹੜਾ ਨੀਵਾਂ ਹੋ ਕੇ ਨਹੀਂ ਨਾ ਆਉਂਦਾ ਉਹਨੂੰ ਕੁਛ ਵੀ ਨਹੀਂ ਨਿਵੇ ਸਗੋਰਾ ਹੁੰਦੇ। ਵਾਹਿਗੁਰੂ ਜੀ। ਕੋਈ ਜਮਾਨਾ ਟੈ ਪਵੇ ਦਰਗੇ ਮਾਣ ਨਿਮਾਣਾ ਪਾਵੇ ਜੀ। ਨਿਮਾਣ ਇੱਥੇ ਮਾਣ ਨਿਮਾਣਿਆਂ ਨੂੰ ਮਿਲਦਾ ਹੈ। ਇਸ ਕਰਕੇ ਇਹ ਕਦੀ ਨਹੀਂ ਖਿਆਲ ਰੱਖਣਾ ਚਾਹੀਦਾ ਕਿ ਮੈਂ ਤਾਂ ਬਹੁਤ ਵੱਡਾ, ਮੇਰੇ ਕੋਲ ਤਾਂ ਧਨ ਬਹੁਤ ਆ ਔਰ ਮੈਨੂੰ ਤਾਂ ਮਤਲਬ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਉਹਨੂੰ ਫੋਲੋ ਕਰਨ ਦੀ ਲੋੜ ਨਹੀਂ ਆ, ਮੈਂ ਮਰਜ਼ਾਦਾ ਕਿਉਂ ਰੱਖਾਂ, ਇਹ ਮਰਜ਼ਾਦਾ ਤੇ ਗਰੀਬ ਲੋਕਾਂ ਵਾਸਤੇ ਆ। ਇਸ ਤਰ੍ਹਾਂ ਨਹੀਂ ਆ। ਦਾਤਾ ਉਸ ਦਾਤੇ ਕੋਲ ਜਾ ਰਿਹਾ ਜਿਸਨੇ ਆਪਾਂ ਨੂੰ ਏਡਾ ਸਭ ਕੁਛ ਦਾਤਾਂ ਦਿੱਤੀਆਂ ਹੋਈਆਂ। ਵਾਹਿਗੁਰੂ ਬਿਲਕੁਲ ਜੀ। ਇਸ ਕਰਕੇ ਧਿਆਨ ਨਾਲ ਸਾਨੂੰ ਗੁਰੂ ਘਰ ਜਾਈਏ ਤਾਂ ਸਾਡੀਆਂ ਝੋਲੀਆਂ ਭਰਨੀਆਂ। ਮੈਂ ਇਸ ਲਈ ਸਾਖੀ ਨਾਲ ਜੋੜ ਰਿਹਾ। ਜੀ ਜੀ ਬਿਲਕੁਲ। ਭਾਈ ਨੰਦ ਲਾਲ ਜੀ ਨੇ ਜਦੋਂ ਮਹਾਰਾਜ ਦੇ ਸਨਮੁਖ ਸਿੱਖਾਂ ਨੇ ਕਿਹਾ ਮਹਾਰਾਜ ਭਾਈ ਨੰਦ ਲਾਲ ਜੀ ਗੋਆ ਆਏ ਨੇ, ਦਿੱਲੀ ਤੋਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ, ਮਹਾਰਾਜ ਕਹਿੰਦੇ ਭੇਜੋ ਜੀ। ਜਿਸ ਵੇਲੇ ਅੰਦਰ ਆਏ ਤੇ ਮਹਾਰਾਜ ਸਾਹਿਬ ਜੀ ਨੂੰ ਆ ਕੇ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਕਹਿਣ ਲੱਗੇ ਮਹਾਰਾਜ ਮੇਰਾ ਨਾਮ ਭਾਈ ਨੰਦ ਲਾਲ ਹੈ ਤੇ ਮੈਂ ਹਿੰਦੀ ਇਸ ਪ੍ਰਕਾਰ ਜਾਂ ਉਰਦੂ, ਬ੍ਰਿਜ, ਅਰਬੀ, ਸੰਸਕ੍ਰਿਤ ਹੋਰ ਭਾਸ਼ਾਵਾਂ ਦਾ ਬੜਾ ਵੱਡਾ ਮਹਾਂਗਿਆਨੀ ਆ ਤੇ ਬਾਦਸ਼ਾਹ ਬੜੇ ਬੜੇ ਰਾਜੇ ਮੈਨੂੰ ਰਾਜ ਗੱਦੀਆਂ ਤੇ ਬਿਠਾਉਂਦੇ, ਪਰ ਮੈਨੂੰ ਔਰੰਗਜ਼ੇਬ ਤੋਂ ਖਤਰਾ, ਤੁਹਾਡੀ ਸ਼ਰਨ ਆਇਆ, ਮੈਨੂੰ ਕੋਈ ਸੇਵਾ ਦੇ ਦਿਓ।
ਜੀ ਤੇ ਮਹਾਰਾਜ ਥੋੜਾ ਜਿਹਾ ਮੁਸਕਰਾ ਕੇ, ਕਿਉਂਕਿ ਹਜੇ ਈਗੋ ਅੰਦਰ ਹੰਕਾਰ ਆ, ਕਿਉਂ ਵਿਦਿਆ ਦਾ ਹੰਕਾਰ ਹੁੰਦਾ ਹੀ ਆ। ਜੀ ਇਸੇ ਲਈ ਮਹਾਰਾਜ ਨੇ ਕਿਹਾ ਵਿਦਿਆ ਤਾਂ ਪਿਆਰ ਬਣਨਾ ਚਾਹੀਦਾ ਹੈ, ਵਿਦਿਆ ਕਦੇ ਵੀ ਹੰਕਾਰ ਨਹੀਂ ਬਣਨੀ ਚਾਹੀਦੀ। ਮਹਾਰਾਜ ਨੇ ਕਿਹਾ ਵੀ ਸਾਡੀ ਸ਼ਰਨ ਆਇਆ, ਹੁਣ ਇਸ ਦਾ ਭਲਾ ਕਰਦਾ। ਮਹਾਰਾਜ ਕਹਿੰਦੇ ਨੰਦ ਲਾਲ ਜੀ ਤੁਹਾਡੇ ਵਾਸਤੇ ਸਾਡੇ ਕੋਲ ਇੱਕੋ ਹੀ ਸੇਵਾ ਹੈ, ਉਹ ਬਾਟੇ ਪਏ ਆ ਨਾ ਬਰਤਨ ਜੀ, ਕਹਿੰਦੇ ਹਾਂ, ਕਹਿੰਦੇ ਉਹ ਮਾਂਜਿਆ ਕਰੋ, ਉਹਨੂੰ ਮਾਂਜਣਾ ਸ਼ੁਰੂ ਕਰ ਦਿਓ, ਸੇਵਾ ਕਰੋ ਉਹਦੀ। ਜੀ ਤੇ ਭਾਈ ਸਾਹਿਬ ਸੋਚਦੇ ਵੀ ਮੈਂ ਦੱਸਣ ਡਿਆ ਮੈਂ ਵਿਦਵਾਨ ਆ, ਆਲਮ ਆ, ਕਈ ਭਾਸ਼ਾਵਾਂ ਦਾ ਗਿਆਤਾ ਵਾਂ, ਤੇ ਮਹਾਰਾਜ ਨੇ ਮੇਰੇ ਵਾਸਤੇ ਭਾਂਡੇ ਕਿਹਾ, ਭਾਂਡੇ ਮਾਂਜ। ਜੀ ਤੇ ਮਹਾਰਾਜ ਨੂੰ ਪਤਾ ਸੀ ਵੀ ਜਿਹੜੀ ਮੈਲ ਆ ਨਾ, ਜਿਹੜੀ ਅੰਦਰ ਹੋਮੇ ਆ, ਉਹਦਾ ਇਲਾਜ ਇਹ ਹੀ ਆ, ਜਦੋਂ ਜਿਉਂ ਜਿਉਂ ਸੇਵਾ ਕਰਤ ਹੋਏ ਨਾ ਕਾਮੀ, ਤਿਸ ਕੋ ਹੋਵਤ ਪ੍ਰਾਪਤ ਸੁਆਮੀ। ਜੀ ਇਹ ਸੇਵਾ ਕਰਨਗੇ ਤੇ ਸੇਵਾ ਵਿੱਚ ਇਹ ਆ ਵੀ ਸੇਵਾ ਸਾਡਾ ਮਨ ਨਿਰਮਲ ਕਰ ਦਿੰਦੀ ਹੈ। ਬਿਲਕੁਲ ਜੀ, ਸੇਵਾ ਨਾਲ ਸਾਡੇ ਅੰਦਰ ਮਨ ਨਿਰਮਲ ਤੇ ਭਾਵਨਾ ਪੈਦਾ ਹੁੰਦੀ ਆ। ਭਾਈ ਨੰਦ ਲਾਲ ਜੀ ਨੇ ਭਾਂਡੇ ਮਾਂਜੇ ਤੇ ਫਿਰ ਗੱਲ ਇੱਥੇ ਪਹੁੰਚ ਗਈ ਸੀ, ਇੰਨਾ ਪਿਆਰ ਜਾਗ ਪਿਆ ਸੀ। ਮਹਾਰਾਜ ਨੇ ਇੱਕ ਦਿਨ ਕਹਿਤਾ ਸੀ, ਕਹਿੰਦੇ ਭਾਈ ਗੁਰਮੁਖੋ ਜਿਹੜਾ ਪਤਾ ਕਰੋ ਹਾਂ ਦਰਬਾਰ ਵਿੱਚ ਸਭ ਤੋਂ ਅੰਮ੍ਰਿਤ ਵੇਲੇ ਕੌਣ ਆਉਂਦਾ। ਜੀ ਸਿੰਘਾਂ ਨੇ 4 ਦਿਨ ਦੀ ਰਿਪੋਰਟ ਦੇ ਕੇ ਕਿਹਾ ਮਹਾਰਾਜ ਭਾਈ ਨੰਦ ਲਾਲ ਸਭ ਤੋਂ ਪਹਿਲਾਂ ਆਉਂਦੇ ਆ। ਵਾਹਿਗੁਰੂ ਜੀ। ਮਹਾਰਾਜ ਨੇ ਬੜੇ ਪਿਆਰ ਨਾਲ ਕਿਹਾ ਸੀ ਭਾਈ ਨੰਦ ਲਾਲ ਜੀ ਤੁਸੀਂ ਥੋੜਾ ਜਿਹਾ ਵੇਲੇ ਨਾਲ ਆ ਜਾਂਦੇ ਹੋ, ਤੁਸੀਂ ਥੋੜਾ ਲੇਟ ਆ ਜਾ ਕਰੋ, ਦਿਨ ਚੜੇ ਆ ਜਾ ਕਰੋ। ਤੇ ਭਾਈ ਸਾਹਿਬ ਨੇ ਚਰਨ ਪੜ ਕੇ ਕਿਹਾ ਮਹਾਰਾਜ ਮੈਂ ਤੁਹਾਡੇ ਘਰ ਦਾ ਉਹ ਕੂਕਰਾਂ ਜਿਹਨੂੰ ਹਜੇ ਰਹਿਣਾ ਵੀ ਨਹੀਂ ਆਇਆ। ਵਾਹਿਗੁਰੂ ਵਾਹਿਗੁਰੂ, ਭਾਵਨਾ ਦੇਖੋ। ਬਿਲਕੁਲ ਦੀ ਗੱਲ ਮੈਨੂੰ ਰਹਿਣ ਨਹੀਂ ਆਇਆ। ਮਹਾਰਾਜ ਜੇ ਮੈਂ ਆਉਂਦਾ ਤੇ ਮੈਨੂੰ ਆਉਂਦਾ ਰਹਿਣ ਦਿਓ। ਵਾਹਿਗੁਰੂ ਵਾਹਿਗੁਰੂ। ਉਹਦਾ ਕਾਰਨ ਕੀ ਹੋਇਆ? ਕਿਉਂਕਿ ਗੁਰੂ ਕੋ ਸਿੱਖਿਆ ਲੈ ਕੇ ਭਾਂਡਾ, ਦੇਖੋ ਜਿਹੜਾ ਭਾਂਡਾ ਹੁੰਦਾ ਨਾ, ਸਾਡੇ ਬਾਹਰ ਦਾ ਭਾਂਡਾ ਵੀ ਤੇ ਸਾਡੇ ਸਰੀਰ ਰੂਪੀ ਭਾਂਡਾ ਜੀ, ਇਹ ਭਾਂਡਾ ਲੈ ਕੇ ਅਸੀਂ ਗੁਰੂ ਕੋ ਜਾਂਦੇ ਹਾਂ ਤੇ ਭਾਂਡਾ ਪਰਮਾਤਮਾ ਨੇ ਸਾਰਿਆਂ ਨੂੰ ਦਿੱਤਾ। ਬਿਲਕੁਲ ਜੀ। ਚਾਹੇ ਕਿ ਅਮੀਰ ਹੈ ਤੇ ਚਾਹੇ ਕੋਈ ਗਰੀਬ ਹੈ, ਹੁਣ ਇਹ ਗੱਲ ਉੱਤੇ ਨਿਰਭਰ ਕਰਦੀ ਆ ਵੀ ਉਹਨੇ ਉਹਦੇ ਚ ਪਾਉਣਾ ਕੀ ਆ। ਬਿਲਕੁਲ ਜੀ। ਹੁਣ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤ ਮਲੀਨ ਧੋਤੇ ਅੱਛਾ ਨਾ ਹੋਏ ਸੀ। ਵਾਹਿਗੁਰੂ ਜੀ। ਕਿਉਂਕਿ ਹੁਣ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਦ ਦੁਆਰੇ ਧੋਏ ਅੱਛਾ ਹੋਏ ਸੀ। ਵਾਹਿਗੁਰੂ ਜੀ। ਹੁਣ ਬਿਲਕੁਲ। ਭਾਂਡਾ ਤੇ ਗੁਰੂ ਨੇ ਦਿੱਤਾ, ਮਹਾਰਾਜ ਨੇ ਇਹ ਵੀ ਕਿਹਾ ਵੀ ਇਹਦੇ ਵਿੱਚ ਪਾ ਕੀ, ਕਹਿੰਦੇ ਨਾਮ ਵਸਤੂ ਪਾ। ਨਾਮ ਆ ਵਸਤੂ, ਉਸ ਵਸਤੂ ਨੂੰ ਇਸ ਭਾਂਡੇ ਵਿੱਚ ਸਮਾ ਲਾ। ਵਾਹਿਗੁਰੂ ਵਾਹਿਗੁਰੂ। ਪਰ ਮਨੁੱਖ ਦੀ ਬਦਕਿਸਮਤੀ ਇਹ ਆ ਵੀ ਇਹਨੇ ਭਾਂਡਾ ਪੁੱਠਾ ਕੀਤਾ ਹੋਇਆ, ਜਾਂ ਭਾਂਡਾ ਟੁੱਟਾ ਹੋਇਆ ਤੇ ਜਾਂ ਉਹਨੂੰ ਗੰਦਾ ਕਰ ਲਿਆ। ਨਸ਼ਰਤਕ ਲੋਕਾਂ ਦੇ ਪਿੱਛੇ ਲੱਗ ਕੇ ਇਹਨੂੰ ਨਾਸਤਿਕ ਪੁਣੇ ਨਾਲ ਭਰ ਲਿਆ। ਨਾ ਟੁੱਟੇ ਭਾਂਡੇ ਵਿੱਚ ਕੁਝ ਪੈਣਾ ਤੇ ਨਾ ਪੈਣਾ ਗੰਦੇ ਭਾਂਡੇ ਵਿੱਚ, ਤੇ ਨਾ ਪੈਣਾ ਪੁੱਠੇ ਭਾਂਡੇ ਵਿੱਚ। ਮੇਘ ਭਾਵੇਂ ਰੋਜ਼ ਵਸਦਾ ਹੋਵੇ, ਜੇ ਭਾਂਡਾ ਪੁੱਠਾ ਹੋਵੇ ਨਾ, ਤੇ ਮਹਾਰਾਜ ਦੀ ਬਾਣੀ ਕਹਿੰਦੀ ਆ ਉਹਦੇ ਭਾਂਡੇ ਖਸ ਨਾ ਸਮਾਏ। ਕਹਿੰਦੇ ਪੁੱਠਿਆਂ ਭਾਂਡਿਆਂ 'ਚ ਕੁਛ ਨਹੀਂ ਪੈਂਦਾ। ਵਾਹਿਗੁਰੂ ਵਾਹਿਗੁਰੂ। ਤੂੰ ਭਾਂਡਾ ਸਿੱਧਾ ਕਰ ਲਾ, ਸ਼ਰਧਾ ਰੂਪੀ ਭਾਂਡਾ ਸਿੱਧਾ ਕਰ ਲਾ। ਵਾਹਿਗੁਰੂ ਨੇ ਤੇ ਵਸਤੂ ਪਾਉਣ ਲੱਗਿਆ ਇੱਕ ਸਕਿੰਟ ਵੀ ਨਹੀਂ ਲਾਉਣਾ। ਵਾਹਿਗੁਰੂ ਜੀ। ਨਾਮ ਰੂਪੀ ਵਸਤੂ ਆ, ਵਾਹਿਗੁਰੂ ਤੇ ਪਾਵੇਗਾ, ਪਰ ਭਾਂਡਾ ਹੀ ਪੁੱਠਾ ਤੇ ਗੁਰੂ ਕੀ ਕਰੇ। ਬਿਲਕੁਲ ਬਿਲਕੁਲ ਬਿਲਕੁਲ। ਜਿਵੇਂ ਕੋਈ ਮੁਹਾਤਮਾ ਜਾ ਰਿਹਾ ਸੀ ਨਾ, ਤੇ ਕਸੂਰ ਗੁਰੂ ਦਾ ਥੋੜੀ ਆ, ਕਸੂਰ ਤਾਂ ਸਾਡਾ, ਕਿਉਂਕਿ ਅਸੀਂ ਭਾਂਡਾ ਪੁੱਠਾ ਕੀਤਾ ਹੋਇਆ। ਮੱਥਾ ਵੀ ਟੇਕ ਲੈਂਦੇ ਆ ਤੇ ਬਾਹਰ ਆ ਕੇ ਸ਼ੰਕਾ ਵੀ ਕਰ ਲੈਂਦੇ ਆ ਵੀ ਆਹ ਮਤਲਬ ਆਹ ਹੋ ਸਕਦਾ ਹੈ। ਨਾਲੇ ਅਸੀਂ ਅੰਦਰ ਪੜ੍ਹੀ ਜਾਂਦੇ ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਵਾਹਿਗੁਰੂ ਵਾਹਿਗੁਰੂ। ਤੇ ਬਾਹਰ ਆ ਕੇ ਕਹਿੰਦੇ ਆਹ ਬਾਣੀ ਥੋੜਾ ਹੋ, ਆਹ ਤਾਂ ਬਾਣੀ ਨਹੀਂ ਹੈਗੀ, ਆਹ ਤਾਂ ਬਾਣੀ ਹੋ ਹੀ ਨਹੀਂ ਸਕਦੀ। ਵਾਹਿਗੁਰੂ। ਹੁਣ ਇਸ ਤੋਂ ਵੱਡੀ ਰਾਜਨੀਤੀ ਕੀ ਹੋਊਗੀ ਵੀ ਇੱਕ ਮਨੁੱਖ ਆਉਂਦਾ ਆ ਤੇ ਉਹ ਕਹਿੰਦਾ ਵੀ ਮੈਂ ਮੱਥਾ ਨਹੀਂ ਟੇਕ ਸਕਦਾ ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਨਹੀਂ। ਤੇ ਕੋਈ ਨਹੀਂ, ਮੁਬਾਰਕ ਹੈ। ਇੱਥੇ ਕੋਈ ਇਹ ਥੋੜੀ ਆ ਵੀ ਆਪਾਂ ਕੋਈ ਰੀਤੀ ਚੱਲਦੀ ਆ। ਅਪਰਾਧੀ ਦੂਣਾ ਨਿਭੇ ਜੋ ਹੰਤਾ ਮਰਗਾਏ, ਸ਼ੀਸ਼ ਨਵਾਇਆ ਕਿਆ ਥੀਏ ਜਦ ਦੇ ਕੁਸਦੇ ਜਾਏ। ਜੀ। ਹਨਾ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। 8 ਤੀਰਥ ਜੇ ਨਾਵੇ ਉਤਰੇ ਨਾ ਹੀ ਮੈਲ, ਜਿਨ ਪਾਟੇ ਅੰਦਰ ਬਾਹਰ ਗੁੱਦੜ ਤੇ ਭਰੇ ਸੰਸਾਰ। ਗੱਲ ਤੇ ਆ ਵੀ ਇਹ ਰਾਜਨੀਤੀ ਆ ਨਾ, ਵੀ ਇਹ ਵੀ ਪੜ ਰਹੇ ਆ ਵੀ ਪੂਰਾ ਪ੍ਰਭ ਆਰਾਧਿਆ, ਪੂਰਾ ਤੁਹਾਡਾ ਨਾਮ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਜੀ। ਤੇ ਬਾਹਰ ਆ ਕੇ ਕਹਿ ਰਹੇ ਆ ਵੀ ਗੁਰੂ ਤੇ ਪੂਰਾ ਨਹੀਂ ਕਰਦਾ।
ਸਪੀਚਲੈਸ ਜੀ। ਇਸ ਤੋਂ ਵੱਧ ਕੇ ਕੋਈ ਰਾਜਨੀਤੀ ਨਹੀਂ ਹੈਗੀ। ਮਹਾਰਾਜ ਨੇ ਕਿਹਾ ਸੀ ਭਾਈ ਗੁਰਮੁਖਾ ਮਨ ਦੇ ਪਿੱਛੇ ਨਹੀਂ ਲੱਗਣਾ, ਗੁਰੂ ਦੇ ਪਿੱਛੇ ਲੱਗਣਾ ਹੈ। ਵਾਹਿਗੁਰੂ। ਅਸੀਂ ਮਨ ਦੇ ਪਿੱਛੇ ਲੱਗ ਕੇ ਸ਼ੰਕਾ ਵੀ ਕਰਨੀ ਆ, ਸ਼ਰਧਾ ਵੀ ਕਰਨੀ ਆ। ਸ਼ੰਕਾ ਕਰਨੀ ਆ ਆਪਣੇ ਮਨ ਤੇ, ਸ਼ਰਧਾ ਕਰਨੀ ਆ ਗੁਰੂ ਤੇ। ਵਾਹਿਗੁਰੂ ਜੀ। ਅਸੀਂ ਸ਼ੰਕਾ ਕਰ ਲਈ ਗੁਰੂ ਤੇ ਸ਼ਰਧਾ ਕਰ ਲਈ ਆਪਣੇ ਮਨ ਤੇ। ਜਿਹੜਾ ਐਡਾ ਖੋਟਾ ਜਿਹਦਾ ਵਿਸ਼ਵਾਸ ਹੀ ਕੋਈ ਨਹੀਂ। ਮਨ ਖੁੱਟ ਹਰ ਤੇਰਾ ਨਾ ਹੀ ਵਿਸ਼ਵਾਸ। ਵਾਹਿਗੁਰੂ। ਜਿਹਦਾ ਵਿਸ਼ਵਾਸ ਕੋਈ ਨਹੀਂ ਜੀ। ਤੇ ਉਹ ਮੈਂ ਬੇਨਤੀ ਕਰ ਰਿਹਾ ਸੀ ਵੀ ਉਹ ਭਾਂਡਾ ਸਾਡਾ ਪੁੱਠਾ ਕਿਵੇਂ ਟੁੱਟਾ, ਕਿਵੇਂ ਗੰਦਾ ਕਿਵੇਂ ਆ। ਵੀ ਉਹ ਮਹਾਤਮਾ ਜਾ ਰਹੇ ਸੀਗੇ ਤੇ ਉਹ ਮਹਾਤਮਾ ਨੂੰ ਪੁੱਛਿਆ ਵੀ ਕਿਸੇ ਬੀਬੀ ਨੇ ਬੜੇ ਤਰੀਕੇ ਨਾਲ, ਕਿਉਂਕਿ ਉਹਦਾ ਸੁਭਾਅ ਨਹੀਂ ਸੀ ਠੀਕ ਬੀਬੀ ਦਾ, ਕਿਉਂਕਿ ਲੋਕਾਂ ਦੇ ਟੂਣੇ ਟਪਾਣੇ ਆਦਿ ਧਾਗੇ ਜਵੀਤ ਕਰਦੀ ਸੀ। ਉਹ ਤੋਂ ਉਹਨਾਂ ਸੋਚਿਆ ਵੀ ਚੱਲ ਇਹਨੂੰ ਸਿੱਖਿਆ ਦੇਈਏ ਵੀ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ। ਜਿਹੜੀ ਪਰਾਲਵਤਾ ਹੈ ਉਹ ਮਿਲ ਕੇ ਰਹਿੰਦੀ ਹੈ, ਇਸ ਤੋਂ ਘਬਰਾਉਣਾ ਨਹੀਂ ਚਾਹੀਦਾ ਜੀ। ਬਾਬਾ ਜੀ ਉਹਨਾਂ ਦੇ ਘਰ ਚਲ ਗਿਆ ਤੇ ਕਹਿਣ ਲੱਗੇ ਬੀਬੀ ਜੀ ਕੁਛ, ਉਹ ਕਹਿਣ ਲੱਗੀ ਬਾਬਾ ਜੀ ਕੁਛ ਛਕੋਗੇ? ਕਹਿੰਦੇ ਜੀ ਕੁਛ ਬਣਿਆ? ਕਹਿੰਦੇ ਖੀਰ ਬਣੀ ਆ ਜੀ। ਮਾਪੁਰ ਕਹਿੰਦੇ ਆ ਸਾਡੇ ਕਲਮੰਡਲ ਚ ਪਾ ਦੇ। ਵਾਹਿਗੁਰੂ ਜੀ। ਉਹ ਪਾਉਣ ਲੱਗੇ ਵਿੱਚ ਉਹਨਾਂ ਬਿਸਟਾ ਪਾਇਆ ਹੋਇਆ ਸੀ ਜੀ। ਉਹ ਕਹਿੰਦੀ ਬਾਬਾ ਤੂੰ ਤਾਂ ਬਾਲਾ ਹੀ ਨਖੇਤੇ ਆ। ਕਹਿੰਦੇ ਕਾਰਨ ਦੇਖ ਬਾਬਾ, ਇਹ ਦੁੱਧ ਤੋਂ ਬਣਦੀ ਖੀਰ ਵਿੱਚ ਮੈਂ ਚੌਲ ਪਾਏ, ਖੰਡ ਪਾਈ। ਬਾਬਾ ਤੂੰ ਆ ਬਾਟੇ ਵਿੱਚ ਆਪਣੇ ਕਲਮੰਡਲ ਵਿੱਚ ਵਿਸਟਾ ਪਾ ਕੇ ਆ ਗਿਆ। ਬਾਬਾ ਇਹਦੇ ਵਿੱਚ ਖੀਰ ਨਹੀਂ ਪੈ ਸਕਦੀ ਜੀ। ਬਾਬਾ ਜੀ ਨੇ ਬੜੇ ਪਿਆਰ ਨਾਲ ਕਹਿਣ ਲੱਗੇ ਭੈਣਾ ਧੀਏ ਬੀਬੀ ਇਹ ਵਿੱਚ ਖੀਰ ਨਹੀਂ ਪੈਂਦੀ? ਕਹਿੰਦੇ ਨਹੀਂ। ਕਹਿੰਦੇ ਕਿਉਂ? ਕਹਿੰਦੇ ਗੰਦਾ ਭਾਂਡਾ ਹੈ। ਕਹਿੰਦੇ ਚਲੋ ਮੈਂ ਤਾਂ ਭਾਂਡਾ ਪਰੇ ਜਾ ਕੇ ਸਾਫ਼ ਕਰ ਲਾਂਗਾ, ਮਾਂਜ ਲਾਂਗਾ, ਧੋ ਲਾਂਗਾ, ਤੇ ਬੀਬੀ ਜਿਹੜਾ ਹਿਰਦਾ ਰੂਪੀ ਗੰਦਾ ਭਾਂਡਾ ਹੈ ਇਹਨੂੰ ਕਿਵੇਂ ਧੋਵੇਗੀ? ਵਾਹਿਗੁਰੂ ਜੀ। ਬਿਲਕੁਲ। ਪਰ ਇਹ ਹਾਥ ਪੈਰ ਤਨ ਦੇ ਪਾਣੀ ਧੋਤੇ ਪੁੱਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਵੇਖੇ। ਬਿਲਕੁਲ। ਬੀਬੀ ਇਹ ਨਾਮ ਤੋਂ ਬਿਨਾਂ ਨਹੀਂ ਧੁਪਣਾ ਤੇ ਨਾਮ ਫਿਰ ਕੇਵਲ ਗੁਰੂ ਕੀ ਹਜ਼ੂਰੀ ਚ ਹੈ। ਨਾਮ ਪੰਜਾ ਪਿਆਰਿਆਂ ਤੋਂ। ਸੋ ਇਸ ਪ੍ਰਕਾਰ ਗੁਰੂ ਕੀ ਹਜ਼ੂਰੀ ਚ ਜਾ ਕੇ ਬੈਠਣਾ ਆ। ਇੱਕ ਇਤਿਹਾਸਕ ਸਾਖੀ ਨਾਲ ਦਿੱਤੀ ਆ, ਪ੍ਰਮਾਣ ਦਿੱਤਾ ਕਿ ਪ੍ਰਾਤਨ ਸਿੱਖ ਕਿਵੇਂ ਜਾਂਦੇ ਸੀ ਜੀ। ਫਿਰ ਮਹਾਰਾਜ ਕੋਲੇ ਬੈਠ ਕੇ ਦਰਸ਼ਨ ਕਰਕੇ ਮਹਾਰਾਜ ਕੋਲੇ ਅਰਦਾਸ ਕਰਦੇ ਸਨ ਕਿ ਸੱਚੇ ਪਾਤਸ਼ਾਹ ਸਾਨੂੰ ਗੁਰਸਿੱਖੀ ਦੀ ਦਾਤ ਦੇਵੋ ਜੀ। ਜਿਹੜੀ ਆਪਾਂ ਬਿਲਕੁਲ ਨਹੀਂ ਮੰਗਦੇ, ਨਾ ਮੈਂ ਤੇ ਨਾ ਤੁਸੀਂ ਜੋ ਸੁਣ ਰਹੇ ਆ। ਇਹਨਾਂ ਵਿੱਚ ਵੀਰ ਹੋਣਗੇ ਜਿਹੜੇ ਮੰਗਦੇ, ਮੈਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਾਂ। ਬਿਲਕੁਲ ਜੀ। ਅਸੀਂ ਨਹੀਂ ਮੰਗਦੇ, ਅਸੀਂ ਮੰਗਦੇ ਹਾਂ ਪਦਾਰਥ, ਤੇ ਪਦਾਰਥਾਂ ਦੇ ਨਾਲ ਕਦੀ ਵੀ ਪੂਰਤੀ ਨਹੀਂ ਹੋ ਸਕਦੀ ਜੀਵਨ ਦੀ। ਬਿਲਕੁਲ ਜੀ। ਮਹਾਰਾਜ ਨੇ ਸਪਸ਼ਟ ਕਹਿ ਦਿੱਤਾ, ਕਹਿੰਦੇ ਗੁਰਸਿੱਖੀ ਮੰਗ। ਉਹ ਨਹੀਂ ਮੰਗਦੇ। ਪ੍ਰਾਤਨ ਸਿੱਖ ਕਹਿੰਦੇ ਸੀ ਮਹਾਰਾਜ ਸਾਨੂੰ ਗੁਰਸਿੱਖੀ ਦੇ ਦਿਓ, ਸਿੱਖੀ ਦੇ ਦਿਓ ਤਾਂ ਸਭ ਕੁਝ ਹੀ ਆ ਜਾਣਾ। ਬਿਲਕੁਲ ਜੀ। ਪਰ ਸੁਖਮਨੀ ਸਾਹਿਬ ਚ ਇੱਕ ਪੰਕਤੀ ਮਹਾਰਾਜ ਨੇ ਕਹੀ, ਉਹ ਮੈਨੂੰ ਚੇਤੇ ਆ ਗਈ ਸੀ। ਮਾਤੂ ਵਿੱਚ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ ਸਾਜਣਾ ਕੀ ਸੇਵਾ ਲਾਗੇ ਜੀ। ਜੇ ਕਿ ਇਹਨੂੰ ਚਾਰ ਪਦਾਰਥ ਚਾਹੀਦੇ ਤੇ ਗੁਰੂ ਨਾਨਕ ਦੇ ਘਰੋਂ ਮਿਲਣਗੇ, ਧਰਮ, ਅਰਥ, ਕਾਮ ਤੇ ਮੋਕਸ਼। ਜੀ। ਸਾਜਣਾ ਦੀ ਸੇਵਾ, ਸੰਗਤਾਂ ਦੀ ਸੇਵਾ ਕਰੇ, ਰੱਬ ਦੇ ਪਿਆਰਿਆਂ ਦੀ ਸੇਵਾ ਕਰੇ, ਨੂੰ ਚਾਰ ਪਦਾਰਥ ਸਹਿਜੇ ਮਿਲ ਜਾਣਗੇ ਗੁਰੂ ਨਾਨਕ ਦੇ ਘਰ। ਜਿਤਨੇ ਫਲ ਮਨ ਬਾਸ਼ੀਏ ਤਿਤਨੇ ਸਤਿਗੁਰ ਪਾਸ। ਚਾਰ ਪਦਾਰਥ ਜੇ ਕੋ ਮੰਗੇ ਸਾਜਣਾ ਕੀ ਸੇਵਾ ਲਾਗੇ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦ ਗਾਵੇ, ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਛੋਰੇ, ਜੇ ਕੋ ਜਨਮ ਮਰਨ ਤੇ ਡਰੇ ਸਾਜਣਾ ਕੇ ਸ਼ਰਨੀ ਪਰੇ। ਇਹ ਪੰਕਤੀਆਂ ਨਾਲ ਮਹਾਰਾਜ ਸਾਹਿਬ ਦੇ ਨਾਲ ਇਹਦਾ ਉਪਾਅ ਦੱਸਿਆ ਹੋਇਆ ਵੀ ਭਾਈ ਜੇ ਤੂੰ ਜਨਮ ਤੇ ਮਰਨ ਤੋਂ ਡਰਦਾ ਆਹ ਕੰਮ ਕਰ ਲਾ। ਵਾਹਿਗੁਰੂ। ਇਹ ਕੋ ਜਨਮ ਮਰਨ ਤੇ ਡਰੇ ਸਾਜਣਾ ਕੇ ਸ਼ਰਨੀ ਪਰੇ, ਤੇ ਜੇ ਜਨ ਕੇ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ। ਵਾਹਿਗੁਰੂ। ਜੇ ਗੁਰੂ ਪਿਆਰੇ ਦੇ ਮਨ ਚ ਇਹ ਨਾ ਵੀ ਮਹਾਰਾਜ ਮੈਨੂੰ ਪਦਾਰਥ ਨਹੀਂ ਚਾਹੀਦੇ, ਮੈਨੂੰ ਸੋਭਾ ਨਹੀਂ ਚਾਹੀਦੀ, ਮੈਂ ਜਨਮ ਮਰਨ ਤੋਂ ਨਹੀਂ ਡਰਦਾ, ਦਾਤਾ ਮੈਨੂੰ ਤੇ ਤੇਰੇ ਦਰਸ਼ਨ ਚਾਹੀਦੇ ਕੇਵਲ। ਤੇ ਮਹਾਰਾਜ ਮੈਂ ਉਸ ਤੋਂ ਬਲਹਾਰ ਜਾਂਦਾ, ਕੁਰਬਾਨ ਜਾਣਾ, ਤੇ ਜਿਹਨੂੰ ਦਰਸ਼ਨ ਮਿਲ ਗਿਆ ਉਹਨੂੰ ਪਦਾਰਥ ਪਿੱਛੇ ਰਹਿ ਜਾਣਗੇ। ਬਿਲਕੁਲ ਜੀ। ਜਦੋਂ ਸੁੱਖਾਂ ਦਾ ਦਾਤਾ ਹੀ ਮੰਗ ਲਿਆ ਤੇ ਸੁੱਖ ਕਿੱਥੇ ਪਿੱਛੇ ਰਹਿਣਗੇ। ਹਾਂ, ਦਾਤਾ ਹੀ ਆ ਗਿਆ, ਦਾਤਾ ਵੀ ਆਪੇ ਆ ਗਈਆਂ।
ਬਿਲਕੁਲ ਬਿਲਕੁਲ, ਜੇ ਅਸੀਂ ਦਾਤ ਦੇ ਪਿੱਛੇ ਭੱਜਦੇ ਹਾਂ ਦਾਤੇ ਨੂੰ ਮੰਗਦੇ ਕਦੇ ਨਹੀਂ। ਦਾਤੇ ਨੂੰ ਤਾਂ ਅਸੀਂ ਮੰਗਦੇ ਹੀ ਨਹੀਂ, ਦਾਤੇ ਨੂੰ ਤਾਂ ਅਸੀਂ ਜਾਣਦੇ ਨਹੀਂ। ਅਸੀਂ ਤੇ ਜਾ ਕੇ ਆਪਣੀ ਲਿਸਟ ਰੱਖਦੇ ਆ ਮੋਰੇ, ਆ ਦੇ ਪਿਛਲੀ ਲਿਸਟ ਖਤਮ ਹੁੰਦੀ ਅੱਗੇ ਮੰਗਦੇ। ਉਹ ਫੇਰ ਵੀ ਦੇ ਰਿਹਾ ਹੋਇਆ, ਪਰਮਾਤਮਾ ਦੇ ਹੀ ਰਿਹਾ, ਅੱਜ ਤੱਕ ਦੇ ਰਿਹਾ ਹੈ, ਪਰ ਸ਼ੁਕਰਾਨਾ ਫੇਰ ਨਹੀਂ ਕਰ ਰਿਹਾ। ਜੀਓ ਪਾਏ ਪਿੰਡ ਜਿਹਨੇ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰੱਖ ਨਾਨਕ ਸਤਿ ਕੁਰਬਾਨ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਜੀ। ਜਿਹਨੇ ਸਰੀਰ ਦਿੱਤਾ ਹੋਇਆ, ਜੇਕਰ ਦਿੱਤੇ ਹੋਏ ਨੇ, ਸਰੀਰ ਤੰਦਰੁਸਤ ਸਰੀਰ ਦਿੱਤਾ ਹੋਇਆ, ਤੂੰ ਸ਼ੁਕਰਾਨਾ ਆਪਾਂ ਉਹਦਾ ਕਰ ਹੀ ਨਹੀਂ ਰਹੇ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨਹੀਂ ਆ। ਵਾਹਿਗੁਰੂ ਜੀ, ਬਿਲਕੁਲ। ਤੋ ਮੈਂ ਬੇਨਤੀ ਕਰਾਂ ਅੱਗੇ ਫਿਰ ਇਸ ਪ੍ਰਕਾਰ ਦੀ ਭਾਵਨਾ ਨਾਲ ਮਹਾਰਾਜ ਕਹੀਏ ਵੀ ਮਹਾਰਾਜ ਜੀ ਸਾਨੂੰ ਦਾਤਾ ਜੀ ਤੁਸੀਂ ਚਾਹੀਦੇ ਹੋ, ਕਿਰਪਾ ਕਰੋ, ਤੁਹਾਡਾ ਨਾਮ ਮੇਰੇ ਹਿਰਦੇ ਚ ਵਸੇ। ਵਾਹਿਗੁਰੂ, ਬਿਲਕੁਲ। ਜੋ ਸੁਣਾਇਆ ਜਾ ਰਿਹਾ ਉਹਨੂੰ ਬੜੀ ਧਿਆਨ ਬਿਰਤੀ ਨਾਲ, ਬੜੀ ਸ਼ਰਧਾ ਭਾਵਨਾ ਨਾਲ ਬੈਠ ਕੇ ਸੁਣਿਆ ਜਾਵੇ। ਉਸ ਤੋਂ ਬਾਅਦ ਜਦੋਂ ਜਿਹੜੇ ਗ੍ਰੰਥੀ ਸਿੰਘ ਸਾਹਿਬ ਨੇ, ਜਿਹੜੇ ਪਾਠੀ ਸਿੰਘ ਨੇ, ਉਹ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਤੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਉਣ। ਤੇ ਅਸੀਂ ਕਈ ਵਾਰੀ ਸੋਚਦੇ ਹਾਂ ਵੀ ਅਸੀਂ ਵੀ ਘਰੋਂ ਦੇਗ ਬਣਾ ਕੇ ਲੈ ਜਾਂਦੇ ਹਾਂ, ਚਲੋ ਜਾ ਕੇ ਬਾਬਾ ਜੀ ਨੂੰ ਕਵਾਂਗੇ, ਉਹਨਾਂ ਨੇ ਭੋਗ ਤਾਂ ਲਾਏ ਦੇਣਾ ਜੀ। ਤੇ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੀ। ਸਾਨੂੰ ਗੁਰੂ ਕੀ ਘਰੇ ਜੇ ਦੇਗ ਦੀ ਸੇਵਾ ਕਰਨੀ ਆ ਤੇ ਸਾਨੂੰ ਰਸਤ ਲੈ ਕੇ ਜਾਣੀ ਚਾਹੀਦੀ ਆ, ਕਿਉਂਕਿ ਦੇਗ ਜਿਹੜੀ ਆ ਉਹ ਕੜਾਹ ਨੀਗਾ ਜੀ। ਦੇਗ ਦੀ ਦੇਗ ਦਾ ਕੋਈ ਨਿਯਮ ਆ, ਦੇਗ ਇੱਕ ਔਸ਼ਧੀ ਆ। ਦੇਗ ਸਤਿਗੁਰੂ ਸਾਹਿਬ ਜੀ ਦੀ ਕੜਾਹ ਪ੍ਰਸ਼ਾਦ ਦੀ ਦੇਗ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਆ। ਵਾਹਿਗੁਰੂ। ਆਪਾਂ ਨੂੰ ਘਰੇ ਨਹੀਂ ਬਣਾ ਸਕਦੇ, ਜਾਂ ਕੋਈ ਗੁਰਮੁਖ ਪਿਆਰਾ ਹੋਵੇ ਜਿਹੜਾ ਮਰਜ਼ਾਦਾ ਨੂੰ ਸਮਝਦਾ ਹੋਵੇ, ਜਾਂ ਮਰਜ਼ਾਦਾ ਕੀ ਉਹ ਆਪਾਂ ਇਹਨੂੰ ਸਤਿਗੁਰੂ ਸਾਹਿਬ ਦੀ ਕਿਰਪਾ ਨਾਲ ਵਿਚਾਰ ਲੈਣੇ ਵੀ ਮਰਜ਼ਾਦਾ ਸੱਚੇ ਪਾਤਸ਼ਾਹ ਨੇ ਕੜਾਹ ਪ੍ਰਸ਼ਾਦ ਦੀ ਕੀ ਰੱਖੀ ਆ ਤੇ ਕੜਾਹ ਪ੍ਰਸ਼ਾਦ ਕੀ ਆ। ਇਹ ਦੋ ਚੀਜ਼ਾਂ ਨੇ। ਜੀ 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 ਜੀ। ਮਹਾਰਾਜ ਸਾਹਿਬ ਕਹਿੰਦੇ ਨੇ ਵੀ ਜਦੋਂ ਦੇਗ ਤਿਆਰ ਕਰਨੀ ਆ ਨਾ ਜੀ, ਉਸ ਤੋਂ ਪਹਿਲਾਂ ਮਹਾਰਾਜ ਸਾਹਿਬ ਕਹਿੰਦੇ ਵੀ ਕੜਾਹ ਪ੍ਰਸਾਦ ਕੀ ਵਿਧ ਸੁਣ ਲੀਜੈ, तीन भांत को समसर कीजे। जी। ਜਦੋਂ ਕੜਾਹ ਪ੍ਰਸ਼ਾਦ ਦੇਗ ਬਣਾਉਣੀ ਆ ਨਾ ਜੀ, ਤਿੰਨ ਚੀਜ਼ਾਂ ਕਿਤੇ ਪਹਿਲਾਂ ਬਰਾਬਰ ਕਰੋ। ਇਹ ਨਹੀਂ ਵੀ ਅੰਦਾਜ਼ੇ ਨਾਲ ਕੌਲੀ ਫੜ ਲਈ, ਕੌਲੀ ਨਾਲ ਆਟਾ ਪਾ ਲਿਆ, ਕੌਲੀ ਨਾਲ ਖੰਡ, ਕੌਲੀ ਨਾਲ ਘਿਓ, ਏਦਾਂ ਨਹੀਂ ਜੀ। ਬਰਾਬਰ ਜੋਕ ਕੇ ਇੱਕ ਚੀਜ਼ ਦਾ ਦੂਜਾ ਹਿੱਸਾ ਜਲ ਪਾ ਲਓ। ਮੰਨ ਲਓ 1 ਕਿਲੋ ਖੰਡ ਆ, 2 ਕਿਲੋ ਪਾਣੀ, ਜੇ 3 ਕਿਲੋ ਦੀ ਦੇਗ ਆ 6 ਲੀਟਰ ਪਾਣੀ ਹੋ ਗਿਆ। ਜੀ ਜੀ, ਉਹਨੂੰ ਡਬਲ ਕਰ ਲੈਣਾ। ਜੀ, ਡਬਲ ਕਰ ਲੈਣਾ, ਇਹ ਹੋ ਗਿਆ ਜੀ। ਇਹ ਪਹਿਲਾ ਨਿਯਮ ਦੱਸਿਆ ਮਹਾਰਾਜ ਨੇ ਜੀ ਸਰਬਲੋਕ ਗ੍ਰੰਥ ਵਿੱਚ। ਜੀ, ਮਹਾਰਾਜ ਸਾਹਿਬ ਕਹਿੰਦੇ ਨੇ ਵੀ ਕੜਾਹ ਪ੍ਰਸਾਦ ਕੀ ਵਿਧ ਸੁਣ ਲੀਜੈ, 3 ਭਾਂਤ ਕੋ ਸਮਸਰ ਕੀਜੈ। ਤੇ ਫਿਰ ਮਹਾਰਾਜ ਕਹਿੰਦੇ ਨੇ ਜਿਹੜੇ ਭਾਂਡੇ ਆ ਨਾ, ਮਾਂਜਨ ਕਰ ਭਾਂਜਨ ਧੋਵੀਜੈ, ਕਹਿੰਦੇ ਉਹਨੂੰ ਭਾਂਡਿਆਂ ਨੂੰ ਆਪ ਧੋਣਾ ਆ। ਜੀ, ਆਪ ਧੋਤੇ ਹੋਣ, ਇਹ ਨਹੀਂ ਵੀ ਕਿਸੇ ਨੇ ਧੋਤੇ, ਮਲਕੀਤ ਸਿੰਘ ਨੇ ਧੋਤੇ ਤੇ ਮੈਂ ਮੰਨ ਲਿਆ, ਇਹ ਆਪ ਸਾਫ਼ ਕਰਕੇ ਧੋਣੇ ਆਪਣੇ ਹੱਥੀ। ਜੀ। ਤੇ ਸੱਚੇ ਪਾਤਸ਼ਾਹ ਜੀ ਅੱਗੇ ਕਹਿੰਦੇ ਨੇ ਕਰ ਇਸ਼ਨਾਨ ਪਵਿੱਤਰ ਹੋਏ ਬਹਿ, ਵਾਹਿਗੁਰੂ ਬਿਨ ਅਵਰ ਨਾ ਕਹੇ। ਕਹਿੰਦੇ ਫਿਰ ਆਪ ਕੇਸ਼ੀ ਇਸ਼ਨਾਨ ਕਰਨਾ ਜੀ, ਤੇ ਕੇਸ਼ੀ ਇਸ਼ਨਾਨ ਕਰਕੇ ਬਿਨਾਂ ਵਾਹਿਗੁਰੂ ਸਾਹਿਬ ਜੀ ਦੇ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਬੋਲਣਾ। ਵਾਹਿਗੁਰੂ ਜੀ। ਇਹ ਨਹੀਂ ਵੀ ਕੰਨਾਂ ਨੂੰ ਟੈਲੀਫੋਨ ਲਾਇਆ ਹੋਇਆ ਤੇ ਕੱਚਾ ਖੁਰਚਰਾ ਵਿੱਚ ਫਿਰੀ ਜਾਂਦਾ ਤੇ 2 ਜਾਣੇ ਥੱਲੇ ਅੱਗ ਡਾਹਣ ਡਏ ਨਾਲੇ ਸੇਕਣ ਡਏ ਪੁਲ ਵਿੱਚ। ਬਿਲਕੁਲ ਬਿਲਕੁਲ ਜੀ। ਔਰ ਇਹ ਗੱਲ ਤੇ ਜਿਹੜੀ ਹੈਗੀ ਨਾ, ਜੀ ਹਾਂਜੀ ਹਾਂਜੀ, ਅਸੀਂ ਦੁਖੀ ਤਾਂ ਆ ਵੀ ਅਸੀਂ ਗੁਰੂ ਸਾਹਿਬ ਜੀ ਦੇ ਬਚਨ ਨੂੰ ਛੱਡ ਬੈਠੇ ਆ, ਮਰਜ਼ਾਦਾ ਛੱਡ ਬੈਠੇ ਆ, ਆਪਣੀ ਮਨਮਰਜ਼ੀ ਵਿੱਚ ਪੇਸ਼ ਕਰਦੇ ਆ। ਬਿਲਕੁਲ ਜੀ। ਤੇ ਜਿੱਥੇ ਸਿੱਖ ਆਪਣੀ ਮਨਮਰਜ਼ੀ ਕਰੇਗਾ, ਕੋਈ ਵੀ ਹੋਵੇ, ਭਾਵੇਂ ਕਿੱਡਾ ਵੀ ਵੱਡਾ ਹੋਵੇ, ਗੁਰੂ ਦੀ ਖੁਸ਼ੀ ਤੋਂ ਵਾਂਝਾ ਹੋ ਜਾਏਗਾ। ਜੀ ਜੀ ਜੀ। ਮਹਾਰਾਜ ਸਾਹਿਬ ਕਹਿੰਦੇ ਨੇ ਕਰ ਤਿਆਰ ਚੌਂਕੀ ਪਰ ਧਰੇ, ਚਾਰੋਂ ਔਰ ਕੀਰਤਨ ਬਹਿ ਕਰੇ। ਮਹਾਰਾਜ ਸਾਹਿਬ ਕਹਿੰਦੇ ਪਹਿਲਾਂ ਚੁੱਲ੍ਹਾ ਸਾਫ਼ ਕਰਨਾ ਚੰਗੀ ਤਰ੍ਹਾਂ। ਜੀ। ਕੱਚਾ ਚੁੱਲ੍ਹਾ ਤੁਹਾਨੂੰ ਪੋਚਾ ਲਾਉਣਾ, ਮਿੱਟੀ ਦਾ ਗੋਹੇ ਦਾ ਨਹੀਂ। ਜੀ ਜੀ ਜੀ। ਸਾਫ਼ ਕਰਨਾ। ਜੇ ਪੱਕਾ ਆ, ਅੱਜ ਤਾਂ ਚਲੋ ਹੁਣ ਪੱਕੇ ਚੁੱਲ੍ਹੇ, ਗੈਸ ਵਾਲੇ ਚੁੱਲ੍ਹੇ ਆ, ਚੁੱਲ੍ਹਾ ਸਾਫ਼ ਕਰਨਾ। ਬਿਲਕੁਲ ਜੀ। ਸਾਫ਼ ਕਰਕੇ ਥੱਲੇ ਕੋਈ ਕੱਪੜਾ ਵਿਛਾ ਕੇ ਜਿੱਥੇ ਤੁਸੀਂ ਖਲੋਣਾ ਆ ਉੱਥੇ ਫਿਰ ਸਤਿ ਕਰਤਾਰ ਕਹਿ ਕੇ ਦੇਗ ਸ਼ੁਰੂ ਕਰਨੀ ਆ। ਫਿਰ ਮਹਾਰਾਜ ਸਾਹਿਬ ਦਾ ਨਾਮ ਜਪਣਾ ਤੇ ਲਾਗੇ ਉਹ ਪਹਿਲਾਂ ਹੀ ਚਾਹਣੀ ਜਿਹੜੀ ਬਣਾ ਕੇ ਰੱਖ ਲੈਣੀ। ਇਹ ਨਹੀਂ ਵੀ ਖੰਡ ਤੇ ਪਾਣੀ ਇਕੱਠੇ ਪਾ ਦੇਣਾ, ਕਹਿਣਾ ਚਾਹਣੀ ਬਣ ਗਈ, ਏਦਾਂ ਕੜਾਹ ਪ੍ਰਸ਼ਾਦ ਨਹੀਂ ਬਣਦਾ। ਜੀ। ਉਹ ਜਦੋਂ ਕੜਾਹ ਪ੍ਰਸ਼ਾਦ ਤਿਆਰ ਹੋ ਜਾਣਾ ਆ
ਜਿਹੜਾ ਉਹ ਕੜਾਹ ਪ੍ਰਸ਼ਾਦ ਤਿਆਰ ਹੋ ਗਿਆ, ਠੰਡਾ ਇੱਥੇ ਹੀ ਕਰਨਾ ਜਿੱਥੇ ਤੁਸੀਂ ਬਣਾਇਆ। ਠੀਕ ਹੈ ਜੀ। ਉਹਨੂੰ ਕਰਕੇ ਗੁਰੂ ਕੀ ਹਜ਼ੂਰੀ ਲੈ ਜਾਣਾ, ਜਾ ਕੇ ਪੱਖਾ ਲਾ ਦੇਣਾ, ਕੋਲ 40 ਪੌੜੀਆਂ ਆਨੰਦ ਸਾਹਿਬ ਦੀਆਂ ਕਰਨੀਆਂ ਬੈਠ ਕੇ। ਵਾਹਿਗੁਰੂ। ਆਨੰਦ ਸਾਹਿਬ ਦੀਆਂ 40 ਪੌੜੀਆਂ ਹੋ ਗਈਆਂ। ਫਿਰ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਣਾ ਆ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਬਿਲਕੁਲ। ਜਿਹੜਾ ਪ੍ਰਵਾਨ ਸ਼ਬਦ ਅਸੀਂ ਕਹਿੰਦੇ ਆ, ਉਹਦਾ ਮਤਲਬ ਇਹ ਹੁੰਦਾ ਵੀ ਪ੍ਰਵਾਨ ਕਰ ਲਓ ਪਰ ਖਾਓ ਨਾ। ਉਹ ਬੜੇ ਸਿਆਣੇ ਹੋ ਗਏ ਨਾ ਹੁਣ ਸਿੱਖ ਵੀ, ਕੋਈ ਨਹੀਂ ਗੁਰੂ ਖਾਵੇ ਨਾ ਖਾਵੇ, ਅਸੀਂ ਤੇ ਖਾ ਹੀ ਲੈਣਾ, ਅਸੀਂ ਨਹੀਂ ਛੱਡਣਾ। ਜੀ 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 ਜੀ। ਏਦਾਂ ਨਹੀਂ, ਪ੍ਰਵਾਨ ਦਾ ਮਤਲਬ ਹੁੰਦਾ ਪ੍ਰਵਾਨ ਕਰੋ। ਜੇ ਹੁਣ ਕੋਈ ਕਵੇ ਵੀ ਗੁਰੂ ਕਿਹੜਾ ਖਾਂਦਾ, ਮਤਲਬ ਖਾਂਦਾ ਨਹੀਂ, ਤੇ ਫਿਰ ਗੁਰੂ ਸੁਣਦਾ ਵੀ ਨਹੀਂ। ਵਾਹਿਗੁਰੂ। ਇੱਕ ਚੀਜ਼ ਨਾ ਬੰਦ ਕਰੀਏ ਜਾਂ ਸਾਰੀਆਂ ਚੀਜ਼ਾਂ ਬੰਦ ਕਰੀਏ। ਰੋਜ਼ ਆਪਾਂ ਅਰਦਾਸ ਕਰਦੇ ਹਾਂ, ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ, ਤੇ ਫਿਰ ਅਰਦਾਸ ਕਾਹਤੋਂ ਕਰਦੇ ਆ? ਉਹ ਕਿਹੜਾ ਸੁਣਦਾ ਹੈ? ਜੀ। ਇਹ ਤਾਂ ਕੁਝ ਵੀ ਨਹੀਂ ਗਾ। ਨਹੀਂ, ਗੁਰੂ ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਉਹ ਸੁਣਦਾ ਵੀ ਆ, ਉਹ ਵੇਖਦਾ ਵੀ ਆ, ਉਹ ਤੁਹਾਨੂੰ ਸਾਰੇ ਤੁਹਾਡੇ ਦਿਲਾਂ ਦੀ ਜਾਣਦਾ। ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਤੇ ਭਲੇ ਬੁਰੇ ਕੀ ਪੀਰ। ਵਾਹਿਗੁਰੂ ਵਾਹਿਗੁਰੂ। ਜੀ ਜੀ ਜੀ। ਉਹ ਹੈ ਉਹ ਬੜੀ ਨੇੜੇ ਆ, ਬਹੁਤਾ ਨੇੜੇ ਆ, ਤੁਹਾਡੇ ਹੱਥਾਂ ਨੂੰ ਵੀ ਨੇੜੇ ਆ। ਜੀ ਜੀ ਜੀ। ਇੱਥੇ ਆਪਾਂ ਇੱਕ ਛੋਟੀ ਜਿਹੀ ਬੇਨਤੀ ਨਾਲ ਨਾਲ ਕਰਦੇ ਚੱਲੀਏ। ਖਾਸ ਕਰ ਮੇਰੀਆਂ ਭੈਣਾਂ ਨੂੰ ਇਹ ਬੇਨਤੀ ਆ ਕਿ ਭੈਣੋ, ਜਦੋਂ ਆਪਾਂ ਇਹ ਤੇ ਕੜਾਹ ਪ੍ਰਸ਼ਾਦ ਦੀ ਦੇਗ ਦੀ ਭਾਈ ਸਾਹਿਬ ਜੀ ਹੁਣੀ ਵਿਚਾਰ ਕਰ ਰਹੇ, ਜਦੋਂ ਘਰ ਦੇ ਵਿੱਚ ਆਪਾਂ ਉੱਦਾਂ ਵੀ ਦਾਲ ਪ੍ਰਸ਼ਾਦਾ ਬਣਾਉਂਦੇ ਹਾਂ, ਅਤੇ ਜਰਾ ਕੁ ਇੱਕ ਪ੍ਰੈਕਟੀਕਲ ਕਰਕੇ ਦੇਖਿਓ ਭੈਣੋ। ਨਾਲ ਨਾਲ ਆਪਾਂ ਗੁਰੂ ਦੀ ਬਾਣੀ ਪੜ੍ਹੀਏ, ਵਾਹਿਗੁਰੂ ਦਾ ਸਿਮਰਨ ਕਰੀਏ, ਅਤੇ ਪ੍ਰਸ਼ਾਦਾ ਜਿਹੜਾ ਘਰ ਦੇ ਹਾਲਾਤ ਬਦਲ ਦਿੰਦਾ। ਜਿੱਥੇ ਆਪਾਂ ਇੱਕ ਦੂਜੇ ਨਾਲ ਅੱਜ ਈਰਖਾ ਵਸ ਹੋ ਕੇ ਦੋ ਭਰਾਵਾਂ ਦੀ ਆਪਸ ਵਿੱਚ ਨਹੀਂ ਬਣਦੀ, ਭੈਣਾਂ ਦੀ ਆਪਸ ਵਿੱਚ ਨਹੀਂ ਬਣਦੀ, ਜੇ ਪ੍ਰਸ਼ਾਦੇ ਪਾਣੀ ਦੇ ਥਰੂ ਜਿਹੜਾ ਤੁਸੀਂ ਬਣਾਉਂਦੀਆਂ ਜਦੋਂ, ਉਦੋਂ ਮਹਾਰਾਜ ਸਾਹਿਬ ਦਾ ਜਿਹੜਾ ਧਿਆਨ ਧਰ ਕੇ ਪ੍ਰਸ਼ਾਦਾ ਪਾਣੀ ਤਿਆਰ ਕਰੋ, ਤਾਂ ਦੇਖਿਓ ਕਿੰਨਾ ਆਪਾਂ ਨੂੰ ਜਿਹੜਾ ਹੈਗਾ ਉਹ ਸੁੱਖ ਸ਼ਾਂਤੀ ਘਰ ਦੇ ਵਿੱਚ ਪਸਰਦੀ ਆ। ਸੋ ਇਹ ਕੀਤੇ ਦਾ ਬੋਲਿਆਂ ਦਾ ਇੱਥੇ ਤਾਂ ਹੀ ਫਾਇਦਾ ਜੇ ਆਪਾਂ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਕਰਕੇ ਦੇਖੀਏ। ਸੋ ਆਪਾਂ ਆਮ ਜਿਹੜੀਆਂ ਜਦੋਂ ਪ੍ਰੈਕਟੀਕਲ ਆਪਾਂ ਸਾਰਾ ਦਿਨ ਕਰਦੇ ਹਾਂ, ਨਹੀਂ ਭਾਈ ਉਹਨੂੰ ਛੱਡੀਏ, ਜਿਹੜੀ ਗੁਰੂ ਦੀ ਮੱਤ ਹੈ ਉਹਦਾ ਪ੍ਰੈਕਟੀਕਲ ਘਰਾਂ ਦੇ ਵਿੱਚ ਕਰੀਏ। ਜੀ ਬਾਬਾ ਜੀ। ਦੇਖੋ, ਬੜੀ ਪਿਆਰੀ ਗੱਲ ਤੁਸੀਂ ਵਿੱਚ ਕਹੀ ਭਾਈ ਮਲਕੀਤ ਸਿੰਘ ਜੀ, ਬੜੀ ਚੰਗੀ ਲੱਗੀ, ਸ਼ਾਬਾਸ਼ ਹੈ। ਇਹ ਰਸੋਈ ਜਿਹੜੀ ਹੈ ਨਾ, ਰਸੋਈ ਦੇ ਵਿੱਚੋਂ ਸਾਨੂੰ ਝੂਠ ਕੱਢਣਾ ਪਊਗਾ। ਬਿਲਕੁਲ ਜੀ। ਜੇ ਤੁਸੀਂ ਆਪਣੇ ਜੀਵਨ ਵਿੱਚ ਸੱਚ ਲਿਆਉਣਾ ਚਾਹੁੰਦੇ ਆ, ਤੇ ਰਸੋਈ ਚੋਂ ਝੂਠ ਤੇ ਝੂਠ ਕੱਢ ਦਿਓ। ਜੀ ਜੀ ਜੀ। ਸਾਡਾ ਹਿਰਦਾ ਰੂਪੀ ਰਸੋਈ ਆ ਨਾ, ਇਹਦੇ ਵਿੱਚ ਝੂਠ ਤੇ ਝੂਠ ਆ। ਬਿਲਕੁਲ ਬਿਲਕੁਲ ਜੀ। ਜਦੋਂ ਹਿਰਦੇ ਰੂਪੀ ਰਸੋਈ ਚੋਂ ਝੂਠ ਤੇ ਝੂਠ ਨਿਕਲ ਗਈ, ਆਪਣੇ ਆਪ ਸਾਡੇ ਜੀਵਨ ਵਿੱਚ ਸੱਚ ਆ ਜਾਵੇਗਾ। ਵਾਹਿਗੁਰੂ ਜੀ। ਬਿਲਕੁਲ। ਬੜਾ ਅਤੀ ਜ਼ਰੂਰੀ ਆ। ਜੇ ਅਸੀਂ ਕਲੇਸ਼ ਕਰਦਿਆਂ ਹੋਇਆਂ ਭੋਜਨ ਤਿਆਰ ਕਰਦੇ ਹਾਂ, ਤੇ ਭੋਜਨ ਤੇ ਉਹ ਅਸਰ ਪੈਂਦਾ ਹੈ। ਜੀ ਬਿਲਕੁਲ। ਜਦੋਂ ਅਸੀਂ ਕਦੇ ਵੀ ਲੰਗਰ ਵਿੱਚ ਬੈਠਦੇ ਹਾਂ, ਤੇ ਅਸੀਂ ਕਹਿੰਦੇ ਹਾਂ ਆਹ ਆਨੰਦ ਸਾਨੂੰ ਕਿਤੇ ਨਹੀਂ ਆਉਂਦਾ, ਬਲਕਿ ਬਾਦਸ਼ਾਹ ਅਕਬਰ ਨੇ ਕਹਿ ਦਿੱਤਾ ਸੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਵੀ, ਮੇਰੇ ਪਤਾ ਨਹੀਂ ਕਿੰਨੇ ਪ੍ਰਕਾਰ ਦਾ ਕਬਾਬ ਪੱਕਦਾ ਵਾ ਮੇਰੀ ਰਸੋਈ 'ਚ, ਪਰ ਜੋ ਆਨੰਦ ਮੈਨੂੰ ਆ ਤੱਪੜ ਤੇ ਬੈਠ ਕੇ ਦਾਲ ਤੇ ਪ੍ਰਸ਼ਾਦੇ ਨਾਲ ਆਇਆ, ਮੈਨੂੰ ਜੀਵਨ 'ਚ ਕਦੀ ਨਹੀਂ ਆਇਆ। ਤੇ ਬਾਬੂ ਨੇ ਬੜੇ ਪਿਆਰ ਨਾਲ ਕਿਹਾ ਸੀ, ਕਹਿੰਦੇ ਬਾਦਸ਼ਾਹ, ਤੇਰੇ ਜਿਹੜਾ ਰਸ ਆ ਨਾ, ਉਹ ਪੈਸਿਆਂ ਦਾ ਰਸ ਆ, ਮਾਇਆ ਦਾ ਰਸ ਆ। ਇੱਥੇ ਪ੍ਰੇਮ ਦਾ ਰਸ ਆ। ਪ੍ਰੇਮ ਨਾਲ ਹੀ ਲਿਆਉਂਦੇ ਆ, ਪ੍ਰੇਰਨਾ ਹੀ ਪਕਾਉਂਦੇ ਆ, ਪ੍ਰੇਮ ਨਾਲ ਹੀ ਸਿਖਾਉਂਦੇ ਆ, ਤੇ ਪ੍ਰੇਮ ਨਾਲ ਹੀ ਛਕਦੇ ਆ। ਪ੍ਰੇਮ ਰਸ ਆ, ਮਾਇਆ ਰਸ ਨਹੀਂ ਆ। ਬਿਲਕੁਲ ਬਿਲਕੁਲ ਜੀ। ਸੋ ਇਹ ਸਾਡੀਆਂ ਭੈਣਾਂ ਦੇ ਹੱਥ ਦੇ ਵਿੱਚ ਆ, ਪਰਿਵਾਰ ਨੂੰ ਕਿਵੇਂ ਆਪਾਂ ਕਿਹੜੀ ਲੀਹ ਦੇ ਉੱਤੇ ਤੋਰਨਾ ਆ। ਜੀ। ਕਿਉਂਕਿ ਪ੍ਰੇਮ ਰਸ ਪੈਦਾ ਕਰਨਾ, ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਖੂਬ ਖਾਨਾ ਖਿਚੜੀ, ਜਾਮੇ ਅੰਮ੍ਰਿਤ ਲੂਣ, ਤੇਰਾ ਰੋਟੀ ਕਾਰਨੇ ਗਲਾ ਘਟਾਵੇ ਕੌਣ। ਵਾਹਿਗੁਰੂ। ਪ੍ਰੇਮ ਰਸ ਪਾਈਏ ਉਸ ਭੋਜਨ ਵਿੱਚ, ਉਹ ਭੋਜਨ ਸਾਡੇ ਘਰ ਔਸ਼ਧੀ ਬਣ ਜਾਵੇਗਾ। ਕਿਉਂਕਿ ਨਾਮ ਜਪਦਿਆਂ ਸਾਨੂੰ ਬਣਾਉਣਾ ਚਾਹੀਦਾ, ਨਾਮ ਜਪਦਿਆਂ ਸਾਨੂੰ ਛਕਣਾ ਚਾਹੀਦਾ। ਬਿਲਕੁਲ ਬਿਲਕੁਲ ਜੀ। ਔਰ ਇਹ ਭੁਲੇਖਾ ਕਰ ਦੇਣਾ ਚਾਹੀਦਾ ਵੀ ਇਹਦੇ ਵਿੱਚ ਕੋਈ ਸਾਡੀ ਮਿਹਨਤ ਆ, ਅਸੀਂ ਕਰਕੇ ਲੈ ਆਉਂਦੇ ਆ, ਜਾਂ ਆਪੇ ਧਰਤੀ ਆਪੇ ਹੈ ਰਾਹ, ਇੱਕ ਆਪ ਜਮਾਵੇ ਕੀ ਸਾਵੇ। ਵਾਹਿਗੁਰੂ ਜੀ। ਕਹਿੰਦੇ ਇਹਦੇ ਤੂੰ ਭੁਲੇਖਾ ਕੱਢਦੇ ਵੀ ਤੂੰ ਮਤਲਬ ਕੋਈ ਕਮਾ ਕੇ ਲੈ ਕੇ ਆ ਰਿਹਾ, ਜਾਂ ਤੂੰ ਮਤਲਬ ਤੂੰ ਬਣਾ ਰਿਹਾ, ਜਾਂ ਤੇਰਾ ਦਿੱਤਾ ਤੈਨੂੰ ਮਿਲ ਰਿਹਾ। ਜੀ। ਇਹ ਮਾਰੇ ਕਹਿੰਦੇ ਤੂੰ ਭੁਲੇਖਾ ਕੱਢਦੇ, ਪ੍ਰਮਾਤਮਾ ਸੱਚੇ ਪਾਤਸ਼ਾਹ ਦਾ ਹੀ ਆਪਾਂ ਸਾਰੇ ਖਾ ਰਹੇ। ਬਿਲਕੁਲ ਜੀ। ਤੇ ਉਹਦੇ ਖਾ ਰਹੇ। ਜੀ।
ਇਸ ਕਰਕੇ ਸਾਨੂੰ ਤਾਂ ਅਰਦਾਸ ਕਰਨੀ ਚਾਹੀਦੀ ਹੈ ਵੀ ਆਪੇ ਧਰਤੀ ਆਪੇ ਹੈ ਰਾਹਿਕ, ਆਪ ਜਮਾਵੇ ਪਿਛਾਵੇ, ਆਪ ਪਕਾਵੇ, ਆਪ ਭਾਂਡੇ ਦੇ ਪਰੋਸੇ, ਆਪੇ ਹੀ ਬਹਿ ਖਾਵੇ। ਵਾਹਿਗੁਰੂ ਜੀ। ਆਪੇ ਜਲ ਆਪੇ ਦੇ ਸਿੰਘਾ, ਵਾਹਿਗੁਰੂ। ਆਪੇ ਚੁਣੀ ਭਰਾਵੇ। ਕਹਿੰਦੇ ਆਪੋ ਸਿੰਘਾ ਆਪਾਂ ਦੰਦਾਂ 'ਚ ਨਹੀਂ ਮਾਰਦੇ। ਜੀ 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 ਜਦੋਂ ਪ੍ਰਸ਼ਾਦਾ ਬਜ਼ੁਰਗ ਛਕ ਲੈਂਦੇ ਆ, ਜੀ 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 ਬਿਲਕੁਲ। ਉਹਦੇ ਵਿੱਚ ਦੰਦਾਂ 'ਚ ਮਾਰ ਕੇ ਤੇ ਦੰਦਾਂ ਵਿੱਚੋਂ ਫਸਿਆ ਹੋਇਆ ਭੋਜਨ ਕੱਢਦੇ ਆ। ਜੀ ਜੀ ਹਾਂਜੀ ਹਾਂਜੀ। ਮਾਰੇ ਕਹਿੰਦੇ ਆਪੇ ਜਲ ਆਪੇ ਦੇ ਸਿੰਘਾ, ਆਪੇ ਚੂੜੀ ਭਰਾਵੇ, ਆਪੇ ਸੰਗਤ ਸਦ ਬਹਾਲੇ, ਆਪੇ ਵਿਦਾ ਕਰਾਵੇ। ਵਾਹਿਗੁਰੂ ਵਾਹਿਗੁਰੂ, ਬੜੀ ਵੱਡੀ ਗੱਲ ਹੈ। ਉਹ ਆਪ ਹੀ ਸੰਗਤ ਨੂੰ ਸੱਦ ਕੇ ਬਿਠਾਉਂਦਾ ਹੈ ਤੇ ਆਪੇ ਹੀ ਵਿਦਾ ਕਰ ਦਿੰਦਾ ਹੈ। ਵਾਹਿਗੁਰੂ। ਇਸ ਤੋਂ ਵੱਧ ਹੁਣ ਕਿਹੜੀ ਗੱਲ ਰਹਿ ਜਾਂਦੀ ਹੈ? ਦੱਸੋ ਕੋਈ ਗੱਲ ਰਹਿ ਗਈ? ਜਿਸ ਨੂੰ ਕਿਰਪਾਲ ਹੋਵੇ ਹਰ ਆਪੇ, ਤਿਸ ਨੂੰ ਹੁਕਮ ਮਨਾਵੇ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਜੀ ਬਿਲਕੁਲ। ਜਿਸ ਤੇ ਪ੍ਰਭੂ ਦਿਆਲੂ ਹੁੰਦਾ ਹੈ ਉਸ ਨੂੰ ਆਪਣੀ ਰਜਾ ਮਿੱਠੀ ਕਰਕੇ ਮਨਾ ਲੈਂਦਾ ਹੈ ਉਹ ਵਾਹਿਗੁਰੂ। ਇਸ ਤੋਂ ਅੱਗੇ ਬੋਲ ਮੁੱਕ ਜਾਂਦੇ ਨੇ ਜੀ। ਹਾਂਜੀ, ਕਿਉਂਕਿ ਆਪੇ ਧਰਤੀ ਹੈ ਨਾ, ਆਪੇ ਹੈ ਰਾਹਿਕ, ਆਪ ਜਮਾਵੇ ਪਿਛਾਵੇ। ਜੀ। ਪ੍ਰਭੂ ਨੇ ਆਪੇ ਇਹ ਧਰਤੀ ਪੈਦਾ ਕੀਤੀ, ਆਪੇ ਵਾਹੁੰਦਾ ਹੈ, ਆਪੇ ਬੀਜਦਾ, ਆਪੇ ਉਗਾਉਂਦਾ ਹੈ, ਆਪੇ ਪੀਂਦਾ, ਉਹਨੂੰ ਆਪ ਹੀ ਪਕਾਉਂਦਾ ਹੈ, ਆਪ ਹੀ ਭਾਂਡੇ ਦਿੰਦਾ ਹੈ ਤੇ ਆਪ ਹੀ ਪਰੋਸ ਕੇ ਆਪੇ ਬਹਿ ਕੇ ਖਾਂਦਾ, ਕਿਉਂਕਿ ਉਹ ਸਾਡੇ ਤੋਂ ਬਾਹਰ ਥੋੜੀ ਹੈ ਜੀ। ਉਹ ਸਾਡੇ ਵਿੱਚ ਹੀ ਬੈਠਾ ਹੋਇਆ। ਜੀ ਜੀ ਜੀ। ਉਹ ਆਪਣੇ ਵਿਚਾਰ ਕਰ ਰਹੇ ਸੀ ਕਿ ਰਸੋਈ ਨੂੰ ਸਾਫ਼ ਕਰਕੇ ਜਿੱਥੇ ਗੁਰੂ ਕੀ ਦੇਗ ਬਣਾਉਣੀ ਆ, ਉੱਥੇ ਦੂਜੀ ਗੱਲ ਕੋਈ ਹੋਣੀ ਨਹੀਂ ਚਾਹੀਦੀ, ਕੇਵਲ ਤਾਂ ਕੇਵਲ ਗੁਰੂ ਕੀ ਮਰਜ਼ਾਦਾ ਪਾਲੀ ਜਾਵੇ। ਜੀ। ਤੇ ਕਰ ਇਸ਼ਨਾਨ ਪਵਿੱਤਰ ਹੋਏ ਬਹਿ, ਵਾਹਿਗੁਰੂ ਬਿਨਾਂ ਵਰਨਾ ਕਹਿ। ਜੀ। ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਜਪਜੀ ਸਾਹਿਬ ਦੇ ਪਾਠ ਤੋਂ ਬਿਨਾਂ, ਵੈਸੇ ਗੁਰਮੁਖਾਂ ਦੀ ਮਰਜ਼ਾਦਾ ਇਹ ਆ ਵੀ ਜਦੋਂ ਅਸੀਂ ਘਿਓ ਚ ਆਟਾ ਪਾ ਦਿੰਦੇ, ਜਪਜੀ ਸਾਹਿਬ ਦੀ ਸਮਾਪਤੀ ਤੱਕ ਜਿੰਨੀ ਨਾਮ ਧਿਆਇਆ ਗੈਮ ਸਰਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ, ਨਾਲ ਤੇ ਆਟਾ ਜਿਹੜਾ ਭੁੱਜ ਜਾਂਦਾ ਵਾ ਉਹਦੇ ਵਿੱਚ ਇੱਕ ਬੜੀ ਪਿਆਰੀ ਵਾਸ਼ਨਾ ਖੁਸ਼ਬੂ ਨਿਕਲਦੀ ਹੈ। ਵਾਹਿਗੁਰੂ ਜੀ। ਇਹਦਾ ਵੀ ਇੱਕ ਕਾਰਨ ਸੀਗਾ ਭਾਈ ਮਲਕੀਤ ਸਿੰਘ ਜੀ, ਇੱਕ ਮਿੰਟ ਮੈਂ ਕਹਿ ਦਿੰਦਾ। ਜੀ ਜੀ। ਸਾਡੇ ਵੱਡੇ ਵਡੇਰੇ ਘਰਾਂ 'ਚ ਦੇਗ ਬਣਾਉਂਦੇ ਹੁੰਦੇ ਸੀ ਜਦੋਂ ਸੰਕਰਾਂਤ ਦਾ ਦਿਨ ਹੁੰਦਾ ਸੀ ਜਾਂ ਗੁਰੂ ਦਾ ਗੁਰਪੁਰਬ ਹੁੰਦਾ ਸੀ। ਜੀ। ਉਹਦਾ ਇੱਕ ਕਾਰਨ ਹੁੰਦਾ ਸੀ, ਕਿਉਂਕਿ ਜਿਹੜੀ ਕੜਾਹ ਪ੍ਰਸ਼ਾਦ ਦੀ ਤਿਆਰੀ ਹੁੰਦੀ ਆ ਨਾ, ਜਦੋਂ ਆਟਾ ਭੁੱਜ ਕੇ ਘਿਓ ਵਿੱਚ ਆਟਾ ਭੁੱਜਦਾ ਆ ਤਾਂ ਉਹਦੇ ਵਿੱਚੋਂ ਇੱਕ ਵਾਸ਼ਨਾ, ਇੱਕ ਸਮੈਲ ਨਿਕਲਦੀ ਆ। ਜੀ। ਉਹ ਸਮੈਲ ਤੁਹਾਡੇ ਚੌਥੇ ਕੀ 10ਵੇਂ ਘਰ ਤੱਕ ਦੱਸ ਦੂਗੀ ਕਿ ਕਿਸੇ ਦੇ ਘਰ ਕੜਾਹ ਪ੍ਰਸ਼ਾਦ ਦੀ ਦੇਗ ਬਣਦੀ। ਵਾਹਿਗੁਰੂ ਜੀ। ਤੇ ਜਿਹੜੇ ਮਹਾਂਪੁਰਖ ਹੁੰਦੇ ਨੇ, ਪਿਆਰੇ ਹੁੰਦੇ ਨਾ, ਪਵਿੱਤਰ ਆਤਮਾ ਵਾਲੇ, ਉਹ ਕਹਿੰਦੇ ਨੇ ਕਿ ਜਿਹੜੀਆਂ ਪਵਿੱਤਰ ਆਤਮਾ ਨੇ ਉਹ ਇਸ ਵਾਸ਼ਨਾ ਨੂੰ ਛਕਦੀਆਂ ਨੇ। ਵਾਹਿਗੁਰੂ ਜੀ। ਉਸ ਵਾਸ਼ਨਾ ਦਾ, ਉਹਦੇ ਵਰਗੀ ਵਾਸ਼ਨਾ ਤੁਸੀਂ ਕਿੱਡੇ ਤੋਂ ਕਿੱਡਾ ਮਹਿੰਗੇ ਤੋਂ ਮਹਿੰਗਾ ਪਰਫਿਊਮ ਵੀ ਖਰੀਦ ਲਓ, ਉਹਦੇ ਵਰਗੀ ਵਾਸ਼ਨਾ ਸੁਗੰਧੀ ਤੁਹਾਨੂੰ ਬਾਜ਼ਾਰ ਵਿੱਚੋਂ ਨਹੀਂ ਮਿਲ ਸਕਦੀ। ਜੀ। ਵਾਹਿਗੁਰੂ। ਕਹਿੰਦੇ ਉਹ ਫਿਰ ਪਵਿੱਤਰ ਆਤਮਾ ਜਿਹੜੀਆਂ ਨੇ ਉਹ ਉਸ ਨੂੰ ਛਕਦੀਆਂ ਨੇ ਤੇ ਘਰ ਦਾ ਵਾਤਾਵਰਨ ਜਿਹੜਾ ਹੈ ਨਾ ਉਹ ਪਵਿੱਤਰਤਾ ਵਿੱਚ ਬਦਲ ਜਾਂਦਾ ਹੈ। ਬਿਲਕੁਲ ਜੀ। ਕਿਉਂ ਕੁਦਰਤੀ ਹੁੰਦਾ, ਜੇ ਹੁਣ ਆਪਾਂ ਘਰੇ ਅਖੰਡ ਪਾਠ ਸਾਹਿਬ ਰਖਾਉਣੇ ਆ ਤੇ ਸਾਨੂੰ ਚਾਅ ਹੁੰਦਾ ਆ, ਅਸੀਂ ਟੀਵੀ ਬੰਦ ਕਰ ਦਿੰਦੇ ਆ, ਇਹ ਆਪਾਂ ਅੱਗੇ ਜਾ ਕੇ ਬੋਲਾਂਗੇ, ਉਹ ਮਾਹੌਲ ਚਾਹ ਜਿਹੜਾ ਘਰ ਦਾ ਹੈ ਵਧੀਆ ਰੂਪ ਵਿੱਚ ਧਰਮਸ਼ਾਲਾ ਵਾਲਾ ਬਣ ਜਾਂਦਾ ਹੈ। ਬਿਲਕੁਲ ਜੀ। ਤੇ ਜਦੋਂ ਅਸੀਂ ਦੇਗ ਬਣਾ ਰਹੇ ਹੋਵਾਂਗੇ, ਸਾਰੇ ਲਾਗੇ ਖੜੇ ਹੋਣਗੇ, ਹੱਥ ਜੋੜ ਕੇ ਕੋਈ ਵਾਹਿਗੁਰੂ ਕਹਿ ਰਿਹਾ ਹੋਵੇਗਾ, ਕੋਈ ਬਾਣੀ ਪੜ੍ਹ ਰਿਹਾ ਹੋਵੇਗਾ ਤੇ ਸਾਨੂੰ ਚਾਅ ਹੋਵੇਗਾ ਵੀ ਅਸੀਂ ਕੜਾਹ ਪ੍ਰਸ਼ਾਦ ਬਣਾ ਰਹੇ। ਉਹਦੇ ਬਾਵਜੂਦ ਅਸੀਂ ਆਪਣੀ ਰਸੋਈ ਵਿੱਚ ਮਾਸ ਮੱਛੀ ਦੇ ਰਹੇ ਹਾਂ, ਉਹਦੇ ਵਿੱਚੋਂ ਵੀ ਇੱਕ ਸਮੈਲ ਨਿਕਲਦੀ ਹੈ, ਜਿਹਨੂੰ ਖਾਣ ਵਾਲੇ ਵੀ ਉਦਾਂ ਦੇ ਲੋਕ ਹੁੰਦੇ ਨੇ। ਜੀ ਬਿਲਕੁਲ ਬਿਲਕੁਲ ਜੀ। ਜਦੋਂ ਉਹਨੂੰ ਛਕਦੇ ਨੇ ਤੇ ਘਰ ਦਾ ਮਾਹੌਲ ਤੁਸੀਂ ਆਪ ਸਿਆਣੇ ਹੋ ਕਿਹੋ ਜਿਹਾ ਬਣੂਗਾ, ਦੇਵਤਿਆਂ ਦਾ ਬਣੂਗਾ ਕਿ ਦੈਂਤਾਂ ਦਾ ਬਣੂਗਾ। ਬਿਲਕੁਲ ਬਿਲਕੁਲ ਜੀ। ਇਸੇ ਲਈ ਮਹਾਰਾਜ ਕਹਿੰਦੇ ਭਾਈ ਰਸੋਈ ਠੀਕ ਕਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਵਾਹਿਗੁਰੂ ਵਾਹਿਗੁਰੂ ਜੀ। ਤੋ ਜਦੋਂ ਫਿਰ ਭੋਗ ਦੀ ਸਮਾਪਤੀ ਹੋਵੇ ਕਿ ਆਨੰਦ ਸਾਹਿਬ ਦੀਆਂ 40 ਪੌੜੀਆਂ ਹੋ ਗਈਆਂ, ਕੜਾਹ ਪ੍ਰਸ਼ਾਦ ਨੂੰ ਭੋਗ ਲੱਗ ਗਿਆ ਜੀ, ਤੇ ਫਿਰ ਪੰਜਾਂ ਸਿੰਘਾਂ ਦਾ ਜਿਹੜਾ ਸੰਦਾ ਕੱਢ ਕੇ ਜਦੋਂ ਗੁਰੂ ਕੀ ਸੰਗਤ ਵਿੱਚ ਦੇਗ ਵਰਤਾਈ ਜਾਵੇ ਤੇ ਸੱਤ ਕਰਤਾਰ ਕਰਕੇ ਦੇਗ ਦੋਵੇਂ ਹੱਥ ਉੱਚੇ ਕਰਕੇ ਪਾਠੀ ਸਿੰਘ
ਸਿੰਘਾਂ ਪਾਸੋਂ, ਸੇਵਾਦਾਰਾਂ ਪਾਸੋਂ ਪ੍ਰਾਪਤ ਕੀਤੀ ਜਾਵੇ। ਜੀ ਤੇ ਇਹਦੇ ਵਿੱਚ ਇੱਕ ਬੇਨਤੀ ਹੋ ਰਿਹਾ ਵੀ ਕਈ ਅੱਜ ਅਪਗ੍ਰੇਡ ਇਹ ਕਹਿਣ ਲੱਗ ਪਿਆ ਵੀ ਇਹ ਤਾਂ ਸ਼ੂਗਰ ਹੁੰਦੀ ਹੈ, ਇਹਦੇ ਵਿੱਚ ਸ਼ੂਗਰ ਹੋ ਜਾਂਦੀ ਆ। ਜੀ ਸ਼ੂਗਰ ਹੁੰਦੀ ਆ, ਕੜਾਹ ਪ੍ਰਸ਼ਾਦ ਵਿੱਚ ਸ਼ੂਗਰ ਨਹੀਂ ਹੁੰਦੀ, ਕਿਉਂਕਿ ਕੜਾਹ ਪ੍ਰਸ਼ਾਦ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਇਹ ਪਾਤਰ ਆ, ਇਹ ਇੱਕ ਔਸ਼ਧੀ ਆ। ਕੜਾਹ ਪ੍ਰਸ਼ਾਦ ਦੇ ਵੱਡੇ ਗੁਣ ਨੇ, ਕੁਝ ਮੈਨੂੰ ਪਤਾ ਨੇ, ਕੁਝ ਸੰਗਤਾਂ ਗੁਰੂ ਪਿਆਰੀਆਂ ਜਿਹੜੀਆਂ ਸੁਣ ਰਹੀਆਂ ਉਹਨਾਂ ਨੂੰ ਵੀ ਪਤਾ ਹੋਵੇਗਾ। ਮੈਂ ਫਾਈਨਲ ਨਹੀਂ ਕਹਿੰਦਾ, ਪਰ ਜਿੰਨਾ ਮੈਨੂੰ ਪਤਾ ਮੈਂ ਦੱਸ ਦਿੰਦਾ। ਜੀ ਪਹਿਲਾ ਗੁਣ ਆ ਕੜਾਹ ਪ੍ਰਸ਼ਾਦ ਦਾ, ਇਸ ਨੂੰ 5 ਸਾਲ ਦਾ ਬੱਚਾ ਤੇ 95 ਸਾਲ ਦਾ ਬੁੱਢਾ ਛਕ ਸਕਦਾ, ਇਸ ਨੂੰ ਜਿੱਤਣ ਦੀ ਲੋੜ ਨਹੀਂ ਹੈ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਜੀ, ਕਿਸੇ ਵੀ ਉਮਰ ਦੇ ਵਿੱਚ ਛਕਿਆ ਜਾ ਸਕਦਾ ਜੀ, ਕਿਸੇ ਵੀ ਉਮਰ ਵਿੱਚ ਛਕਿਆ ਜਾ ਸਕਦਾ ਆ, ਇਹਨੂੰ ਕੋਈ ਵੀ ਛਕ ਸਕਦਾ ਆ, ਇਸ ਨੂੰ ਇਹ ਔਸ਼ਧੀ ਆ। ਬਿਲਕੁਲ ਜੀ ਬਿਲਕੁਲ। ਮੇਰਾ 1.25 ਸਾਲ ਦਾ ਬਚੰਗੀ ਜੀ ਬੜੇ ਸ਼ੌਂਕ ਨਾਲ ਛਕਦਾ ਹੁੰਦਾ। ਹਾਂ, ਦੂਸਰਾ ਗੁਣ ਇਹ ਇਕੱਠਾ ਹੁੰਦਾ ਤੇ ਸਾਡੇ ਪਰਿਵਾਰ ਨੂੰ ਇਕੱਠਿਆਂ ਰੱਖਦਾ ਆ। ਵਾਹਿਗੁਰੂ ਬਿਲਕੁਲ ਜੀ। ਤੀਸਰਾ ਗੁਣ ਇਹ 5 ਤੱਤਾਂ ਤੋਂ ਬਣਦਾ ਆ ਤੇ ਸਾਡੀ ਬਾਡੀ ਵਿੱਚ 5 ਤੱਤ ਨੇ। 5 ਤੱਤ ਕਰ ਸ੍ਰੇਸ਼ਟ ਸਭ ਸਾਜੀ। ਵਾਹਿਗੁਰੂ ਜੀ। ਸਾਡੇ ਸਰੀਰ ਵਿੱਚ 5 ਤੱਤ ਨੇ, 5 ਤੱਤਾਂ ਨੂੰ ਇਹ ਤੰਦਰੁਸਤ ਕਰਦਾ ਹੈ ਜੀ, ਰੋਗ ਨਹੀਂ ਕਰਦਾ, ਰੋਗੀ ਨਹੀਂ ਬਣਾਉਂਦਾ, ਬਲਕਿ ਆਰੋਗ ਕਰਦਾ ਹੈ। ਬਿਲਕੁਲ ਜੀ ਬਿਲਕੁਲ। ਬਹੁਤ ਮਹਾਨ ਗੁਣ ਆ ਕੜਾਹ ਪ੍ਰਸ਼ਾਦ ਦੀ ਦੇਗ ਦਾ। ਰੱਜ ਰੱਜ ਕੇ ਛਕਣਾ ਚਾਹੀਦਾ, ਇਹਦੇ ਨਾਲ ਕਦੀ ਵੀ ਸ਼ੂਗਰ ਨਹੀਂ ਵੱਜਦੀ, ਕਿਉਂਕਿ ਇੱਕ ਦਵਾਈ ਹੈ। ਬਿਲਕੁਲ ਜੀ। ਪਰ ਇਹਦੇ ਵਿੱਚ ਕਾਰਨ ਇਹ ਵੀ ਜਿਹੜੇ ਪਹਿਲੀਆਂ ਆਪਾਂ ਮਰਜ਼ਾਦਾ ਬੋਲੀ ਆ, ਉਹ ਮਰਜ਼ਾਦਾ ਫੋਲੋ ਹੋਵੇ ਤਾਂ ਕੜਾਹ ਪ੍ਰਸ਼ਾਦ ਦਾ ਕਸੂਰ ਨਹੀਂਗਾ। ਬਿਲਕੁਲ ਜੀ। ਜੇ ਕਿਤੇ ਢਲਾਈ ਆ ਤੇ ਸਾਡੇ 'ਚ ਢਲਾਈ ਆ, ਅਸੀਂ ਉਸ ਨੂੰ ਮਰਜ਼ਾਦਾ ਸਹਿਤ ਨਹੀਂ ਕਰਦੇ, ਕਿਉਂਕਿ ਅਸੀਂ ਗੁਰੂ ਦੀ ਬਚਨ ਤੇ ਗੁਰੂ ਕੀ ਬਚਨ ਨੂੰ ਆਪਣੇ ਹਿਰਦੇ 'ਚ ਨਹੀਂ ਵਸਾਉਂਦੇ, ਆਪਣੀ ਮਨਮਰਜ਼ੀ ਕਰਦੇ ਆ। ਆਪਣੀ ਮਨਮਰਜ਼ੀ ਕਰਦੇ ਮਰਜ਼ਾਦਾ ਵਿੱਚ ਮੈਲ ਆਵੇਗੀ, ਫਿਰ ਕਦੀ ਗੁਰੂ ਕੀ ਖੁਸ਼ੀ ਨਹੀਂ ਪ੍ਰਾਪਤ ਹੋਵੇ। ਬਿਲਕੁਲ ਬਿਲਕੁਲ ਜੀ। ਫਿਰ ਜਿਤਨਾ ਚਿਰ ਹੁਕਮਨਾਮੇ ਹੋ ਨਹੀਂ ਜਾਂਦੇ, ਸਾਨੂੰ ਸੰਗਤ ਵਿੱਚ ਉੱਠ ਕੇ ਨਹੀਂ ਜਾਣਾ ਚਾਹੀਦਾ। ਹਾਂ, ਕਿਸੇ ਦਾ ਕੋਈ ਜ਼ਰੂਰੀ ਆ ਤਾਂ ਜਾ ਸਕਦਾ ਆ। ਬਾਹਰ ਟੋਲੇ ਬਣਾ ਕੇ ਗੁਰਦੁਆਰੇ ਸਾਹਿਬ ਤੋਂ ਆ ਕੇ ਟੋਲੇ ਬਣਾ ਕੇ ਗੱਲਾਂ ਮਾਰਨੀਆਂ, ਗੱਪਾਂ ਮਾਰਨੀਆਂ, ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ 52 ਹੁਕਮਨਾਮਿਆਂ 'ਚ 13ਵਾਂ ਨੰਬਰ ਤੇ ਹੁਕਮਨਾਮਾ ਦਿੰਦੇ ਆ ਕਿ ਸਿੱਖ ਨੇ ਸੰਗਤ ਵਿੱਚ ਅਡੋਲ ਬੈਠੇ ਰਹਿਣਾ, ਜਿਤਨਾ ਤੱਕ ਭੋਗ ਨਹੀਂ ਪੈ ਜਾਂਦਾ। ਭੋਗ ਪੈ ਜਾਵੇ, ਸਮਾਪਤੀ ਹੋ ਜਾਵੇ, ਦੇਗ ਲੈ ਕੇ ਬੜੇ ਆਰਾਮ ਨਾਲ ਮੱਥਾ ਟੇਕ ਕੇ ਫਿਰ ਜਾਵੇ। ਬਿਲਕੁਲ ਬਿਲਕੁਲ ਜੀ। ਅਸੀਂ ਤਾਂ ਉੱਠਣ ਲੱਗੇ ਵੀ ਨਾ 10 ਨੂੰ ਨਾਲ ਸੈਂਤਾ ਮਾਰਦੇ ਤੇ 20 ਦਾ ਨਾਲ ਜਿਹੜਾ ਆਨੰਦ ਬਣਿਆ ਉਹਨੂੰ ਤੋੜ ਕੇ ਫਿਰ ਜਾਂਦੇ ਆ। ਆਹੋ, ਅਸੀਂ ਤਾਂ ਫਿਰ ਕਿਉਂਕਿ ਪ੍ਰੋਬਲਮ ਸਾਡੇ ਵਿੱਚ ਇਹ ਹੈ ਨਾ, ਸਾਡੇ 'ਚ ਮੁਸ਼ਕਲ ਇਹ ਬਣ ਗਈ ਆ ਵੀ ਜੋ ਉੱਥੇ ਚੱਲ ਰਿਹਾ ਹੁੰਦਾ ਨਾ ਦਰਬਾਰ ਵਿੱਚ, ਜੀ ਜੀ ਜੀ, ਉਹ ਸਾਡੇ ਅੰਦਰ ਨਹੀਂ ਹੁੰਦਾ ਜੀ। ਹਾਲੇ ਕਿ ਅਸੀਂ ਕਸੂਰ ਗੁਰੂ ਦਾ ਕਰਨਾ ਕਿ ਮਾਰੇ ਕਹਿੰਦੇ ਜਿਨ ਕੇ ਚਿੱਤ ਕਠੋਰ ਹੈ, ਜਿਨ ਕੇ ਚਿੱਤ ਕਠੋਰ ਹੋ ਸੇ ਬਹਿਣ ਨਾ ਸਤਿਗੁਰ ਪਾਸ, ਉੱਥੇ ਸੱਚ ਵਰਦਾ ਕੁੜਿਆਰਾ ਚਿਤ ਉਦਾਸ। ਵਾਹਿਗੁਰੂ ਵਾਹਿਗੁਰੂ। ਸਾਡੇ ਮਨ ਵਿੱਚ ਜੋ ਚੱਲ ਰਿਹਾ ਵਾ ਉਹ ਗੁਰਦੁਆਰਾ ਸਾਹਿਬ ਗੁਰੂ ਕੀ ਹਜ਼ੂਰੀ 'ਚ ਨਹੀਂਗਾ, ਉੱਥੇ ਕੇਵਲ ਸੱਚ ਆ। ਬਿਲਕੁਲ ਬਿਲਕੁਲ ਜੀ। ਆਪ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ, ਇੱਕ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਵਾਹਿਗੁਰੂ। ਉੱਥੇ ਕਿਹੜਾ ਸੱਚ ਆ ਤੇ ਸਾਡੇ ਅੰਦਰ ਚੱਲਦਾ ਹੁੰਦਾ ਝੂਠ। ਜੀ। ਜਦੋਂ ਬੰਦਾ ਝੂਠ ਨੂੰ ਲੈ ਕੇ ਬੈਠਦਾ ਸੱਚ ਦੇ ਬਰਾਬਰ, ਤੇ ਝੂਠਾ ਮਨ ਜਿਹੜਾ ਹੈ ਉਹ ਮਨੁੱਖ ਨੂੰ ਉਹਨੂੰ ਪ੍ਰੇਰਿਤ ਕਰਦਾ ਵੀ ਛੱਡ ਯਾਰ, ਤੂੰ ਕੀ ਕਰਨ ਨੂੰ ਇੱਥੇ ਬੈਠਾ, ਤੇਰੇ ਮਤਲਬ ਦੀ ਕੋਈ ਗੱਲ ਹੋ ਨਹੀਂ ਰਹੀ। ਉਹਦਾ ਜਿਹੜਾ ਮੇਲ ਜੋਲ ਹੈ ਨਾ, ਸੱਚ ਤੇ ਝੂਠ ਦਾ ਮੇਲ ਜੋਲ ਨਹੀਂ ਹੁੰਦਾ। ਸਹੀ ਗੱਲ ਹੈ। ਜਦੋਂ ਉਹਨੂੰ ਆਨੰਦ ਨਹੀਂ ਆਉਂਦਾ, ਮੇਲ ਜੋਲ ਬਣਦਾ ਨਹੀਂ, ਕਿਉਂਕਿ ਸਾਡੇ ਕੋਲੇ ਝੂਠ ਆ, ਕੂੜੇ ਆ ਰਿਹਾ, ਉੱਥੇ ਸੱਚ ਵਰਤਦਾ, ਉੱਥੇ ਸੱਚ ਵਰਤ ਰਿਹਾ ਹੁੰਦਾ। ਤੇ ਬੰਦਾ ਕਹਿੰਦਾ ਚਲੋ ਉੱਠ ਕੇ ਯਾਰ ਪੂਰੇ ਪਾਸੇ ਕਿਨਾਰਾ ਕਰ ਲਓ, ਤਾਂ ਅੱਖਾਂ ਤੋਂ ਪਰੋਖਾ ਕਰ ਲਓ 10 ਮਿੰਟ, ਉਹਨੂੰ ਸੁਣਨਾ ਔਖਾ ਹੋ ਜਾਂਦਾ ਹੈ। ਬਿਲਕੁਲ ਬਿਲਕੁਲ। ਇਸ ਕਰਕੇ ਉਹਨੂੰ ਆਨੰਦ ਨਹੀਂ ਆਉਂਦਾ। ਮੈਂ ਇੱਕ ਚੀਜ਼ ਪੜ੍ਹੀ ਸੀਗੀ ਵੀ ਸ਼ਾਇਦ ਉਹ ਇੰਗਲੈਂਡ ਦੀ ਘਟਨਾ ਆ ਕਿ ਕੋਈ ਬੀਬੀ ਬੋਰੀ ਸੀ ਉਹ, ਤੇ ਉਹ ਬੜੀ ਪਰੇਸ਼ਾਨ ਸੀ ਉਹ, ਤੇ ਉਹਨੇ ਆਪਣੀ ਗੁਆਂਢਣ ਭੈਣ ਪੰਜਾਬਣ ਨੂੰ ਕਿਹਾ ਵੀ ਭੈਣ ਜੀ ਤੁਸੀਂ ਗੁਰਦੁਆਰਾ ਸਾਹਿਬ, ਉਹ ਕਹਿੰਦੀ ਮੈਂ ਗੁਰਦੁਆਰਾ ਸਾਹਿਬ ਚੱਲੀ। ਉਹਨੇ ਕਿਹਾ ਮੈਂ ਵੀ ਬੜਾ, ਮੇਰਾ ਮਨ ਵੀ ਉਹ ਭਰਾਮ ਆ, ਮੈਂ ਵੀ ਜਾਣਾ ਚਾਹੁੰਦੀ ਹਾਂ ਜੀ। ਉਹਨੇ ਕਿਹਾ ਆ ਜਾਓ ਵੀ ਗੁਰੂ ਨਾਨਕ ਦਾ ਦਰ ਤਾਂ ਸਾਰਿਆਂ ਲਈ ਆ ਜੀ। ਤੇ ਉਹ ਆ ਕੇ ਮੱਥਾ ਟੇਕਿਆ ਤੇ ਰਾਗੀ ਸਿੰਘ ਕੀਰਤਨ ਕਰ ਰਹੇ ਸੀ ਬੜੇ ਵਜਬ ਦੇ ਵਿੱਚ ਜੀ।
ਤੇ ਉਹ 5 ਮਿੰਟ ਬੈਠੇ, ਹੁਣ ਸਾਡਾ ਸੁਭਾਅ ਆ ਵੀ 5 ਮਿੰਟ ਬਹਿਣਾ ਤੇ ਚੱਲ ਪਕੌੜਿਆਂ 'ਚ। ਜੀ ਤੇ ਉਹ ਉਹਨੂੰ ਕਹਿਣ ਲੱਗੇ ਵੀ ਬੀਬੀ ਜੀ ਨੂੰ ਕਹਿਣ ਲੱਗੇ ਵੀ ਉੱਠੋ ਆਪਾਂ ਚੱਲੀਏ, ਤੇ ਉਹ ਕਹਿੰਦੀ ਵੀ ਪਲੀਜ਼ 10 ਮਿੰਟ, ਜੀ ਵੀ 10 ਮਿੰਟ ਮੈਨੂੰ ਬੈਠ ਲੈਣ ਦੇ। ਜੀ ਉਹਨੂੰ ਵੀ ਕਿਉਂਕਿ ਉਹਦਾ ਜੀਂਦ ਨਹੀਂ ਸੀ ਕਰਦਾ, ਪਰ ਉਹਦਾ ਕਰਕੇ ਵਧਿਆ ਰੁੱਦਿਆ ਉਹਨੂੰ ਵੀ ਬਹਿਣਾ ਪਿਆ 10 ਮਿੰਟ। ਜੀ 10 ਮਿੰਟ ਬਾਅਦ ਉਹਨੇ ਕਿਹਾ ਵੀ ਚੱਲੀਏ, ਉਹ ਕਹਿਣ ਲੱਗੀ ਨਹੀਂ ਤੇ ਪਲੀਜ਼ 5 ਮਿੰਟ ਹੋਰ ਬੈਠੇ। ਜੀ ਤੇ 15 ਮਿੰਟ ਬੈਠਣ ਤੋਂ ਬਾਅਦ ਉਹਦੇ ਨੇਤਰਾਂ 'ਚ ਜਲ ਜਾ ਰਿਹਾ ਸੀਗਾ, ਤੇ ਉਹਨੇ ਸੋਚਿਆ ਵੀ ਹੋ ਸਕਦਾ ਕੋਈ ਪਰੇਸ਼ਾਨੀ ਹੋਵੇ, ਤੇ ਤਾਂ ਇਹ ਮਤਲਬ ਪਰੇਸ਼ਾਨੀ ਕਰਕੇ ਇਹਦਾ ਨੇਤਰ ਭਰ ਆਇਆ। ਤੇ ਉਹਨੇ ਬਾਹਰ ਆ ਕੇ ਉਹਨੂੰ ਕਿਹਾ ਵੀ ਤੂੰ ਰੋਂਦੀ ਕਾਹਤੋਂ ਸੀ? ਉਹ ਕਹਿੰਦੀ ਮੈਂ ਰੋਂਦੀ ਨਹੀਂ ਸੀ, ਕਹਿੰਦੀ ਪਰ ਤੇਰੇ ਨੇਤਰਾਂ 'ਚ ਜਲ ਸੀ। ਉਹ ਕਹਿੰਦੀ ਨਹੀਂ, ਉਹ ਅਥਰੂ ਇਸ ਕਰਕੇ ਸੀਗੇ ਵੀ ਜੋ ਰਾਗੀ ਗਾ ਰਹੇ ਸੀ ਮੈਨੂੰ ਸਮਝ ਨਹੀਂ ਸੀ ਆ ਰਿਹਾ, ਪਰ ਪਤਾ ਨਹੀਂ ਮੇਰੇ ਗਲੇ ਥਾਣੇ ਅੰਦਰ ਉਤਰਦਾ ਜਾਂਦਾ ਸੀ, ਜਿਉਂ ਤੋਂ ਉਤਰਦਾ ਜਾਂਦਾ ਸੀ ਮੈਨੂੰ ਆਨੰਦ ਹੋ ਜਾ ਰਿਹਾ ਸੀ, ਵਾਹਿਗੁਰੂ ਵਾਹਿਗੁਰੂ, ਮੈਨੂੰ ਠੰਡ ਪੈਂਦੀ ਜਾ ਰਹੀ ਸੀ। ਐਸਾ ਆਨੰਦ, ਐਸਾ ਸਕੂਨ, ਐਸਾ ਵਿਕਾਸ ਮੇਰੀ ਜ਼ਿੰਦਗੀ 'ਚ ਕਦੇ ਨਹੀਂ ਆਇਆ ਜੋ ਅੱਜ ਮੈਨੂੰ ਆਇਆ। ਵਾਹਿਗੁਰੂ ਵਾਹਿਗੁਰੂ। ਇੱਥੇ ਗੱਲ ਬੀਬੀ ਜਾਂ ਬੋਲੀ ਜਾਂ ਸਮਝ ਆਉਣ ਦੀ ਨਹੀਂ ਗੀ, ਇੱਥੇ ਗੱਲ ਤੁਹਾਡੀ ਸੁਰ ਦਾ ਮੇਲ ਜੋਲ ਦੀ ਆ। ਵਾਹਿਗੁਰੂ ਬਿਲਕੁਲ ਜੀ। ਕਿਉਂਕਿ ਮਹਾਰਾਜ ਕਦੇ ਕਹਿੰਦੇ ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭਾਂ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਿਉਂ ਖਸਮੇ ਮਿਲਣਾ। ਬਿਲਕੁਲ ਬਿਲਕੁਲ ਜੀ, ਕਿਉਂਕਿ ਖਾਲਸਾ ਜੀ ਜਿਹੜੀ ਬਾਤ ਹੈ ਇਹ ਬਾਤ ਪਿਆਰ ਦੀ ਹੈ, ਤੇ ਪਿਆਰ ਦੀ ਬਾਤ ਦੀ ਕੋਈ ਭਾਸ਼ਾ ਨਹੀਂ ਹੁੰਦੀ। ਜਦੋਂ ਪਿਆਰ ਬਣ ਜਾਂਦਾ ਉਦੋਂ ਚਰਖੜੀ ਦੀ ਭਾਸ਼ਾ ਵੀ ਪਿਆਰ ਦੇ ਵਿੱਚ ਹੀ ਜਾਪਦੀ ਹੈ, ਉਦੋਂ ਤੇਸੀਆਂ ਰੰਬੀਆਂ ਦੀ ਜਿਹੜੀ ਭਾਸ਼ਾ ਉਹ ਵੀ ਪਿਆਰ 'ਚ ਜਾਪਦੀ ਹੈ, ਤੇ ਜਦੋਂ ਨਹੀਂ ਆ ਪਿਆਰ ਬਣਿਆ ਉਦੋਂ ਕੀਰਤਨ ਦੇ ਵਿੱਚ ਵੀ ਮਨ ਨਹੀਂ ਲੱਗਦਾ, ਉਦੋਂ ਫਿਰ ਉੱਥੋਂ ਵੀ ਬੰਦਾ ਬਾਹਰ ਨੂੰ ਭੱਜਦਾ। ਪਿਆਰ ਦੀਆਂ ਬਾਤਾਂ ਨੇ, ਕਿਉਂਕਿ ਇੱਥੇ ਨਿਰਾ ਪ੍ਰੇਮ ਵਰਤਾ ਮਹਾਰਾਜ ਸਾਹਿਬ ਕੋਲੇ। ਬਿਲਕੁਲ ਬਿਲਕੁਲ ਜੀ। ਜਦ ਇੱਕ ਪ੍ਰੇਮ ਨਾਲ ਮਹਾਰਾਜ ਕੋਲੇ ਬੈਠਦਾ ਨਾ, ਮਹਾਰਾਜ ਕੋਲੇ ਆ ਕੇ ਜੀ ਉਹ ਫਿਰ ਝੋਲੀਆਂ ਭਰ ਕੇ ਲੈ ਆਉਂਦਾ, ਕਿਉਂਕਿ ਇੱਥੇ ਤਾਂ ਪ੍ਰੇਮ ਹੀ ਆ, ਸਾਰੇ ਪ੍ਰੇਮ ਹੀ ਪਸਰਿਆ ਹੋਇਆ। ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀ ਉਤੇ ਨਹੀਂ ਪ੍ਰਭ ਆਇਆ। ਜੀ ਜਿਹੜਾ ਪ੍ਰੇਮ ਨਾਲ ਆ ਕੇ ਸਿੱਖ ਬੈਠਦਾ ਆ, ਸੇਵਾ ਕਰਦਾ ਆ, ਜੀ ਗੁਰੂ ਨਾਨਕ ਸਾਹਿਬ ਦੇ ਘਰੇ ਜਣਾਉਂਦਾ ਨਹੀਂ ਆ, ਜੀ ਸੇਵਾ ਕਰਦਾ ਬੜੀ ਭਾਵਨਾ ਦੇ ਨਾਲ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਜੀ 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 ਜਾਂ ਮਹਾਰਾਜ ਦਾ ਹੁਕਮ ਹੈ ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪਜਾਈ, ਨਾਨਕ ਦਾਸ ਤਾਂ ਕੇ ਬਲਹਾਰੇ ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਵਾਹਿਗੁਰੂ। ਕਿਉਂਕਿ ਜਿਹੜਾ ਮੇਲ ਜੋਲ ਬਣਾ ਲੈਂਦਾ ਉਹਨੂੰ ਤੇ ਕਦੀ ਘਾਟਾ ਨਹੀਂ ਪੈਂਦਾ, ਉਹਦਾ ਖੁਦ ਪੁੱਤ ਨਹੀਂ ਰਹਿ ਹੁੰਦਾ ਗੁਰਦੁਆਰੇ ਸਾਹਿਬ ਤੋਂ ਬਿਨਾਂ। ਜਿਹਦਾ ਪ੍ਰੇਮ ਬਣ ਜਾਂਦਾ, ਜਿਹਦਾ ਪ੍ਰੇਮ ਨਹੀਂ ਬਣਦਾ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ। ਕੀ ਕਹਿ ਸਕਦਾ ਮੈਂ? ਜਿਹਦਾ ਪ੍ਰੇਮ ਬਣਦਾ ਉਹਦਾ ਹੁੰਦਾ ਵੀ ਕਿਦੋਂ ਵੀਕਡੇ ਆਵੇ, ਕਿਦੋਂ ਛੁੱਟੀ ਆਵੇ, ਮੈਂ ਕਿਦੋਂ ਭੱਜ ਕੇ ਜਾਵਾਂ, ਕਿਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਂ, ਕਿਦੋਂ ਰਾਗੀਆਂ ਪਾਸੋਂ ਕਥਾਵਾਚਕਾਂ ਪਾਸੋਂ ਗੁਰੂ ਕੀ ਬਾਣੀ ਸੁਣਾ, ਮੈਂ ਭਾਂਡੇ ਮਾਂਜਾਂ, ਮੈਂ ਜੋੜੇ ਸਾਫ਼ ਕਰਾਂ। ਉਹਦੀ ਜ਼ਿੰਦਗੀ ਦੀ ਇੱਕ ਖੁਰਾਕ ਬਣ ਜਾਂਦੀ ਹੈ, ਉਹਦੀ ਰੂਹ ਦੀ ਇੱਕ ਖੁਰਾਕ ਹੁੰਦੀ ਹੈ। ਜੀ ਜੀ। ਦੇਖੋ ਆ ਭਾਈ ਗੁਰਦੀਪ ਸਿੰਘ ਹੁਣਾਂ ਨੇ ਕਿੰਨਾ ਸੋਹਣਾ ਕਮੈਂਟ ਕੀਤਾ, ਕਹਿੰਦਾ ਅਸੀਂ ਸੁੱਖ ਕਹਿ ਰਹੇ ਨੇ ਵੀ ਸੁੱਖ ਸਮੇਂ ਜਦੋਂ ਸ਼ੁਕਰ ਹੀ ਨਹੀਂ ਕਰਦੇ ਫਿਰ ਦੁੱਖ ਸਮੇਂ ਸ਼ਿਕਾਇਤ ਕਿਉਂ। ਹਾਂ ਜੀ ਬਹੁਤ ਅੱਛੀ ਗੱਲ ਹੈ ਜੀ। ਕਿਉਂਕਿ ਅਸਲ ਫਿਰ ਵੀ ਜੇ ਆਪਾਂ ਨਹੀਂ ਕਰਦੇ ਤਾਂ ਉਹ ਸਾਨੂੰ ਕਿਹੜਾ ਦਾਤਾ ਨਹੀਂ ਦਿੰਦਾ। ਬਿਲਕੁਲ ਬਿਲਕੁਲ ਜੀ। ਗੁਰੂ ਤਾਂ ਸਾਡੇ ਤੋਂ ਮੁਕਰਦਾ ਹੀ ਨਹੀਂ। ਗੁਰੂ ਤਾਂ ਸਾਨੂੰ ਇਹ ਦੇਖੋ, ਸਤਿਗੁਰੂ ਮਿੱਤਰ ਮੇਰਾ ਬਾਲ ਸਿਖਾਈ। ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਤੇ ਸਾਡੇ ਮਿੱਤਰ ਨੇ, ਉਦੋਂ ਦੇ ਮਿੱਤਰ ਨੇ ਜਦੋਂ ਅਸੀਂ ਮਾਤਾ ਦੀ ਉਦਰ ਵਿੱਚ ਬੈਠੇ ਸੀ। ਵਾਹਿਗੁਰੂ ਵਾਹਿਗੁਰੂ। ਉਦੋਂ ਦੀ ਸਾਡੀ ਉਦੋਂ ਦੀ ਸਾਡੀ ਪ੍ਰਿਤ ਪਾਲਣਾ ਕਰਦੇ ਆ ਰਹੇ ਆ, ਤੇ ਜਦੋਂ ਸਾਡੀ ਕੋਈ ਵਾਹ ਪੇਸ਼ ਨਹੀਂ ਸੀ ਜਾਂਦੀ, ਨਾ ਅਸੀਂ ਕੋਈ ਕਮਾ ਸਕਦੇ ਸੀ, ਨਾ ਖੱਟ ਸਕਦੇ ਸੀ, ਨਾ ਸਾਡੇ ਕੋਲ ਕੋਈ ਜ਼ੋਰ ਸੀ, ਵਾਹਿਗੁਰੂ ਨੇ ਸਾਨੂੰ ਉਦੋਂ ਨਹੀਂ ਦਿੱਤਾ। ਜੀ ਜੀ। ਇੱਥੇ ਮੈਂ ਨਾ ਇੱਕ ਮੁਸਲਮਾਨ ਵੀਰ ਦੀ ਛੋਟੀ ਜਿਹੀ ਗੱਲ ਗਿਆਨੀ ਜੀ ਅਗਰ ਇਜਾਜ਼ਤ ਦਿਓ ਤਾਂ ਸ਼ੇਅਰ ਕਰਾਂ ਜੀ। ਉਹ ਕਹਿੰਦਾ ਕਿ ਨਦੀ ਨੇ ਅੱਲਾ ਦਾ ਪਿਆਰ ਪਰਖਣ ਦੇ ਲਈ ਸੋਚਿਆ ਵੀ ਮੈਂ ਅੱਲਾ ਤੋਂ ਜਾ ਕੇ ਦਾਤ ਲੈ ਕੇ ਆਉਣੀ, ਤੇ ਅੱਲਾ ਵੱਲ ਨੂੰ ਵਗ ਤੁਰੀ। ਤੇ ਜਦੋਂ ਥੋੜਾ ਟਾਈਮ ਹੋਇਆ ਤੇ ਵਾਪਸ ਜਾਵੇ ਤੇ ਰਾਹੀ ਨੇ ਪੁੱਛਿਆ ਵੀ ਗਈ ਬੜੇ ਜੋਸ਼ ਨਾਲ ਸੀ, ਹੁਣ ਤੂੰ ਵਾਪਸ ਮੁੜੀ ਆਉਣੀ ਆ। ਉਹ ਕਹਿੰਦੀ ਮੈਨੂੰ ਰਾਸਤੇ ਦੇ ਵਿੱਚ ਇੱਕ ਕੀੜੀ ਮਿਲੀ ਤੇ ਉਹ ਅੱਲਾ ਦੇ ਕੋਲੋਂ ਦਾਤ ਲੈ ਕੇ ਆ ਰਹੀ ਸੀ, ਤੇ ਕਹਿੰਦੀ ਮੈਨੂੰ ਉਦੋਂ ਹੀ ਅਹਿਸਾਸ ਹੋ ਗਿਆ ਜਿਹਨੇ ਕੀੜੀ ਦੀ ਸੁਣ ਲਈ ਉਹਨੇ ਸਾਰਿਆਂ ਦੀ ਸੁਣ ਲਈ। ਸੋ ਇਹ ਐਸੀ ਦਾਤਾਰ ਸੱਚੇ ਪਾਤਸ਼ਾਹ ਦੀ ਕਿਰਪਾ ਤਾਂ ਸਦਾ ਹੀ ਦਾਤਾ ਦੇ ਰਿਹਾ। ਅਸੀਂ ਇੰਨੇ ਨਸ਼ੁਕਰੇ ਹੋਏ ਹਾਂ, ਫਿਰ ਵੀ ਸਾਨੂੰ ਸੱਚੇ ਪਾਤਸ਼ਾਹ ਹੀ ਦਾਤਾਂ ਬਖਸ਼ੀ ਜਾ ਰਹੇ ਨੇ। ਮੈਂ ਤੁਹਾਡੀ ਗੱਲ ਦੇ ਨਾਲ ਇੱਕ ਗੱਲ ਕਰਦੇ ਹਾਂ ਵੀ
ਮਸਕੀਨ ਜੀ ਇਹ ਘਟਨਾ ਸੁਣਾਉਂਦੇ ਹੁੰਦੇ ਸੀਗੇ ਵੀ ਜਿਹੜਾ ਨਾ ਅਰਬ ਦੇਸ਼ ਵਿੱਚ ਇੱਕ ਇਹਨਾਂ ਦਾ ਅਰਬ ਦੇਸ਼ ਦੇ ਵਿੱਚ ਇਹ ਜਿਹੜਾ ਇਹਨਾਂ ਦਾ ਮਰਦਸਾ ਆ ਮੁਸਲਮਾਨ ਵੀਰਾਂ ਦਾ ਜੀ ਤੇ ਰਾਤ ਹੀ ਉੱਥੇ ਪੜ੍ਹਨ ਜਾਂਦੇ ਸੀ ਜੀ। ਤੇ ਜਦੋਂ ਜਾ ਰਹੇ ਸੀ, ਕਿਉਂਕਿ ਕਹਿੰਦੇ 5 ਵਕਤ ਦੀਆਂ ਨਮਾਜ਼ਾਂ ਹੁੰਦੀਆਂ ਤੇ ਜਿਹੜੀ ਦੁਪਹਿਰ ਦੀ ਨਮਾਜ਼ ਆ ਨਾ ਕਹਿੰਦੇ ਉਦੋਂ ਰੇਤਾ ਤਪ ਜਾਂਦੀ ਸੀ ਬਹੁਤ ਜ਼ਿਆਦਾ ਜੀ। ਰੇਤਾ ਤਪ ਜਾਂਦੀ ਸੀ ਤੇ ਲੋਕੀ ਊਠਾਂ ਤੇ ਜਾ ਰਹੇ ਸੀ, ਕੋਈ ਘੋੜਿਆਂ ਤੇ ਜਾ ਰਹੇ ਸੀ ਤੇ ਉਹਨਾਂ ਕੋਲ ਜੁੱਤੀ ਹੈ ਨਹੀਂ ਸੀ ਜੀ। ਤੇ ਉਹਨਾਂ ਇੱਕ ਦਿਨ ਸ਼ਿਕਵਾ ਕਰਕੇ ਕਿਹਾ ਵੀ ਹੇ ਖੁਦਾ, ਜਿਹੜੇ ਰੋਜ਼ੇ ਨਹੀਂ ਰੱਖਦੇ, ਕਲਮਾਂ ਨਹੀਂ ਪੜ੍ਹਦੇ, ਤੇਰੀ ਬੰਦਗੀ ਨਹੀਂ ਕਰਦੇ, ਮਹਾਰਾਜ ਉਹ ਊਠਾਂ ਤੇ ਜਾ ਰਿਹਾ, ਘੋੜਿਆਂ ਤੇ ਜਾ ਰਿਹਾ, ਸੱਚੇ ਪਾਤਸ਼ਾਹ ਇਹ ਅੱਲਾ ਇਹ ਪਰਵਰਦਗਾਰ ਮੈਂ ਤੇਰੇ ਕੋ ਘੋੜੇ ਹਾਥੀ ਤੇ ਨਹੀਂ ਮੰਗਦਾ, ਮੈਨੂੰ ਜੁੱਤੀ ਦੇ ਸਕ। ਚੱਲ ਜੇ ਵਧੀਆ ਨਹੀਂ ਤੇ ਟੁੱਟੀ ਦੇ ਸਕ, ਮੇਰੇ ਪੈਰ ਛੱਡਦੇ ਆ, ਮੇਰੇ ਤੋਂ ਤੁਰਿਆ ਨਹੀਂ ਜਾਂਦਾ। ਤੇ ਸ਼ਿਕਵਾ ਆ ਗਿਆ, ਸ਼ਿਕਵਾ ਲੈ ਕੇ ਹੁਣ ਨਵਾਜ਼ ਕਰਦਾ ਸੀ। ਹੁਣ ਜੇ ਮਨ ਵਿੱਚ ਸ਼ਿਕਵਾ ਹੀ ਹੋਵੇ ਤੇ ਕਾਹਦਾ ਅਰਦਾਸ, ਕਾਹਦਾ ਨਿਤਨੇਮ ਜੀ। ਕਦੀ ਕਦੀ ਸ਼ਿਕਵੇ ਵੱਧ ਜਾਂਦੇ ਆ ਤੇ ਜਿਹੜਾ ਪ੍ਰੇਮ ਘਟ ਜਾਂਦਾ ਹੈ। ਸ਼ਿਕਵੇ ਇੰਨੇ ਹੋ ਜਾਂਦੇ ਆ, ਸ਼ਿਕਵੇ ਬੰਦੇ ਨੂੰ ਕਈ ਵਾਰੀ ਆਪਣੇ ਮਿੱਤਰ ਤੇ ਹੋ ਸਕਦੇ ਆ, ਪਤਨੀ ਤੇ ਹੋ ਸਕਦੇ ਆ, ਪਤੀ ਨੂੰ ਪਤੀ ਤੇ ਹੋ ਸਕਦੇ ਆ ਜੀ। ਤੇ ਜਿੱਥੇ ਸ਼ਿਕਵੇ ਵੱਧ ਜਾਣ ਉੱਥੇ ਰਿਸ਼ਤੇ ਟੁੱਟ ਜਾਂਦੇ। ਭਰਾ ਭਰਾ ਨਾਲੋਂ ਟੁੱਟ ਸਕਦਾ ਹੈ, ਪਤਨੀ ਪਤੀ ਨਾਲੋਂ ਟੁੱਟ ਸਕਦੀ ਹੈ, ਪਤੀ ਪਤਨੀ ਨਾਲੋਂ ਟੁੱਟ ਸਕਦਾ ਹੈ ਜੀ। ਰੱਬ ਤਾਂ ਬਹੁਤ ਦੂਰ ਦੀ ਬਾਤ ਆ। ਸਾਡੇ ਜਿਹੜੇ ਰੋਜ਼ਾਨਾ ਜ਼ਿੰਦਗੀ ਦੇ ਰਿਸ਼ਤੇ ਨਾਤੇ ਨੇ ਉਹ ਟੁੱਟ ਜਾਂਦੇ ਨੇ ਜੇ ਜੀਵਨ 'ਚ ਸ਼ਿਕਵੇ ਵੱਧ ਜਾਂਦੇ। ਬਿਲਕੁਲ ਜੀ। ਉਹ ਸ਼ਿਕਵੇ ਰੋਜ਼ ਵੱਧਦੇ ਸੀ। ਹੁਣ ਬੰਦਗੀ ਕੀ ਸੀ? ਬੰਦਗੀ ਤਾਂ ਕੋਈ ਵੀ ਨਹੀਂ ਸੀ ਜੀ। ਸ਼ਿਕਵਿਆਂ ਭਰੇ ਤੁਰੇ ਜਾ ਰਹੇ ਸਨ ਤੇ ਦੇਖਿਆ ਕਿ ਕੋਈ ਜਿਹਦੇ ਪੈਰ ਨਹੀਂ ਹਨ, ਲੱਤਾਂ ਤੋਂ ਕਮਜ਼ੋਰ ਆ, ਤੇ ਉਹ ਰਿੜ ਰਿੜ ਕੇ ਜਿਹੜਾ ਮਰਦਸਾ ਆ ਉਹਦੀਆਂ ਪੌੜੀਆਂ ਚੜ ਲਿਆ ਜੀ। ਤੇ ਕੋਲ ਜਾ ਕੇ ਬੈਠ ਕੇ ਪਰਵਰਦਗਾਰ ਨੂੰ ਕਹਿਣ ਲੱਗੇ, ਅੱਲਾ ਨੂੰ ਕਹਿਣ ਲੱਗੇ, ਹੇ ਪਰਵਰਦਗਾਰ, ਇਹ ਮੌਲਾ, ਮੈਂ ਬਹੁਤ ਵੱਡੀ ਗਲਤੀ ਕਰ ਰਿਹਾ ਹਾਂ, ਮੈਨੂੰ ਮਾਫੀ ਦੇ ਦੀ, ਮੈਨੂੰ ਜੁੱਤੀ ਨਹੀਂ ਚਾਹੀਦੀ, ਤੂੰ ਮੇਰੇ ਪੈਰ ਹੀ ਸਲਾਮਤ ਰੱਖੀ। ਵਾਹਿਗੁਰੂ ਵਾਹਿਗੁਰੂ। ਕਿਉਂਕਿ ਇਹ ਸ਼ੁਕਰਾਨਾ ਹੈ, ਮੈਂ ਨਹੀਂ ਜੁੱਤੀ ਚ, ਉਹ ਵੀ ਆ ਰਹੇ ਨੇ ਜਿਨ੍ਹਾਂ ਦੇ ਪੈਰ ਨਹੀਂ। ਮੈਂ ਤੇਰੇ ਤੇ ਹੈਰਾਨ ਆ, ਹੇ ਪਰਮਾਤਮਾ, ਹੇ ਪਰਵਰਦਗਾਰ, ਹੇ ਅੱਲਾ, ਇਹ ਮੌਲਾ, ਮੈਨੂੰ ਜੁੱਤੀ ਨਹੀਂ ਚਾਹੀਦੀ, ਮੇਰੇ ਪੈਰ ਸਲਾਮਤ ਰੱਖੀ। ਸਿੱਖ ਕਦੀ ਗੁਰੂ ਗ੍ਰੰਥ ਸਾਹਿਬ ਕੋ ਜਾ ਕੇ ਕਵੇ, ਦਾਤਾ ਸਤਿਗੁਰੂ, ਮੈਨੂੰ ਦਾਤਾ ਨਹੀਂ ਚਾਹੀਦੀਆਂ, ਗਰੀਬ ਨਵਾਜ਼ ਸਾਹਿਬ, ਇਹ ਜ਼ਿੰਦਗੀ ਤੂੰ ਦਿੱਤੀ ਹੈ, ਇਹ ਤੰਦਰੁਸਤੀ ਦਿੱਤੀ ਹੈ, ਮੈਨੂੰ ਆਪਣੇ ਘਰ ਦਾ ਟਹਿਲੀਆ ਬਣਾ ਕੇ ਰੱਖੀ। ਵਾਹਿਗੁਰੂ ਵਾਹਿਗੁਰੂ। ਤੇ ਟਹਿਲ ਬਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ। ਵਾਹਿਗੁਰੂ। ਟਹਿਲ ਮਹਿਲ ਤਾਂ ਉਹਨੂੰ ਮਿਲਦੀ ਹੈ ਜਿੱਥੇ ਵਾਹਿਗੁਰੂ ਕਿਰਪਾਲੂ ਹੋ ਜਾਂਦਾ ਹੈ। ਵਾਹਿਗੁਰੂ ਜੀ। ਬਿਲਕੁਲ। ਇੱਥੇ ਗਿਆਨੀ ਸਿੰਘ ਆਏ ਤੇ ਉਹ ਕਥਾ ਕਰਦੇ, ਮੈਨੂੰ ਕਹਿੰਦੇ, ਖਾਲਸਾ ਜੀ ਵੀ ਕਹਿੰਦੇ ਮੈਂ ਬੰਗਲਾ ਸਾਹਿਬ ਕਥਾ ਕਰਦਾ ਸਾਂ ਤੇ ਇੱਕ ਦਿਨ ਮੈਂ ਸਾਈਕਲ ਤੇ ਜਾ ਰਿਹਾ ਤੇ ਵੱਡਾ ਸੇਠ ਦੀ ਗੱਡੀ ਮੇਰੇ ਕੋਲ ਦੀ ਗੁਜ਼ਰੀ ਜੀ। ਤੇ ਕਹਿੰਦੇ ਮੇਰੇ ਮਨ ਚ ਆਇਆ ਵੀ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਤੇਰੇ ਘਰ ਦੇ ਸੇਵਾਦਾਰ ਆ, ਅਸੀਂ ਸਾਈਕਲਾਂ ਤੇ ਰਵਾਂਗੇ ਜੀ। ਤੇ ਕਹਿੰਦੇ ਉਧਰੋਂ ਬਾਰੀ ਖੁੱਲੀ ਤੇ 4 ਜਾਣਿਆਂ ਨੇ ਸੇਠ ਨੂੰ ਗਾੜੀ ਚੋਂ ਕੱਢਿਆ ਗੱਡੀ ਚ। ਵਾਹਿਗੁਰੂ। ਤੇ ਉਹਨੂੰ ਆਸਰਾ ਦੇ ਕੇ ਲੈ ਕੇ ਗਿਆ ਤੇ ਕਹਿੰਦੇ ਮੈਂ ਉੱਥੇ ਖਲੋ ਕੇ ਅਰਦਾਸ ਕੀਤੀ, ਬਾਲਾ ਪ੍ਰੀਤਮ ਮੈਨੂੰ ਨਹੀਂ ਚਾਹੀਦੀ ਗੱਡੀ। ਵਾਹਿਗੁਰੂ ਵਾਹਿਗੁਰੂ ਜੀ। ਸਤਿਗੁਰੂ ਮੈਨੂੰ ਸਾਈਕਲ ਹੀ ਠੀਕ ਆ, ਤੂੰ ਤੰਦਰੁਸਤੀ ਦਿੱਤੀ ਹੋਈ ਆ, ਦੁਨੀਆ ਦਾ ਸਵਰਗ ਆ, ਤੰਦਰੁਸਤੀ ਨਾ ਹੋਵੇ ਤੇ ਪਦਾਰਥਾਂ ਨੂੰ ਕੀ ਚੱਟਣਾ ਹੈ। ਬਿਲਕੁਲ ਬਿਲਕੁਲ ਜੀ। ਸੋ ਸਾਨੂੰ ਜਿਹੜਾ ਨਾ, ਸਾਨੂੰ ਭਰੋਸਾ ਕਰਨਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਭਰੋਸਾ ਕਰਿਆ ਕਰ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਵਿੱਚ ਜੰਤੋ ਪਾਇਨ ਤਿੰਨਾ ਪੀ ਰੋਜੀ ਦੇ। ਵਾਹਿਗੁਰੂ ਵਾਹਿਗੁਰੂ ਜੀ। ਉੱਥੇ ਹੱਟ ਨਾ ਚੱਲੇ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ। ਕਹਿੰਦੇ ਕਿਉਂ ਚਿੰਤਾ ਕਰਦਾ, ਵਾਹਿਗੁਰੂ ਤਾਂ ਵਿੱਚ ਪਾਇਨ ਸੈਰਾਂ ਤਿੰਨਾ ਪੀ ਸਾਰ ਕਰੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਇਹ। ਕਹਿੰਦੇ ਸਮੁੰਦਰ ਵਿੱਚ ਵਾਹਿਗੁਰੂ ਦੇ ਰਿਹਾ, ਜਿੱਥੇ ਕੋਈ ਹੱਟੀ ਤੇ ਵਪਾਰ ਨਹੀਂ ਚੱਲਦਾ, ਤੈਨੂੰ ਭੁੱਖਾ ਰੱਖੇਗਾ ਦਾਤਾ। ਵਾਹਿਗੁਰੂ ਵਾਹਿਗੁਰੂ। ਉਹਨੇ ਦੇਵੇਗਾ। ਸਾਡੇ ਘਰਾਂ ਦੇ ਵਿੱਚ ਜਦੋਂ ਆਪਾਂ ਦੇਸ਼ ਵਿੱਚ ਹੁੰਦੇ, ਇੱਥੇ ਵੀ ਰੁੱਖ ਲੱਗੇ ਨੇ, ਰੁੱਖਾਂ ਤੇ ਆ ਕੇ ਚਿੜੀਆਂ ਕਾਂ ਬੈਠਦੇ ਨੇ ਜਾਂ ਤਰ੍ਹਾਂ ਤਰ੍ਹਾਂ ਦੇ ਪੰਛੀ ਆਉਂਦੇ ਨੇ। ਸਾਡੇ ਨਾਲ ਉੱਠਣ ਤੋਂ ਪਹਿਲਾਂ ਉਹ ਚਹਿਕ ਕੇ ਕਲਕਾਰੀ ਮਾਰ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਕਿ ਉਹਨਾਂ ਦੀਆਂ ਬੈਂਕਾਂ ਕਿਸੇ FD ਨਾਲ ਜਾਂ ਕੋਈ ਜੁਐਲਰੀ ਉਹਨਾਂ ਦੇ ਘਰ ਜਾਂ ਉਹਨਾਂ ਨੇ ਕਣਕ ਦੇ ਡਰਮ ਭਰੇ ਹੋਏ ਨੇ, ਕੁਛ ਵੀ ਤਾਂ ਨਹੀਂ,
ਪਰ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ, ਮਨੁੱਖਾ ਤੂੰ ਉਹਨਾਂ ਨੂੰ ਵੀ ਨਿੱਗਰ ਗਿਆ। ਵਾਹਿਗੁਰੂ ਵਾਹਿਗੁਰੂ। ਜੇ ਵਾਹਿਗੁਰੂ ਉਹਨਾਂ ਨੂੰ ਦੇ ਰਿਹਾ ਤੈਨੂੰ ਨਹੀਂ ਦੇਵੇਗਾ। ਭਰੋਸਾ ਕਰ, ਸ਼ਰਧਾ ਤੇ ਪ੍ਰੇਮ ਕਰ ਗੁਰੂ ਨਾਲ, ਗੁਰੂ ਤੇਰੇ ਆਪ ਬੁਖਾਰ ਭਰ ਦੇਵੇਗਾ। ਗੁਰੂ ਤਾਂ ਦਾਤਾ ਹੈ। ਵਾਹਿਗੁਰੂ ਬਿਲਕੁਲ ਜੀ। ਸੋ ਖੈਰ ਆਪਾਂ ਸਮਾਂ ਵੀ ਹੋ ਗਿਆ, ਅੱਜ ਆਪਣਾ ਸ਼ਰਧਾ ਭਾਵਨਾ ਤੇ ਸਮਾਂ ਲੱਗ ਗਿਆ। ਜੀ 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 ਜੀ। ਮੇਰੇ ਖਿਆਲ ਨਾਲ ਆਪਾਂ ਥੋੜ੍ਹਾ ਜਿਹਾ ਸਮਾਂ ਲਾ ਲੈਂਦੇ ਹਾਂ, 1.5 ਘੰਟੇ ਦੇ ਕਰੀਬ ਜਿਹੜਾ ਹੈਗਾ ਆਪਾਂ ਕਰ ਲੈਂਦੇ ਵਿਚਾਰ, ਹੈ ਨਾ। ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਵੀ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਸ਼ਰਧਾ ਭਾਵਨਾ ਨਾਲ ਵੀ ਆਪਾਂ ਕਿਵੇਂ, ਮਤਲਬ ਕਸੂਰ ਗੁਰੂ ਦਾ ਨੀਗਾ ਜੀ। ਬਿਲਕੁਲ। ਜਦੋਂ ਅਸੀਂ ਗੁਰੂ ਸਾਹਿਬ ਜੀ ਨਾਲ ਪ੍ਰੇਮ ਪਾਉਂਦੇ ਆ ਨਾ, ਤੇ ਫਿਰ ਮਹਾਰਾਜ ਸਾਹਿਬ ਦੇ ਘਰੇ ਬੈਠਦੇ ਆ, ਤੇ ਫਿਰ ਪ੍ਰੇਮ ਚ ਗੁਰੂ ਸਾਡੇ ਨਾਲ ਵਾਅਦਾ ਕਰਦਾ ਹੈ। ਬਿਲਕੁਲ ਜੀ। ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਉਹਨਾਂ ਦੇ ਮਾਤਾ ਪਿਤਾ ਜੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਛੱਡ ਆਏ ਸੀ, ਤੇ ਸੇਵਾ ਸਾਡੇ ਵਡੇਰਿਆਂ ਨੇ ਸਾਨੂੰ ਦੱਸੀ ਆ, ਸੇਵਾ ਚੋਂ ਸੱਚੇ ਪਾਤਸ਼ਾਹ ਜੀ ਦਾ ਪ੍ਰੇਮ ਨਿਕਲਦਾ ਆ, ਸੇਵਾ ਨਾਲ ਸਾਡਾ ਮਨ ਮਾਂਜਿਆ ਜਾਂਦਾ ਹੈ ਜੀ। ਜਿਹੜੀ ਅਸੀਂ ਅੱਜ ਜਿਹੜੀ ਸੇਵਾ ਨੂੰ ਅਸੀਂ ਮਤਲਬ ਗੱਲਾਂ ਕਰ ਕਰਕੇ ਜਾਂ ਮਤਲਬ ਏਦਾਂ ਦੇ ਚੁਟਕਲੇ ਬਣਾ ਪੇਸ਼ ਕਰ ਰਹੇ ਹਾਂ, ਮਹਾਰਾਜ ਸਾਹਿਬ ਨੇ ਸੇਵਾ ਦਾ ਗੁਰਬਾਣੀ ਵਿੱਚ ਜ਼ਿਕਰ ਕੀਤਾ। ਪੱਖਾ ਫੇਰੀ ਪਾਣੀ ਧੋਵਾਂ, ਜੋ ਦੇਵੇ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲਿਓ ਵਡਿਆਈ। ਵਾਹਿਗੁਰੂ ਵਾਹਿਗੁਰੂ। ਜਾਂ ਪੱਖਾ ਫੇਰੀ ਪਾਣੀ ਧੋਵਾਂ, ਹਰ ਜਨ ਕੇ ਪੀਸਣ ਪੀਸ ਕਮਾਵਾਂ, ਨਾਨਕ ਕੀ ਪ੍ਰਾਪਾਸ ਬਨੰਤੀ, ਤੇਰੇ ਜਨ ਦੇਖਣ ਪਾਵਾਂ। ਵਾਹਿਗੁਰੂ ਵਾਹਿਗੁਰੂ। ਜਿੱਦੋਂ ਕੀਤਾ ਵਾਲੇ ਨੇ ਬਕਾਇਦਾ ਸੇਵਾ, ਉਦੋਂ ਪੱਖਾ ਫੇਰਨ ਦੀ, ਪਾਣੀ ਢੋਣ ਦੀ, ਜੋੜੇ ਸਾਫ਼ ਕਰਨ ਦੀ, ਲੰਗਰ ਵਰਤਾਉਣ ਦੀ ਸੇਵਾ ਹੋਇਆ ਕਰਦੀ ਸੀ, ਅੱਜ ਵੀ ਹੈ। ਵਾਹਿਗੁਰੂ ਜੀ। ਅੱਜ ਭਾਵੇਂ ਪੱਖਿਆਂ ਨੇ ਜਗ੍ਹਾ, ਇਲੈਕਟ੍ਰੋਨਿਕ ਸਾਰਾ ਚੱਲ ਪਿਆ, ਜ਼ਮਾਨਾ ਬਦਲ ਗਿਆ, ਪੱਖੇ ਆ ਗਏ। ਹਾਂਜੀ, ਤੇ ਕਈ ਵਾਰੀ ਅਸੀਂ ਵੀ ਕਰਦੇ ਹਾਂ, ਪਲਾਸਟਿਕ ਵਿੱਚ ਲੰਗਰ ਵਰਤਾ ਕੇ ਤੇ ਬੋਰੀ ਚ ਪਾ ਆਉਣੇ, ਜਿਹੜੇ ਬਾਹਰ ਲਿਫਾਫੇ ਲੱਗੇ ਹੁੰਦੇ ਨਾ ਡਸਟਬਿਨ, ਉਹਨਾਂ ਚ ਜਾ ਕੇ ਪਾ ਦਿੰਦੇ ਆ। ਜੀ 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 ਜੀ। ਕਹਾਂਗੇ ਜੀ ਮਾਂਜਣੇ ਪੈਂਦੇ, ਬੁੜੀਆਂ ਕਹਿੰਦੀਆਂ, ਬੀਬੀਆਂ ਕਹਿੰਦੀਆਂ ਸਾਡੇ ਕੋਲ ਮਾਂਜੇ ਨਹੀਂ ਜਾਂਦੇ। ਤੇ ਜੇ ਤੁਹਾਡੇ ਅੱਜ ਹੱਥ ਗੁਰੂ ਨਾਨਕ ਦੇ ਘਰ ਦੀਆਂ ਥਾਲੀਆਂ ਨਹੀਂ ਮਾਂਜਦੇ, ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਉਹ ਹੱਥ ਕੋੜੇ ਨੇ ਜੀ। ਤ੍ਰਿਗ ਕਿਹਾ ਭਾਈ ਸਾਹਿਬ ਨੇ, ਤ੍ਰਿਗ ਸੇਵਾ ਬਿਨਾਂ ਹੱਥ ਪੈਰ ਹੋਰ ਨੇ ਫਲ ਕਰਨੀ। ਜੀ। ਭਾਈ ਸਾਹਿਬ ਜੀ ਦੀ ਵਾਰ ਉਹ ਕਦੇ ਚੰਗੀ ਤਰ੍ਹਾਂ ਦੇਖਣ ਗੁਰਮੁਖ ਪਿਆਰੇ। ਜੀ। ਭਾਈ ਸਾਹਿਬ ਕਹਿੰਦੇ ਨੇ ਤ੍ਰਿਗ ਸੇਵਾ ਤ੍ਰਿਗ ਸਿਰ, ਜੀ। ਜੋ ਗੁਰ ਨਾ ਨਿਭੇ ਗੁਰ ਲੱਗੇ ਨਾ ਚਰਨੀ। ਜੀ ਜੀ ਜੀ। ਸਿਰ ਜੋ ਗੁਰ ਨਾ ਨਿਭੇ ਗੁਰ ਲੱਗੇ ਨਾ ਚਰਨੀ, ਤ੍ਰਿਗ ਲੋਏ ਨ ਗੁਰ ਦਰਸ਼ਨ ਵੇਣ, ਦੇਖੇ ਪਰ ਤਰਨੀ। ਜਿਹੜੇ ਉਹਨਾਂ ਅੱਖਾਂ ਨੂੰ ਧਰੇਕਿਆ, ਜਿਹੜੇ ਗੁਰੂ ਦੇ ਦਰਸ਼ਨ ਤੋਂ ਬਿਨਾਂ ਪਰਾਏ ਰੂਪ ਨੂੰ ਧੱਕਣ। ਵਾਹਿਗੁਰੂ ਜੀ। ਇੱਕ ਮੈਂ ਇਹ ਵੀ ਦੇਖਿਆ ਵਾ ਵੀ ਸਤਸੰਗ ਦੇ ਵਿੱਚ ਜਾਣਾ, ਤੇ ਸਤਸੰਗ ਦੇ ਵਿੱਚ ਜਾ ਕੇ ਨਾ ਤੇ ਮਹਾਰਾਜ ਸਾਹਿਬ ਦੇ ਸ਼ਬਦ ਵੱਲ ਕਈ ਲੋਕਾਂ ਦਾ ਧਿਆਨ ਘੱਟ ਹੁੰਦਾ, ਤੇ ਇੱਧਰ ਉਧਰ ਧਿਆਨ ਜ਼ਿਆਦਾ ਹੁੰਦਾ। ਜੀ। ਮਹਾਰਾਜ ਕਹਿੰਦੇ ਪ੍ਰਾਤੇ ਕਾਲ ਸਤਸੰਗ ਨਾ ਜਾਵੇ, ਤਨਖਾਹਦਾਰ ਵਾਹ ਵੱਡ ਕਹਾਵੇ, ਸਤਸੰਗ ਜਾ ਕਰ ਚਿੱਤ ਡਲਾਵੇ, ਇਹਾਂ ਠੌਰ ਨਾ ਪਾਵੇ। ਜੀ। ਸਤਸੰਗ ਦੇ ਵਿੱਚ ਜਾ ਕੇ ਆਪਣਾ ਮਨ ਬੇਈਮਾਨ ਕਰਨਾ। ਜੀ। ਤੇ ਭਾਈ ਨੰਦ ਲਾਲ ਜੀ ਦਾ ਇਹ ਰਹਿਤਨਾਮਾ ਵਾਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ। ਮਹਾਰਾਜ ਕਹਿੰਦੇ ਨੇ ਕਿ ਉਹ ਨਰਕਾਂ ਦਾ ਅਧਿਕਾਰੀ ਹੈ ਮਨੁੱਖ, ਜਿਹੜਾ ਗੁਰੂ ਕੀ ਸੰਗਤ ਵਿੱਚ ਜਾ ਕੇ ਬੁਰੀ ਦ੍ਰਿਸ਼ਟੀ ਨਾਲ ਦੇਖਦਾ ਹੈ। ਜੀ। ਦੂਸਰੀ ਬੇਨਤੀ, ਹਰ ਜਸ ਸੁਣਤ ਬਾਤ ਚਲਾਵੇ, ਕਹੇ ਗੋਬਿੰਦ ਸਿੰਘ ਜੰਮਪੁਰ ਜਾਵੇ। ਵਾਹਿਗੁਰੂ ਜੀ। ਇਹਦਾ ਜਸ ਹੁੰਦਾ ਹੋਵੇ, ਕੀਰਤਨ ਹੋ ਰਿਹਾ ਹੋਵੇ, ਤੇ ਆਪਣੀਆਂ ਗੱਲਾਂ ਕਰਦੇ ਹੋਈਏ ਟੈਲੀਫੋਨ ਕੱਢ ਲਿਆ ਤੇ ਲੋਕਾਂ ਨਾਲ ਗੱਲਾਂ ਕਰਦੇ, ਜਾਂ ਦੁਨਿਆਵੀ ਗੱਲਾਂ ਕਰਦੇ, ਚਾਹੇ ਉਹ ਬੀਬੀਆਂ ਨੇ, ਚਾਹੇ ਮਾਈਆਂ ਨੇ, ਚਾਹੇ ਭਾਈ ਨੇ, ਕੋਈ ਵੀ ਹੋਵੇ। ਜੀ। ਸਤਸੰਗ ਦੇ ਵਿੱਚ ਜਾ ਕੇ ਕਦੀ ਵੀ ਗੁਰੂ ਕੀ ਬਾਤ ਸੁਣਨੀ ਚਾਹੀਦੀ ਹੈ, ਗੁਰੂ ਕੀ ਬਾਤ ਕਰਨੀ ਚਾਹੀਦੀ ਹੈ, ਦੁਨਿਆਵੀ ਗੱਲ ਨਹੀਂ ਕਰਨੀ ਚਾਹੀਦੀ। ਜੀ। ਮਹਾਰਾਜ ਨੇ ਰਹਿਤਨਾਮਾ ਵਿੱਚ ਲਿਆ ਵਾ, ਸੱਚੇ ਪਾਤਸ਼ਾਹ ਨੇ ਰਹਿਤਨਾਮਾ ਦੇ ਬਚਨ ਕਿਹਾ। ਜੀ। ਤੇ ਹੋਰ ਵੀ ਬਹੁਤ ਸਾਰੇ ਬਚਨ ਨੇ। ਖੈਰ ਆਪਾਂ ਜਿਹੜੇ ਕਰ ਰਹੇ ਹਾਂ ਵੀ ਸਤਸੰਗ ਦੇ ਵਿੱਚ ਜਾ ਕੇ ਕੇਵਲ ਗੁਰੂ ਕੀ ਬਾਣੀ ਸੁਣਨੀ ਤੇ ਗੁਰੂ ਕੀ ਬਾਣੀ ਸੁਣਾਉਣੀ। ਵਾਹਿਗੁਰੂ ਜੀ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਤ੍ਰਿਗ ਸਿਰ ਜੋ ਗੁਰ ਨਾ ਨਿਭੇ ਗੁਰ ਲੱਗੇ ਨਾ ਚਰਨੀ, ਤ੍ਰਿਗ ਲੋਏ ਨ ਗੁਰ ਦਰਸ਼ਨ ਵੇਣ, ਵੇਖੇ ਪਰ ਤਰਨੀ। ਉਹਨਾਂ ਅੱਖਾਂ ਤੇ ਤ੍ਰਿਗ ਆ ਜਿਹੜੇ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ
ਪਰਾਏ ਰੂਪ ਨੂੰ ਤੱਕਣ ਜਾਂ ਬੁਰੀ ਤੱਕਣੀ ਤੱਕਣ। ਭਾਈ ਸਾਹਿਬ ਕਹਿੰਦੇ ਉਹਨਾਂ ਅੱਖਾਂ ਤੇ ਫਟਕਾਰ ਆ, ਉਹ ਅੱਖਾਂ ਨੀਆਂ ਹੀ ਹੋ ਜਾਣੀਆਂ ਚਾਹੀਦੀਆਂ। ਵਾਹਿਗੁਰੂ। ਤ੍ਰਿਗ ਸਰਵਣ ਉਪਦੇਸ਼ ਵਣ, ਸੁਣ ਸੁਰਤ ਨਾ ਕਰਨੀ। ਕਹਿੰਦੇ ਉਹਨਾਂ ਸਰਵਣਾ ਤੇ ਕੰਨਾਂ ਤੇ ਵੀ ਤ੍ਰਿਗ ਹੈ, ਜਿਹੜੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਕੁਝ ਹੋਰ ਸੁਣਦੇ, ਨਿੰਦਾ ਸੁਣਦੇ ਨੇ, ਚੁਗਲੀ ਸੁਣਦੇ ਨੇ, ਮਾੜਾ ਸੁਣਦੇ ਨੇ, ਮਾੜਾ ਬੋਲਦੇ ਨੇ ਜੀ। ਫਿਰ ਚੌਥਾ ਬਚਨ ਭਾਈ ਸਾਹਿਬ ਕਹਿੰਦੇ ਤ੍ਰਿਗ ਜੀਭਾ ਗੁਰ ਸ਼ਬਦ ਵੇਣ, ਹੋਰੋ ਮੰਤਰ ਸਿਮਰਨੀ। ਕਹਿੰਦੇ ਉਸ ਜੀਭਾ ਨੂੰ ਵੀ ਤ੍ਰਿਗ ਹੈ, ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਦਾ ਮੰਤਰ ਸਿਮਰਨ ਕਰੇ। ਵਾਹਿਗੁਰੂ ਵਾਹਿਗੁਰੂ। ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਦੋਂ ਮਾਤਾ ਜੀ ਨੂੰ, ਮਾਤਾ ਗੰਗਾ ਸਾਹਿਬ ਜੀ ਨੂੰ ਵਿਆਹਣ ਗਏ ਨਾ ਮਾਓ ਪਿੰਡ ਜੀ, ਤੇ ਮਹਾਰਾਜ ਸਾਹਿਬ ਜੀ ਦੀ ਜਿਹੜੀ ਸਾਲੇ ਹਾਰ ਸੀ ਨਾ ਹਰਿਹਾਂ ਜੀ, ਤੇ ਮਹਾਰਾਜ ਸਾਹਿਬ ਜੀ ਨੂੰ ਕਿਹਾ ਵੀ ਮਹਾਰਾਜ ਤੁਸੀਂ ਸਾਡੇ ਪਿੰਡ ਵਿਆਹਣ ਆਇਓ, ਮੇਰੀ ਸਿਸਟਰ ਨੂੰ ਵਿਆਹਣ ਆਇਓ, ਤੇ ਮਹਾਰਾਜ ਸਾਡੇ ਪਿੰਡ ਦਾ ਰਿਵਾਜ ਆ ਵੀ, ਜਾਂ ਸਾਡੇ ਘਰ ਦਾ ਰਿਵਾਜ ਆ ਵੀ ਸਾਨੂੰ ਮਹਾਰਾਜ ਕੋਈ ਸੰਦ ਸੁਣਾ ਦਿਓ, ਕੋਈ ਗੀਤ। ਜੀ। ਤੇ ਜਿਵੇਂ ਅੱਜ ਕੱਲ ਸਾਡੇ ਵਿਆਹ ਪੂਰੇ ਨਹੀਂ ਨਾ ਹੁੰਦੇ ਜਿਨ੍ਹਾਂ ਚ ਅਸੀਂ ਬੱਚੀਆਂ ਨੂੰ ਅੱਧੇ ਕੱਪੜੇ ਪਾ ਕੇ ਸਟੇਜਾਂ ਤੇ ਨਚਾਉਂਦੇ ਨੇ ਜੀ। ਤੇ ਹੁਣ ਦੇਖੋ ਭਾਈ ਸਾਹਿਬ ਤੇ ਗੁਰੂ ਕੀ ਬਾਣੀ ਸਾਨੂੰ ਕੀ ਕਹਿ ਰਹੀ ਆ ਵੀ ਸਾਡਾ ਤੇ ਫਰਜ਼ ਆ ਵੀ ਧੀਆਂ ਦੇ ਸਿਰ ਤੇ ਹੱਥ ਰੱਖਣਾ। ਰਾਏ ਵਾਹਿਗੁਰੂ ਜਾਣੇ ਉਹਨਾਂ ਦੀ ਕੀ ਮਜਬੂਰੀ ਆ, ਜਾਂ ਵਾਹਿਗੁਰੂ ਜਾਣੇ ਕੀ ਕਾਰਨ ਆ, ਪਰ ਸਿੱਖਾਂ ਨੇ ਧੀਆਂ ਬੱਚੀਆਂ ਦੇ ਨਾਲ ਥੋੜੀ ਦੇਖਣੇ ਆ। ਜੀ। ਤ੍ਰਿਗ ਲੋਇਨ ਗੁਰ ਦਰਸ਼ਨ ਬਿਨ ਵੇਖੇ ਪਰ ਕਰਨੀ। ਤੇ ਅਸੀਂ ਤੇ ਆਪ ਨੱਚ ਰਹੇ ਹੁੰਦੇ, ਉਹਨਾਂ ਦੇ ਨਾਲ ਵੀਡੀਓ ਬਾਹਰ ਆਈਆਂ, ਅਸੀਂ ਤੇ ਨੱਚ ਰਹੇ ਹੁੰਦੇ ਉਹਨਾਂ ਬੱਚੀਆਂ ਦੇ ਨਾਲ। ਜੀ। ਪਰ ਤਰਿਆ ਰੂਪ ਨਾ ਪੇਖੇ ਨੇਤਰ ਸਾਧ ਕੀ ਤੈਨ, ਸੰਤ ਸੰਗ ਹੇਤ ਜਾਂ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਪੰਕਤੀਆਂ ਸਾਰੀਆਂ ਇਕੱਠੇ ਚੱਲ ਜਾਂਦੀਆਂ ਉਦੋਂ। ਵਾਹਿਗੁਰੂ ਜੀ। ਦੁਖੀ ਅਸੀਂ ਕਿਉਂ ਮਰਜ਼ਾਦਾ ਛੱਡੇ ਆ? ਮਹਾਰਾਜ ਸਾਹਿਬ ਨੇ ਆਪਣੇ ਉਸ ਸ਼ੁਭ ਵਿਆਹ ਰਾਹੀਂ ਆਪਣੇ ਧੀਆਂ ਪੁੱਤਾਂ ਨੂੰ ਇੱਕ ਸਿੱਖਿਆ ਪ੍ਰਦਾਨ ਕਰਨੀ ਸੀ। ਸਾਖੀ ਮਹਾਰਾਜ ਨੇ ਦਿੱਤੀ। ਸੱਚੇ ਪਾਤਸ਼ਾਹ ਕਹਿਣ ਲੱਗੇ ਹਰੇ ਹਨ ਤੂੰ ਮੈਨੂੰ ਗੀਤ ਵਾਸਤੇ ਕਹਿ ਰਹੀ ਹੈ, ਜਿਸਨੇ ਬਚਨ ਕਿਹਾ ਹੋਵੇ ਕਿ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਈ। ਜੀ। ਸਾਖਤ ਗੀਤ ਨਾ ਧੁਨ ਗਾਵਤ, ਬੋਲਤ ਬੋਲ ਅਜਾਈ। ਇਹ ਪ੍ਰਮਾਤਮਾ ਮੇਰੇ ਕੰਨਾਂ ਵਿੱਚ ਕਦੇ ਵੀ ਸਾਖਤ ਮਨੁੱਖਾਂ ਦੇ ਉਹ ਮਾਈਏ ਟੱਪੇ ਨਾ ਪੈਣ ਦੇਈ ਮੇਰੇ ਜੀਵਨ ਚ। ਵਾਹਿਗੁਰੂ ਜੀ। ਅਰੇ ਹਾਂ ਨੈਣ ਨਾ ਦੇਖੇ ਸਾਧ ਸੇ ਨੈਣ ਬਹਾਲਿਆ। ਜੀ। ਕਰਨ ਨਾ ਸੁਣੇ ਨਾਦ ਕਰਨ ਮੁੰਦ ਘਾਲਿਆ। ਰਸਨਾ ਜਪੇ ਨਾ ਨਾਮ ਤਿਲ ਤਿਲ ਕੰਨ ਕੱਟੀਏ। ਹਰ ਹਾਂ ਜਬ ਬਿਸਰੇ ਗੋਬਿੰਦ ਰਾਏ ਦਿਨੋਂ ਦਿਨ ਕੱਟੀਏ। ਵਾਹਿਗੁਰੂ ਵਾਹਿਗੁਰੂ। ਗੱਲ ਕਹਿਣ ਲੱਗੇ ਧੀਏ ਪ੍ਰਮਾਤਮਾ ਦਾ ਨਾਮ ਜਪਿਆ ਕਰ। ਵਾਹਿਗੁਰੂ ਨੇ ਸਾਨੂੰ ਜ਼ੁਬਾਨ ਪ੍ਰਮਾਤਮਾ ਦੇ ਨਾਮ ਜਪਣ ਵਾਸਤੇ ਦਿੱਤੀ ਹੈ। ਜੀ। ਇਹ ਜੇਬਾ ਕਰੋ ਸਤਖੰਡ, ਇਹਦੇ 7 ਟੋਟੇ ਕਰ ਦੇਣੇ ਚਾਹੀਦੇ ਜੇ ਇਹ ਪ੍ਰਮਾਤਮਾ ਦਾ ਨਾਮ ਨਾ ਜਪੇ। ਇੱਕ ਇਸ ਕਰਕੇ ਨਹੀਂ ਦਿੱਤੀ ਹੋਈ ਵੀ ਇਹ ਲੂਣ ਵਾਲਾ ਹੈ, ਸਲੂਣ ਵਾਲਾ ਹੈ, ਮਿੱਠਾ ਹੈ, ਸਾਰੇ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਇਹ ਰਸਨਾ ਤੂੰ ਅਨਰਸ ਰਾਜ ਰਹੀ। ਜੀ। ਜੀ। ਇੱਕ ਸਵਾਦਾਂ ਵਾਸਤੇ ਥੋੜੀ ਆ। ਬਿਲਕੁਲ ਬਿਲਕੁਲ। ਤਾਂ ਮੈਂ ਬੇਨਤੀ ਕਰ ਲਿਆ ਸੀਗਾ ਵੀ ਭਾਈ ਸਾਹਿਬ ਕਹਿੰਦੇ ਨੇ ਤ੍ਰਿਗ ਸਰਵਣ ਉਪਦੇਸ਼ ਬਿਨ ਬਿਨ ਸੁਰਤ ਨਾ ਧਰਨੀ। ਤ੍ਰਿਗ ਜੀ ਦਾ ਗੁਰ ਸ਼ਬਦ ਬਿਨ ਹੋਰੋ ਮੰਤਰ ਸਿਮਰਨੀ। ਗੁਰੂ ਦੇ ਮੰਤਰ ਤੋਂ ਬਿਨਾ ਕੋਈ ਹੋਰ ਸ਼ਬਦ ਨੂੰ ਸਿਮਰਨਾ। ਜੀ। ਉਸ ਜੀਭਾ ਨੂੰ ਤ੍ਰਿਗਾ। ਜੀ ਜੀ ਜੀ। ਪੰਜਵਾਂ ਬਚਨ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਵਾਹਿਗੁਰੂ ਜੀ। ਉਹਨਾਂ ਹੱਥਾਂ ਨੂੰ ਤ੍ਰਿਗ ਹੈ ਜਿਹੜੇ ਗੁਰੂ ਨਾਨਕ ਦੇ ਘਰ ਜਾ ਕੇ ਗੁਰੂ ਸਾਹਿਬ ਜੀ ਦੀ ਸੇਵਾ ਨਹੀਂ ਕਰਦੇ। ਵਾਹਿਗੁਰੂ ਵਾਹਿਗੁਰੂ ਜੀ। ਪੀਰ ਮੁਰੀਦਾ ਬਿਰਹੜੀ ਸੁਖ ਸਤਿਗੁਰੂ ਸਰਨੀ। ਕਹਿੰਦੇ ਭਾਈ ਘਰ ਗੁਰੂ ਘਰ ਜਾ ਕੇ ਸੇਵਾ ਕਰੇਗਾ ਤੂੰ ਇੱਥੇ ਵੀ ਉਜਲਾ ਹੋਵੇਗਾ, ਉਸ ਦਰਗਾਹ ਵਿੱਚ ਵੀ ਉਜਲਾ ਹੋਵੇਗਾ। ਸੇਵਾ ਕਰਨ ਵਾਲੇ ਨੂੰ ਮਹਾਰਾਜ ਸਾਹਿਬ ਜੀ ਸਹਿਜੇ 4 ਪਦਾਰਥ ਦੀ ਦਾਤ ਦਿੰਦੇ। ਜੀ ਜੀ ਜੀ। ਸਾਡੇ ਵਡੇਰਿਆਂ ਨੇ ਜਿਹੜੇ ਬੜੇ ਵੱਡੇ ਮਹਾਬਲੀ ਜਰਨੈਲ ਬਣੇ ਉਹਨਾਂ ਆਪਣਾ ਜੀਵਨ ਸੇਵਾ ਤੋਂ ਪ੍ਰਾਰੰਭ ਕੀਤਾ। ਜੀ। ਬਾਬਾ ਦੀਪ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰੂ ਕੀ ਹਜ਼ੂਰੀ ਆਏ ਤੇ ਮਹਾਰਾਜ ਕੋਲ ਬੜੇ ਪਿਆਰ ਨਾਲ ਬੈਠਦੇ ਸਨ। ਜੀ। ਜੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਤਰਾਸ਼ਣਾ ਸੀ, ਉਹ ਹੀਰੇ ਸਨ। ਬਿਲਕੁਲ ਜੀ। ਮਹਾਰਾਜ ਨੇ ਕਿਹਾ ਬਾਬਾ ਦੀਪ ਸਿੰਘ ਜੀ ਨੂੰ ਵੀ ਤੁਸੀਂ ਇੰਨੇ ਵਜੇ ਅੰਮ੍ਰਿਤ ਵੇਲੇ ਉੱਠਣਾ ਹੈ ਭਾਈ, ਉੱਠ ਕੇ
ਨਿਤਨੇਮ ਦੀ ਸੰਥਿਆ, ਹੋਰ ਸਾਰੀ ਬਾਣੀ ਦੀ ਸੰਥਿਆ, ਘੋੜਸਵਾਰੀ, ਸ਼ਾਸਤਰਬਾਜੀ, ਸ਼ਾਸਤਰ ਵਿਦਿਆ ਦੇ ਵਿੱਚ ਨਿਪੁੰਨ ਹੋਣਾ ਹੈ। ਕਿਉਂਕਿ ਜੀ ਬਾਬਾ ਦੀਪ ਸਿੰਘ ਦਾ ਜੀਵਨ ਸ਼ਾਸਤਰ ਵਿਦਿਆ ਤੇ ਸ਼ਾਸਤਰ ਵਿਦਿਆ ਦਾ ਇੱਕ ਸੁਮੇਲ ਆ। ਜੀ ਜੇ ਉਹ ਸ਼ਾਸਤਰ ਵਿਦਿਆ ਚਲਾਉਂਦੇ ਨੇ, ਸ਼ਾਸਤਰ ਵਿਦਿਆ ਲਿਖਦੇ ਨੇ, ਬਾਣੀ ਲਿਖਦੇ ਨੇ, ਤੇ ਲਗਾਤਾਰ ਬਾਣੀ ਲਿਖੀ ਜਾਂਦੇ ਨੇ। ਜੀ ਤੇ ਜੇ ਉਹ ਸ਼ਾਸਤਰ ਪੜ੍ਹ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ ਤੇ 18 ਸੇਰ ਦਾ ਖੰਡਾ ਲੈ ਕੇ ਆਉ ਲਾਈ ਜਾਂਦੇ ਨੇ। ਵਾਹਿਗੁਰੂ ਵਾਹਿਗੁਰੂ। ਜੀ ਸਮੇਲ ਆ ਉਹਨਾਂ ਨੂੰ, ਗੁਰੂ ਨੇ ਸਮੇਲ ਦਿੱਤਾ, ਭਾਵ ਕਿ ਬਰਾਬਰਤਾ ਦਿੱਤੀ। ਜਿਵੇਂ ਆਪਾਂ ਕਹਿੰਦੇ ਆ ਕਿ ਕਕਾਰ ਪਵਾ ਕੇ ਸਾਨੂੰ ਮਹਾਰਾਜ ਸਾਹਿਬ ਨੇ ਸਿਪਾਹੀ ਬਣਾਇਆ, ਤੇ ਗੁਰੂ ਦਾ ਸ਼ਬਦ ਦੇ ਕੇ ਸਾਨੂੰ ਸੰਤ ਬਣਾਇਆ। ਸੰਤ ਤੇ ਸਿਪਾਹੀ ਦੋਵੇਂ ਇਕੱਠੇ ਕਰ ਦਿੱਤੇ। ਵਾਹਿਗੁਰੂ, ਬੜੀ ਵੱਡੀ ਗੱਲ, ਬਿਲਕੁਲ ਜੀ। ਭਾਈ ਬਾਬਾ ਦੀਪ ਸਿੰਘ ਜੀ ਉਹ ਬਾਟਾ ਮਾਂਜ ਰਹੇ ਸੀ, ਮਹਾਰਾਜ ਨੇ ਸੇਵਾ ਲਾਈ ਸੀ ਵੀ ਇਸ ਤੋਂ ਬਾਅਦ ਇੰਨੇ ਵਜੇ ਤੁਸੀਂ ਭਾਂਡਿਆਂ ਦੀ ਸੇਵਾ ਕਰਨੀ। ਜੀ ਕੁਦਰਤੀ ਗੱਲ ਮੇਰੇ ਚੇਤੇ ਆ ਗਈ। ਮੈਂ ਕਿਸੇ ਸੰਪਰਦਾ ਦੇ ਵਿੱਚ ਨਾ, ਕਿਸੇ ਸੰਪਰਦਾ ਸੀਗੀ, ਤੇ ਉਹਦੇ ਵਿੱਚ ਮੈਂ ਵਿਆਹ ਤੇ ਗਿਆ, ਤੇ ਉਹਨਾਂ ਵੱਖਰਾ ਇੱਕ ਟੈਂਟ ਲਾਇਆ ਹੋਇਆ ਸੀ, ਪਰ ਲੰਗਰ ਥੱਲੇ ਬੈਠ ਕੇ ਸਿਖਾਉਂਦੇ ਸੀ। ਉਹ ਬੱਚਾ ਦੋਵੇਂ ਭਚੰਗੀ ਬਾਹਰੋਂ ਆਇਆ ਸੀ, ਗੁੱਡੀ ਇੰਡੀਆ ਤੋਂ। ਜੀ ਉਹ 400 ਜਾਣਾ ਹੋਊਗਾ, ਸਿੰਘ ਸਾਰੇ ਗੁਰਮੁਖ ਪਿਆਰੇ, ਤੇ ਉਹਨਾਂ ਨੇ ਵੱਖਰਾ ਇੱਕ ਕਨੇਤ ਲਾ ਕੇ ਤੇ ਲੰਗਰ ਥੱਲੇ ਬਿਠਾ ਕੇ ਤੇ ਉਹ ਥਾਲੀਆਂ 'ਚ ਵਰਤਾ ਰਿਹਾ ਸੀ, 2 ਦਾਲ ਸਬਜ਼ੀ ਸਾਗ ਅੱਜ ਜੋ ਕੁਝ ਬਣਿਆ ਸੀ। ਜੀ ਤੇ ਭਚੰਗੀ ਹੋਣਗੇ ਕੋਈ 11 12 15 ਸਾਲ ਦੇ, ਕੋਈ 14 ਸਾਲ ਦਾ, ਕੋਈ 7, ਕੋਈ 8, ਕੋਈ 10 ਜੀ। ਤੇ ਮੁੜ ਕੇ ਉਹਨਾਂ ਨੇ ਜਹੇਦਾਰ ਨੇ ਆਵਾਜ਼ ਮਾਰ ਕੇ ਕਿਹਾ, ਕਹਿੰਦਾ ਉਹ ਭਚੰਗੀ ਉਰੇ ਆਓ, ਤੋਂ ਸਾਰੇ ਆ ਗਏ। ਕਹਿੰਦਾ ਚੱਕੋ ਸਾਰੀਆਂ ਥਾਲੀਆਂ ਤੇ ਮਾਂਜੋ। ਜੀ ਕੋਈ 400 450 ਥਾਲੀ ਨਾਲ ਕੌਲੀ ਤੇ ਉਹ ਬੈਠ ਗਏ। ਸਵਾਦ ਸੁੱਤੀ ਹੋਈ ਸੀ ਘੇਰੇ ਘੇਰੇ, ਤੇ ਮੈਂ ਬੈਠਾ ਹਿਸਾਬ ਲਾ ਰਿਹਾ ਸੀ ਵੀ ਇਹਨਾਂ ਦੀ ਕੱਲ ਕੋਈ ਰੀਸ ਕਰ ਸਕੇਗਾ ਇਹਨਾਂ ਬੱਚਿਆਂ ਦੀ। ਬਿਲਕੁਲ ਜੀ। ਇਹਨਾਂ ਖਾਧਾ ਕੋਈ ਨਹੀਂ, ਇਹਨਾਂ ਦਾ ਸਵਾਰਥ ਕੋਈ ਨਹੀਂ, ਇਹਨਾਂ ਪੈਸੇ ਕੋਈ ਨਹੀਂ ਲੈਣੇ, ਖਾ ਕੇ ਕੋਈ ਗਿਆ, ਸਵਾਰਥ ਕਿਸੇ ਦਾ ਆ। ਮਾਂਜ ਇਹ ਰਿਹਾ, ਜੋ ਇਹਨਾਂ ਨੂੰ ਬਰਕਤ ਮਿਲਣੀ ਉਹਦਾ ਕੋਈ ਮੁੱਲ ਹੈ ਸੰਸਾਰ ਤੇ? ਨਹੀਂ ਜੀ, ਬਿਲਕੁਲ। ਜਿਤਨੇ ਸਟੇਜ ਤੇ ਬੈਠ ਕੇ ਗੁਰੂ ਕੀ ਕਥਾ ਕਰਨਗੇ, ਇਹਨਾਂ ਦੇ ਬਚਨ ਨਿਆਲੇ ਤੀਰ ਨਹੀਂ ਹੋਣਗੇ। ਬਿਲਕੁਲ ਬਿਲਕੁਲ ਜੀ। ਕਿਉਂਕਿ ਸੇਵਾ ਭੱਠੀ ਵਿੱਚੋਂ ਨਿਕਲੀ ਨਾ, ਮਤਲਬ ਆਪਣਾ ਜੀਵਨ ਭੱਠੀ ਵਿੱਚ ਕੋਲੂ ਚ ਪਾ ਕੇ ਬਾਹਰ ਨਿਕਲਿਆ, ਤਾਂ ਇਹਦਾ ਸੁੱਖ ਬਣਿਆ। ਬਿਲਕੁਲ ਬਿਲਕੁਲ ਜੀ। ਹੁਣ ਗੰਨਾ ਆ, ਭਾਈ ਸਾਹਿਬ ਨੇ ਗੰਨੇ ਦੀ ਉਦਾਹਰਨ ਵੀ ਦਿੱਤੀ ਆ ਵੀ ਗੰਨਾ ਪੁੱਠਾ ਹੋ ਕੇ ਭਗਤੀ ਕਰਦਾ ਆ, ਤੇ ਕਦੀ ਆ ਕੇ ਮਨ ਚ ਸੋਚਦਾ ਹੁੰਦਾ ਸੀ ਵੀ ਯਾਰ ਆਪਾਂ ਨੂੰ ਕੀ, ਆਪਾਂ ਤੇ ਲਹਿਰੇ ਲੈ ਰਹੇ ਆ, ਆਪਾਂ ਨੂੰ ਕਿੰਨੇ ਪੁੱਛਣਾ ਹੀ ਨਹੀਂ, ਆਪਾਂ ਨੂੰ ਤੇ ਕਿਸੇ ਨੇ। ਜੀ ਤੇ ਜ਼ਿਮੀਦਾਰ ਨੇ ਕੱਟ ਕੇ ਉਧਰ ਰੱਖਤਾ ਭਾਈ ਗੁਰਦਾਸ ਕਹਿੰਦੇ, ਤੇ ਕੋਲੂ ਵਿੱਚ ਪੀੜ ਕੇ ਗੰਨਾ, ਉਹਦੀ ਰੋਹ ਬਣਾ ਕੇ ਉਹਦੀ ਖੰਡ ਬਣਾਈ, ਸ਼ੱਕਰ ਬਣਾਈ, ਉਹ ਖੰਡ ਦਾ ਕੜਾਹ ਪ੍ਰਸ਼ਾਦ ਬਣਿਆ, ਤੇ ਗੁਰੂ ਨਾਨਕ ਸਾਹਿਬ ਦੇ ਘਰੇ ਭੋਗ ਲੱਗ ਗਿਆ। ਜੀ ਤੇ ਜਿਹੜੇ ਆਦ ਸੀ ਵਿਹਲੇ ਹੋ ਕੇ ਜ਼ਿਮੀਦਾਰ ਨੇ ਕੱਟ ਕੇ ਸੁੱਟੇ, ਕੁਛ ਮੱਝਾਂ ਮੋਰੇ, ਗਾਈਆਂ ਮੋਰੇ, ਬੌਲਾਂ ਮੋਰੇ, ਉਹਨਾਂ ਖਾਧਾ ਤੇ ਗੋਬਰ ਬਣ ਗਿਆ। ਬੀਬੀਆਂ ਨੇ ਪਾਤੀਆਂ ਦਾਤੀਆਂ ਉਹਨਾਂ ਨੇ ਚੁੱਲ੍ਹੇ ਵਿੱਚ, ਤੇ ਬਣ ਗਈ ਸਵਾਹ, ਤੇ ਹਵਾ ਰਾਣੀ ਆਈ ਉਡਾ ਕੇ ਲੈ ਗਈ। ਜਿਹੜਾ ਕਹਿੰਦਾ ਸੀ ਮੈਂ ਸਿਰ ਤੇ ਬੈਠਾ ਰਿਹਾ, ਕਿੱਥੇ ਹੋ? ਵਾਹਿਗੁਰੂ। ਜੀ ਜੀ ਜੀ, ਬਿਲਕੁਲ ਜੀ। ਬੜੀ ਪਿਆਰੀ ਐਗਜ਼ਾਮਪਲ ਹੈ ਜੀ, ਬੜੀ ਪਿਆਰੀ ਐਗਜ਼ਾਮਪਲ ਹੈ ਜੀ। ਬਿਲਕੁਲ। ਭਾਈ ਸਾਹਿਬ ਨੇ ਉਦਾਹਰਨ ਦਿੱਤੀ, ਕਹਿੰਦੇ ਐਵੇਂ ਨਾ ਆਕੜਿਆ ਫਿਰੀ, ਕਿਤੇ ਕਹੀ ਨਾ ਮੈਂ ਸਿਰ ਤੇ ਬੈਠਾ। ਜਿਹੜੇ ਸਿਰ ਤੇ ਬੈਠੇ ਉਹ ਹਵਾ ਰਾਣੀ ਉਡਾ ਕੇ ਲੈ ਜਾਂਦੀ ਉਹ, ਤੇ ਜਿਹੜੇ ਕੋਲੂਆਂ ਦੇ ਵਿੱਚ ਪੀੜ ਕੇ ਨਿਕਲਦੇ ਆ ਉਹ ਗੁਰੂ ਨਾਨਕ ਦੇ ਘਰ ਪ੍ਰਵਾਨ ਹੋ ਜਾਂਦੇ। ਵਾਹਿਗੁਰੂ ਵਾਹਿਗੁਰੂ, ਧੰਨ ਸੱਚੇ ਪਾਤਸ਼ਾਹ। ਭਾਈ ਸਾਹਿਬ ਕਹਿੰਦੇ ਬਿਲਕੁਲ ਵਕਤਰ ਧਰਾਏ ਕੇ ਸਿਰ ਚੜਿਆ ਭੱਜੇ। ਇਸ ਪ੍ਰਕਾਰ ਭਾਈ ਸਾਹਿਬ ਦਾ ਬਚਨ ਆ, ਮੇਰੇ ਹੁਣ ਖਿਆਲ ਚ ਨਹੀਂ ਜੀ, ਪਰ ਉਹ ਵਿਆਖਿਆ ਮੈਨੂੰ ਚੇਤੇ ਆ। ਜੀ ਜੀ ਜੀ। ਤੋ ਮੈਂ ਬੇਨਤੀ ਕਰ ਰਿਹਾ ਸੀਗਾ ਵੀ ਬਾਬਾ ਜੀ ਬੜੀ, ਕਿਉਂਕਿ ਜੀਵਨ ਉਹਨਾਂ ਦਾ ਜਿਹੜਾ ਬੜਾ ਮਸ਼ੱਕਤ ਭਰਿਆ ਜੀਵਨ ਹੈ ਬਾਬਾ ਜੀ ਦਾ। ਜੀ ਜੀ ਜੀ। ਤੇ ਉਸ ਵੇਲੇ ਬਾਕੀ ਮੰਨਦੇ ਆ ਬਾਬਾ ਦੀਪ ਸਿੰਘ ਸਾਹਿਬ ਜੀ ਕੋਲ ਗੁਰੂ ਗੋਬਿੰਦ ਸਿੰਘ ਜੀ ਆ ਗਏ। ਜੀ। ਇਹ ਸਾਰੇ ਦਾ ਸਾਰਾ ਸੰਕਲਪ ਜਿਹੜਾ ਆਪਣਾ ਗੁਰੂਦੁਆਰੇ ਦੀ ਉਸ ਚੁਗਰ ਦੇ ਵਿੱਚ ਘੁੰਮ ਰਿਹਾ ਕਿ ਸਿੱਖ ਨੂੰ ਕਿਵੇਂ ਗੁਰੂ ਨਾਨਕ ਦੇ ਘਰ ਜਾਣਾ ਚਾਹੀਦਾ ਤੇ ਕੀ ਕਰਨਾ ਚਾਹੀਦਾ ਹੈ। ਕੀ ਕਰਨਾ ਚਾਹੀਦਾ, ਬਿਲਕੁਲ ਜੀ। ਜੇ ਗੁਰੂ ਕੀ ਖੁਸ਼ੀ ਲੈਣੀ ਹੋਵੇ ਤਾਂ। ਜੀ ਜੀ। ਤੇ ਬਾਬਾ ਜੀ ਦੇ ਕੋਲ ਗੁਰੂ ਗੋਬਿੰਦ ਸਿੰਘ ਜੀ ਆ ਕੇ ਖਲੋ ਗਏ। ਜੀ। ਤੇ ਜਦੋਂ ਆ ਕੇ ਖਲੋ ਗਏ ਤੇ ਭਾਈ ਸਾਹਿਬ ਜੀ
ਮਾਂਜ ਰਿਹਾ ਸੀ। ਮਹਾਰਾਜ ਕਹਿਣ ਲੱਗੇ ਦੀਪ ਸਿਆਂ ਬਾਟਾ ਮਾਂਜ ਰਿਹਾ। ਉਦੋਂ ਬਾਬਾ ਜੀ ਨਹੀਂ ਸੀ। ਬਾਬਾ ਜੀ ਕਹਿੰਦੇ ਨੇ ਦੀਪ ਸਿਆਂ ਬਾਟਾ ਮਾਂਜ ਰਿਹਾ। ਜੀ ਤੇ ਬਾਬਾ ਜੀ ਕਹਿਣ ਲੱਗੇ ਨਹੀਂ ਮਹਾਰਾਜ ਮੈਂ ਬਾਟਾ ਨਹੀਂ ਮਾਂਜਦਾ। ਪਹਿਲਾਂ ਤਾਂ ਮੈਨੂੰ ਇਹ ਮਾਫੀ ਦਿਓ ਕਿ ਤੁਸੀਂ ਆਏ ਤੇ ਮੈਂ ਉੱਠ ਕੇ ਨਹੀਂ ਖੜਾ ਹੋ ਸਕਿਆ। ਜੀ ਮੈਂ ਤੁਹਾਡਾ ਸਵਾਗਤ ਨਹੀਂ ਕੀਤਾ, ਮੈਂ ਤੁਹਾਡੇ ਸਵਾਗਤ ਵਿੱਚ ਨਹੀਂ ਖਲੋਤਾ ਤੇ ਮੈਨੂੰ ਮਾਫੀ ਦੇ। ਮਹਾਰਾਜ ਕਹਿੰਦੇ ਨਹੀਂ ਐਸੀ ਕੋਈ ਗੱਲ ਨਹੀਂ, ਤੁਸੀਂ ਲਗਨ ਨਾਲ ਕੰਮ ਕਰਦੇ ਸੀ। ਲਗਨ ਦੇ ਨਾਲ ਮਿਹਨਤ ਨਾਲ ਕਰਨਾ ਚਾਹੀਦਾ। ਖੁਸ਼ੀ ਉਹਦੇ ਵਿੱਚ, ਕਾਮਯਾਬੀ ਉਹ 'ਚ ਹੁੰਦੀ ਹੈ ਜਿਹੜਾ ਕੰਮ ਆਪਾਂ ਲਗਨ ਨਾਲ ਕਰਦੇ। ਜੀ ਪਰ ਲਾਲ ਮੈਂ ਇੱਕ ਸਵਾਲ ਰੱਖਿਆ ਸੀ ਵੀ ਤੁਸੀਂ ਬਾਟਾ ਮਾਂਜਦੇ ਹੋ। ਜੀ ਬੜੇ ਪਿਆਰ ਨਾਲ ਕਹਿਣ ਲੱਗੇ ਨਹੀਂ ਮਹਾਰਾਜ ਮੈਂ ਬਾਟਾ ਨਹੀਂ ਸੀ ਮਾਂਜਦਾ। ਜੀ ਤੇ ਕਹਿਣ ਲੱਗੇ ਕੀ ਕਰਦੇ ਸੀ? ਕਹਿੰਦੇ ਮਹਾਰਾਜ ਮੈਂ ਤਾਂ ਮਹਾਰਾਜ ਆਪਣਾ ਮਨ ਮਾਂਜ ਰਿਹਾ। ਵਾਹਿਗੁਰੂ ਵਾਹਿਗੁਰੂ। ਕਹਿੰਦੇ ਤੈਨੂੰ ਕਿਵੇਂ ਪਤਾ ਲੱਗੂਗਾ ਵੀ ਤੇਰਾ ਮਨ ਮਾਂਜਿਆ ਗਿਆ? ਜੀ ਵਾਹਿਗੁਰੂ। ਕਹਿੰਦੇ ਮਹਾਰਾਜ ਜਦੋਂ ਮਾਂਜਦਿਆ ਨਾ ਇਹਦੇ ਵਿੱਚੋਂ ਮੇਰੀ ਤਸਵੀਰ ਆਉਣੀ ਬੰਦ ਹੋ ਜਾਏਗੀ, ਤੁਹਾਡੀ ਤਸਵੀਰ ਆਉਣ ਲੱਗ ਪਏਗੀ, ਮੈਂ ਸਮਝਾਂਗਾ ਮੇਰਾ ਮਨ ਮਾਂਜਿਆ ਗਿਆ। ਵਾਹਿਗੁਰੂ ਵਾਹਿਗੁਰੂ। ਮਹਾਰਾਜ ਬੜੇ ਖੁਸ਼ ਹੋਏ। ਜੀ ਸੱਚੇ ਪਾਤਸ਼ਾਹ ਨੇ ਆਪਣੇ ਸੀਨੇ ਨਾਲ ਲਾ ਲਿਆ ਸੀਗਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ, ਪਰ ਬੜੀ ਬਖਸ਼ਿਸ਼ ਦਿੱਤੀ। ਜੀ ਇਹ ਪਿਆਰ ਸੀ ਉਹਨਾਂ ਦੀ ਬਖਸ਼ਿਸ਼ ਦਾ। ਕਦੇ ਸਿਰ ਲੱਥੇ ਤੋਂ ਸਿਰ ਨੂੰ ਤਲੀ ਤੇ ਧਰ ਕੇ ਲੜਨਾ ਜਿਹੜਾ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਹਿੱਸੇ ਹੀ ਆਇਆ। ਸਾਡੇ ਹਿੱਸੇ ਤਾਂ ਕੇਵਲ ਨਿੰਦਾ ਆਈ ਹੈ। ਵਾਹਿਗੁਰੂ ਬਖਸ਼ ਲਓ ਗੁਰੂ ਸਾਹਿਬ ਜੀ। ਜੀ ਇਹ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਘਰ ਦਾ ਪਿਆਰ ਸੀ। ਗੁਰੂ ਗੋਬਿੰਦ ਸਿੰਘ ਦੇ ਬਖਸ਼ਿਸ਼, ਉਹਨਾਂ ਨੇ ਨੇਤਰਾਂ ਦੀ ਬਖਸ਼ਿਸ਼ ਲਈ ਸੀ। ਥਾਪੜਾ ਲਿਆ ਸੀ ਤੇ ਜਿਹਨੂੰ ਗੁਰੂ ਥਾਪੜਾ ਦੇ ਦਿੰਦਾ ਨਾ, ਫਿਰ ਸੰਸਾਰ ਉਹਨੂੰ ਰੋਕ ਨਹੀਂ ਸਕਦਾ। ਕਿਉਂਕਿ ਨਿਹੱਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੱਢ ਦੀ। ਵਾਹਿਗੁਰੂ ਵਾਹਿਗੁਰੂ। ਗੁਰੂ ਜੀ ਨੂੰ ਥਾਪੀ ਦੇ ਦੇਵੇ। ਭਾਈ ਸਾਹਿਬ ਜੀ, ਭਾਈ ਨੰਦ ਲਾਲ ਜੀ ਦਾ ਇੱਕ ਬਚਨ ਕਹਿ ਕੇ ਮੈਂ ਅੱਗੇ ਚੱਲਾਂ ਤੇ ਆਪਾਂ ਸਾਰਾ ਮਰਜ਼ਾਦਾ ਵਿੱਚ ਹੀ ਲੈ ਕੇ ਜਾਣਾ ਅੱਜ ਇਹਨੂੰ। ਜੀ ਤੇ ਇਹ ਪ੍ਰੇਮ ਦੀ ਬਾਤ ਆ ਕਿ ਮਹਾਰਾਜ ਸਾਹਿਬ ਜੀ ਪ੍ਰਸ਼ਾਦਾ ਛਕਦੇ ਸੀ, ਕਿੱਦਾਂ ਸੇਵਾ ਕਰਦੇ ਸੀ ਗੁਰੂ ਕੇ ਸਿੱਖ, ਤੇ ਗੁਰੂ ਦੀਆਂ ਖੁਸ਼ੀਆਂ ਕਿਵੇਂ ਲੈਂਦੇ ਸੀ ਗੁਰੂ ਸਾਹਿਬ ਜੀ ਪਾਸੋਂ। ਜੀ ਤੇ ਭਾਈ ਸਾਹਿਬ ਜੀ ਕੋਲ ਬੈਠੇ ਸਨ ਤੇ ਮਾਤਾ ਜੀ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾ ਰਹੇ ਸਨ। ਮਾਤਾ ਗੁਜਰ ਕੌਰ ਜੀ, ਤੇ ਅੰਦਾਜ਼ਾ ਲਾਓ ਵੀ ਮਾਂ ਪ੍ਰਸ਼ਾਦਾ ਛਕਾ ਰਹੀ ਹੋਵੇਗੀ ਤੇ ਗੁਰੂ ਸਾਹਿਬ ਜੀ ਛਕ ਰਹੇ ਹੋਣਗੇ। ਉਹ ਕੈਸਾ ਸਮਾਂ ਹੋਵੇਗਾ, ਕੈਸਾ ਸੀਨ ਹੋਵੇਗਾ, ਕੈਸਾ ਦ੍ਰਿਸ਼ ਹੋਵੇਗਾ। ਵਾਹਿਗੁਰੂ ਬਿਲਕੁਲ। ਤੇ ਮਹਾਰਾਜ ਕਹਿਣ ਲੱਗੇ ਮਾਤਾ ਜੀ ਬਸ ਹੁਣ ਮੈਂ ਰੱਜ ਗਿਆ, ਮਾਤਾ ਜੀ ਹੋਰ ਨਾ ਦਿਓ। ਤੇ ਮਾਵਾਂ ਦਾ ਸੁਭਾਅ ਹੁੰਦਾ, ਮਾਵਾਂ ਧੱਕੇ ਨਾਲ ਮਾਂ ਜੋ ਹੈ, ਮਾਂ ਦਾ ਹਿਰਦਾ ਨਾ ਮਾਂ ਗੁਜਰ ਕੌਰ ਜੀ ਦਾ। ਜੀ ਤੇ ਮਾਤਾ ਜੀ ਨੇ ਇੱਕ ਪ੍ਰਸ਼ਾਦਾ ਹੋਰ ਮਹਾਰਾਜ ਜੀ ਨੂੰ ਰੱਖਤਾ ਤੇ ਦਾਤਾ ਜੀ ਨੇ ਅੱਧਾ ਲਿਆ ਤੇ ਅੱਧਾ ਲੱਗ ਕੇ ਉਹਨਾਂ ਦੇ ਕੂਕਰ ਬੈਠਾ ਸੀ। ਉਹ ਕੂਕਰ ਵੱਲ ਸੁੱਟਿਆ ਤੇ ਉਹਨੇ ਜ਼ਮੀਨ ਤੇ ਲੱਗਣ ਨਹੀਂ ਦਿੱਤਾ, ਸਿੱਧਾ ਪੁੱਛ ਲਿਆ। ਵਾਹਿਗੁਰੂ ਜੀ। ਕਈ ਬੜੇ ਸਿਆਣੇ ਕੂਕਰ ਹੁੰਦੇ, ਮੇਰੇ ਕੋਲ ਹੁੰਦਾ ਸੀ, ਮੈਂ ਦੇਖਿਆ ਉਹ ਜ਼ਮੀਨ ਤੇ ਰੋਟੀ ਨਹੀਂ ਸੀ ਲੱਗਣ ਦਿੰਦਾ। ਜੀ ਜੀ ਜੀ। ਜਦੋਂ ਉਹਨੂੰ ਪੌੜੀ ਨਾਲ ਸਿੱਧੀ ਪੁੱਛ ਲੈਣੀ ਤੇ ਜਿੱਥੇ ਉਹਦੀ ਬੋਰੀ ਹੋਣੀ ਉੱਥੇ ਜਾ ਕੇ ਖਾਣੀ। ਜੀ ਤੇ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਮਹਾਰਾਜ ਜੀ ਇੱਕ ਕੂਕਰ ਇੱਥੇ ਬੈਠਾ, ਇਹਨੂੰ ਵੀ ਪਾ ਦਿੰਦੇ। ਜੀ ਵਾਹਿਗੁਰੂ। ਤੇ ਮਹਾਰਾਜ ਕਹਿੰਦੇ ਨੰਦ ਲਾਲ ਜੀ ਤੁਸੀਂ ਹਜੇ ਉੱਥੇ ਨਹੀਂ ਪਹੁੰਚੇ ਜਿੱਥੇ ਉਹ ਪਹੁੰਚਿਆ ਹੋਇਆ। ਭਾਈ ਨੰਦ ਲਾਲ ਜੀ ਉਹਨੇ ਮੰਗਿਆ ਨਹੀਂ, ਤੁਸੀਂ ਤਾਂ ਮੰਗ ਲਿਆ। ਵਾਹਿਗੁਰੂ ਵਾਹਿਗੁਰੂ। ਧੰਨ ਸੱਚੇ ਭਾਈ ਪਾਤਸ਼ਾਹ। ਨੰਦ ਲਾਲ ਜੀ ਨੇ ਲੰਮੇ ਪੈ ਕੇ ਕਿਹਾ ਸੀ ਦਾਤਾ ਮੈਨੂੰ ਅੱਜ ਪਤਾ ਲੱਗਾ, ਮੈਂ ਵੀ ਸਮਝਿਆ ਤੇਰੇ ਦਰ ਦਾ ਮੈਂ ਕੂਕਰ ਹਾਂ, ਪਰ ਮੈਨੂੰ ਅੱਜ ਪਤਾ ਲੱਗਾ ਮੇਰੇ ਨਾਲ ਉਹਦੇ ਕੂਕਰ ਦਾ ਸਬਰ ਕਿਤੇ ਜ਼ਿਆਦਾ ਹੈ। ਦਾਤਾ ਮੈਂ ਤੇਰੇ ਦਰ ਦੇ ਕੂਕਰਾਂ ਦਾ ਕੂਕਰ ਹਾਂ। ਉੱਥੇ ਬਚਨ ਕਹਿੰਦਾ ਲਾਲ ਗਲਾਲ ਸੱਗ ਗੁਰੂ ਗੋਬਿੰਦ ਸਿੰਘ। ਵਾਹਿਗੁਰੂ ਵਾਹਿਗੁਰੂ। ਮਹਾਰਾਜ ਮੈਂ ਤੇਰੇ ਘਰ ਦਾ ਉਹ ਗੁਲਾਮ ਆ, ਉਹ ਕੂਕਰ ਆ ਦਾਤਾ ਸਤਿਗੁਰੂ, ਮੈਂ ਤੇ ਇਸ ਤੋਂ ਵੀ ਨਹੀਂ ਮਾਇਆ। ਵਾਹਿਗੁਰੂ ਜੀ। ਇਹ ਸਭ ਕੁਝ ਸੇਵਾ ਚੋਂ, ਪਿਆਰ ਚੋਂ, ਗੁਰੂ ਦੇ ਪ੍ਰੇਮ ਚੋਂ। ਗੁਰੂ ਪ੍ਰੇਮ ਦੀ ਕਸਵੱਟੀ ਲਾਉਂਦਾ, ਜਿਹੜਾ ਉਹ ਕਸਵੱਟੀ ਤੇ ਖਰਾ ਉਤਰ ਜਾਂਦਾ ਹੈ ਨਾ, ਫਿਰ ਮਹਾਰਾਜ ਆਪਣੇ ਬਰਾਬਰ ਕਰ ਲੈਂਦੇ ਨੇ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਵਾਹਿਗੁਰੂ ਵਾਹਿਗੁਰੂ। ਤੋ ਸਾਰਾ ਕੁਝ ਗੁਰੂ ਨਾਨਕ ਦੇ ਘਰੋਂ ਮਿਲਦਾ। ਇਹ ਨਹੀਂ ਉਦੋਂ ਮਿਲਦਾ ਸੀ, ਅੱਜ ਨਹੀਂ ਮਿਲਦਾ, ਅੱਜ ਵੀ ਮਿਲਦਾ ਆ। ਪਰ ਸਾਨੂੰ ਜਿਹੜਾ ਪਹਿਲਾ ਕਦਮ ਆ ਉਹ ਪ੍ਰੇਮ ਦਾ ਪੜਨਾ ਪਊਗਾ। ਬਿਲਕੁਲ ਬਿਲਕੁਲ। ਬਾਕੀ ਕਦਮ ਸਤਿਗੁਰੂ ਸਾਨੂੰ ਆਪ ਲੈ ਕੇ ਆਉਣਗੇ। ਇਸੇ ਪ੍ਰਕਾਰ ਗੁਰੂ ਘਰ ਸੇਵਾ ਕਰੀਏ, ਭਾਂਡਿਆਂ ਦੀ ਸੇਵਾ ਕਰੀਏ, ਚੌਰ ਦੀ ਸੇਵਾ ਕਰੀਏ, ਸ਼ਰਧਾ ਭਾਵਨਾ ਨਾਲ ਜੋ ਸੁਣਾਇਆ ਜਾਂਦਾ ਆ ਉਸ ਨੂੰ ਸੁਣ ਕੇ ਘਰੇ ਲਿਆਈਏ। ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਰਨਾਓ। ਵਾਹਿਗੁਰੂ ਵਾਹਿਗੁਰੂ ਜੀ। ਜਿਹੜਾ ਸੁਣ ਲੈਂਦਾ ਹੈ ਨਾ,
ਮਹਾਰਾਜ ਕਹਿੰਦੇ ਨੇ ਵੀ ਜਿਹਦਾ ਸੁਣ ਲੈਂਦਾ ਨਾ ਉਹਨੂੰ ਵਿਕਾਸ ਰਹਿੰਦਾ ਆ। ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੂਖ ਪਾਪ ਕਾ ਨਾਸ। ਵਾਹਿਗੁਰੂ ਜੀ। ਇਹ ਇਸ ਪ੍ਰਥਾਏ ਸਾਨੂੰ ਗੁਰੂ ਘਰ ਜਾਣਾ ਚਾਹੀਦਾ ਹੈ। ਮੈਂ ਸਮਝਦਾ ਵੀ ਆਪਾਂ ਜਿਹੜਾ ਜਿਤਨਾ ਕ ਮਹਾਰਾਜ ਨੇ ਆਪਾਂ ਨੂੰ ਮਦਬੁੱਧ ਬਖਸ਼ ਕੀਤੀ ਆ, ਕਸੂਰ ਗੁਰੂ ਦਾ ਨਹੀਂਗਾ। ਇਹ ਨਹੀਂ ਕਿ ਅਸੀਂ ਗੁਰੂ ਘਰ ਜਾਂਦੇ ਸੀ ਸਾਨੂੰ ਮਿਲਿਆ ਨਹੀਂ, ਅਸੀਂ ਗੁਰੂ ਘਰ ਗਏ ਹੀ ਨਹੀਂਗੇ। ਜੇ ਗੁਰੂ ਘਰ ਗਏ ਹੁੰਦੇ, ਗੁਰੂ ਘਰੋਂ ਕੋਈ ਕਦੀ ਖਾਲੀ ਨਹੀਂ ਗਿਆ। ਵਾਹਿਗੁਰੂ ਜੀ। ਸਾਡੇ ਇਤਿਹਾਸ ਵਿੱਚ ਇੱਕ ਵਚਨ ਮਿਲਦਾ ਆ ਕਿ ਮੀਆਂ ਮੀਰ ਜੀ ਗੁਰੂ ਅਰਜਨ ਸਾਹਿਬ ਜੀ ਦੇ ਬੜੇ ਪ੍ਰੇਮੀ ਸਨ ਜੀ। ਤੇ ਪ੍ਰੇਮੀ ਕਿਉਂ ਸਨ ਇਹ ਬਹੁਤ ਘੱਟ ਪਤਾ ਹੈ ਜੀ। ਸਿੱਧੇ ਪ੍ਰੇਮੀ ਨਹੀਂ ਸੀ ਉਹ ਬਣੇ। ਠੀਕ ਹੈ। ਪ੍ਰੇਮੀ ਉਹ ਬਰਾੜ ਦੇਖਿਆ ਸੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਦਾ। ਉਹਨਾਂ ਦੇਖਿਆ ਸੀ ਕਿ ਗੁਰੂ ਅਰਜਨ ਸਾਹਿਬ ਜੀ ਪ੍ਰਤੱਖ ਹਰਨੇ ਆਏ ਸੰਸਾਰ ਤੇ। ਵਾਹਿਗੁਰੂ ਜੀ। ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦੇ ਰਹੇ ਸੀ, ਕਿਉਂਕਿ ਜਹਾਂਗੀਰ ਨੇ ਗੁੱਸਾ ਕੀਤਾ ਸੀ ਕਿ ਤੁਸੀਂ ਹਰਗੋਬਿੰਦ ਸਾਹਿਬ ਮਹਾਰਾਜ ਦਾ ਘੋੜਾ ਅੰਦਰੋਂ ਫੜ ਕੇ ਲਿਆਉਣੇ ਨਾ। ਉਹ ਕਹਿੰਦੇ ਸੀ ਗੁੱਸਾ ਨਾ ਕਰਿਆ ਕਰ, ਮੈਂ ਜਦੋਂ ਰੱਬ ਦੀ ਬਾਰਗਾਹ ਜਾਣਾ ਨਾ ਤੇ ਮੈਂ ਜਦੋਂ ਅੱਲਾ ਦੇ ਦਰਸ਼ਨ ਕਰਨਾ, ਉਸ ਬਾਰਗਾਹ ਚ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਹੁੰਦੇ ਆ, 10 ਘੋੜਾ ਫੜਾਂ ਕਿ ਨਾ ਫੜਾਂ। ਵਾਹਿਗੁਰੂ ਵਾਹਿਗੁਰੂ। ਇਹ ਉਹ ਆਪ ਨਰੈਣ ਕਲਾਕਾਰ ਜਗ ਮੇ ਪਰਵਰਿ ਹੋਆ। ਵਾਹਿਗੁਰੂ ਬਿਲਕੁਲ ਜੀ। ਜਿਹੜਾ ਜਲੰਧਰ ਦਾ ਰਾਜਾ ਸੀ ਨਾ ਜੀ, ਉਹਦੀਆਂ 7 ਰਾਣੀਆਂ ਸੀਗੀਆਂ ਤੇ ਬੇਔਲਾਦੀਆਂ ਸਨ, ਔਲਾਦ ਨਹੀਂ ਸੀ ਉਹਦੇ। ਤੇ ਛੋਟੀ ਜਿਹੜੀ ਰਾਣੀ ਸੀ ਉਹਨੂੰ ਲੈ ਕੇ ਉਹ ਮੀਆਂ ਮੀਰ ਜੀ ਕੋਲ ਲਾਹੌਰ ਗਿਆ ਸੀ ਜੀ। ਤੇ ਮੀਆਂ ਮੀਰ ਜੀ ਨੂੰ ਉਹਨੇ ਕਿਹਾ ਜੀ ਮੈਨੂੰ ਦੱਸ ਦਿਓ, ਮੇਰਾ ਰਾਜ ਭਾਗ ਸਾਰਾ ਖਾਲੀ ਜਾ ਰਿਹਾ। ਜਿਵੇਂ ਕਿ ਰਾਣੀ ਮੈਣੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਜੀ। ਉਹਨਾਂ ਹਿਸਾਬ ਲਾਇਆ, ਉਹਨਾਂ ਕਿਹਾ ਵੀ ਗੱਲ ਸੁਣ ਭਾਈ ਗੁਰਮੁਖਾ, ਤੇਰੇ ਕਰਮਾਂ 'ਚ ਦਾਤ ਨੀ ਗੀ ਤੇ ਇਹਦੇ ਵਿੱਚ ਸ਼ੰਕਾ ਕਰਨ ਵਾਲੀ ਕੋਈ ਗੱਲ ਨੀ ਗੀ। ਦੇਖੋ ਬਾਬਾ ਆਦਮ ਜੀ ਦੀ ਕੁੱਲ, ਭਾਈ ਭਗਤੂ ਜੀ, ਭਾਈ ਜੀਵਨ ਜੀ, ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਤੋਂ ਚੱਲੀ ਆ ਜੀ। ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣਾ ਚੌਥਾ ਪੁੱਤਰ ਬਾਬਾ ਆਦਮ ਜੀ ਨੂੰ ਦਿੱਤਾ ਆ। ਫਿਰ ਕਦੀ ਇੱਥੇ ਮੈਂ ਬੋਲਾਂਗਾ ਜੀ ਜੀ ਜੀ। ਇਹ ਸਾਰੇ ਸਾਡੇ ਕੋਲ ਇਤਿਹਾਸ ਆ, ਸਰੋਤ ਨੇ। ਉਹ ਖੰਡਣਾ ਤਾਂ ਤੁਸੀਂ ਜਿਹਨੂੰ ਮਰਜ਼ੀ ਖੰਡਨ ਮੰਡਨ ਕਰਦੇ ਹੋ, ਖੰਡਨ ਮੰਡਨ ਕਰਨਾ ਤੇ ਬੜਾ ਸੌਖਾ ਹੁੰਦਾ, ਪਰ ਜਿਹੜੇ ਚੱਲਣਾ ਬਹੁਤ ਔਖਾ ਹੁੰਦਾ ਹੈ। ਜੀ ਜੀ ਜੀ। ਹਾਂਜੀ, ਆਪਣਾ ਮੇਨ ਜਿਹੜਾ ਪ੍ਰੋਗਰਾਮ ਕਰਨ ਦਾ ਜੀ, ਆਪਣਾ ਮੇਨ ਜਿਹੜਾ ਸੀਗਾ ਪ੍ਰੋਗਰਾਮ ਕਰਨ ਦਾ, ਉਹ ਮਨੋਰਥ ਵੀ ਇਹੀ ਆ ਵੀ ਸੰਗਤਾਂ ਜਿਹੜੀਆਂ ਨੇ ਨਾ, ਜਿਹੜਾ ਪ੍ਰੈਕਟੀਕਲ ਆਪਾਂ ਨੂੰ ਜ਼ਿੰਦਗੀ 'ਚ ਕਰਨਾ ਚਾਹੀਦਾ ਉਹ ਕਰਨ। ਆਪਾਂ ਗੁਰੂ ਦੀ ਯਾਦ ਦੇ ਵਿੱਚ ਜੁੜੀਏ, ਸਿਮਰਨ ਕਰੀਏ, ਬਾਣੀ ਪੜ੍ਹੀਏ। ਬਾਣੀ ਨੂੰ ਮੰਥਨ ਕਰਨ ਨਾਲ ਭਾਈ ਮਲਕੀਤ ਸਿੰਘ ਜੀ ਕੁਛ ਨਹੀਂ ਮਿਲਦਾ। ਹਿਰਦੇ ਕਪਟ, ਮੁਖ ਗਿਆਨੀ, ਝੂਠਾ ਪਾਹੇ ਬਲੋਸ ਪਾਣੀ। ਵਾਹਿਗੁਰੂ ਵਾਹਿਗੁਰੂ। ਬਾਣੀ ਨੂੰ ਮੰਥਨ ਕਰਨ ਨਾਲ ਮੱਖਣ ਨਹੀਂ ਨਿਕਲਣਾ, ਦੁੱਧ ਨੂੰ ਮੰਥਨ ਕਰਨ ਦੇ ਨਾਲ ਮੱਖਣ ਨਿਕਲਣਾ ਹੈ, ਦਹੀਂ ਨੂੰ ਮੰਥਨ ਕਰਨ ਨਾਲ। ਬਿਲਕੁਲ ਬਿਲਕੁਲ। ਤੋ ਦਹੀਂ ਨੂੰ ਜਾਗ ਲਾ ਕੇ ਵਾਹਿਗੁਰੂ, ਦੁੱਧ ਨੂੰ ਜਾਗ ਲਾ ਕੇ ਦਹੀਂ ਬਣਦਾ, ਦਹੀਂ ਨੂੰ ਮੰਥਨ ਕਰਕੇ ਮੱਖਣ ਨਿਕਲਦਾ ਹੈ। ਪਾਣੀ ਨੂੰ ਜਾਗ ਨਹੀਂ ਲੱਗਦੀ, ਤਰਕਾਂ ਨੂੰ ਜਾਗ ਨਹੀਂ ਲੱਗਣੀ, ਨਾ ਤਰਕਾਂ ਨੂੰ ਜਾਗ ਲਾ ਕੇ ਕਦੀ ਇਹ ਜਾਗ ਦੁੱਧ ਆ ਗਿਆਨ, ਦੁੱਧ ਆ ਗੁਰੂ ਕੀ ਬਾਣੀ ਤੇ ਭਗਤੀ ਰੂਪੀ ਇਹਨੂੰ ਜਾਗ ਲਾਉਣੀ ਆ। ਵਾਹਿਗੁਰੂ ਵਾਹਿਗੁਰੂ। ਤੇ ਗਿਆਨ ਰੂਪੀ ਚ ਮੱਖਣ ਨਿਕਲਣਾ ਵਾ। ਉਸ ਮੱਖਣ ਦੇ ਨਾਲ ਤੂੰ ਆਪ ਵੀ ਸੌਖਾ ਹੋਣਾ ਹੈ, ਲੋਕ ਸੁਖੀਏ ਤੇ ਪਰਲੋਕ ਸੁਖੀਏ। ਬਿਲਕੁਲ ਬਿਲਕੁਲ ਜੀ। ਗਿਆਨ ਇਹੋ ਜਿਹਾ ਨਹੀਂ ਹੋਣਾ ਜਿਹਨਾਂ ਤੂੰ ਆਪਣਾ ਵੀ ਤਨ ਸਾੜ ਲਵੇਂ ਤੇ ਲੋਕਾਂ ਦਾ ਵੀ ਸਾੜੇ। ਬਿਲਕੁਲ ਬਿਲਕੁਲ ਜੀ, ਬੜੀ ਵੱਡੀ ਗੱਲ ਆ ਜੀ। ਇਹ ਗਿਆਨ ਨਹੀਂ ਹੁੰਦਾ ਜਿਹੜਾ ਗਿਆਨ ਅਸੀਂ ਚੱਕੀ ਫਿਰਦੇ ਹਾਂ, ਇਹ ਤਰਕਾਂ ਦਾ ਗਿਆਨ ਨਹੀਂ ਹੁੰਦਾ। ਉਹ ਤਾਂ ਗਿਆਨ ਪ੍ਰੇਮ ਦਾ ਗਿਆਨ ਹੁੰਦਾ ਉਹ ਤਾਂ। ਬਿਲਕੁਲ ਬਿਲਕੁਲ ਜੀ। ਹਾਂ, ਮੈਂ ਬੇਨਤੀ ਕਰ ਰਿਹਾ ਸਾਂ ਵੀ ਮੀਆਂ ਮੀਰ ਜੀ ਉਹਨੇ ਰਾਜੇ ਨੂੰ ਕਹਿਤਾ, ਮੀਆਂ ਮੀਰ ਜੀ ਨੇ ਵੀ ਬਾਈ ਗੁਰਮੁਖਾ ਵੀ ਭਾਈ ਰਾਜਨ ਤੇਰੇ ਘਰੇ ਪੁੱਤਰ ਨਹੀਂ ਹੋ ਸਕਦਾ ਜੀ। ਤੇ ਉਹ ਨਿਰਾਸ਼ ਜਿਹਾ ਹੋ ਕੇ ਮੁੜੇ ਆ ਰਹੇ ਸੀ ਲਾਹੌਰ ਤੋਂ, ਤੇ ਰਸਤਾ ਦਰਬਾਰ ਸਾਹਿਬ ਇਹ ਅੰਮ੍ਰਿਤਸਰ ਸਾਹਿਬ ਵਾਲਾ ਪੈਂਦਾ ਸੀ ਜੀ। ਤੇ ਜਿਹੜੀ ਰਾਣੀ ਸੀ ਉਹ ਸ਼ਰਧਾ ਰੱਖਦੀ ਸੀ ਗੁਰੂ ਨਾਨਕ ਦੇ ਘਰ ਤੇ ਉਹਨਾਂ ਕਿਹਾ ਵੀ ਖਾਲੀ ਤਾਂ ਹੁਣ ਆਏ ਆ ਤੇ ਇਹ ਗੁਰੂ ਨਾਨਕ ਸਾਹਿਬ ਦਾ ਦਰਬਾਰ ਹੈ, ਇੱਥੇ ਮੱਥਾ ਨਾ ਟੇਕ ਲਈਏ। ਗੁਰੂ ਨਾਨਕ ਸਾਹਿਬ ਦਾ ਦਰਬਾਰ ਕਹਿੰਦੇ ਆ ਜੀ। ਤੇ ਉਹ ਜਦੋਂ ਬੰਦਾ ਹੁਣ ਮਤਲਬ ਸਮਰੱਥਾਹੀਨ ਹੋਇਆ ਹੋਵੇ ਤੇ ਆਸਾਂ ਉਮੀਦਾਂ ਟੁੱਟੀਆਂ ਹੋਣ ਤੇ ਉਹ ਕਹਿੰਦੇ ਚਲੋ ਆਪਾਂ ਦਰਸ਼ਨ ਕਰਦੇ ਹਾਂ ਜੀ। ਤੇ ਉਹਨਾਂ ਨੇ ਜਦੋਂ ਅੰਦਰ ਆ ਕੇ ਪ੍ਰਵੇਸ਼ ਹੋਏ ਤਾਂ ਜਿਹੜੀ ਇੱਧਰ ਬਾਬਾ ਬੁੱਢਾ ਸਾਹਿਬ ਦੀ ਬੇਰੀ ਆ ਨਾ, ਇਸ ਪਾਸਿਓਂ ਬਾਬਾ ਜੀ ਸੇਵਾ ਕਰ ਰਹੇ ਸੀ ਤੇ ਬਾਬਾ ਜੀ ਉੱਚੀ ਸਾਰੀ ਮਤਲਬ ਕਹਿਣ ਲੱਗ ਪਏ, ਕਹਿੰਦੇ ਇੱਕ ਟੋਕਰੀ ਇੱਕ ਪੁੱਤ
ਵਾਹਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਇਸ ਤਰ੍ਹਾਂ ਜਿਹੜਾ ਉਲਾਪ ਦੇ ਰਹੇ ਸਨ, ਇਸ ਤਰ੍ਹਾਂ ਬਚਨ ਕਰ ਰਹੇ ਸਨ। ਜੀ ਤੇ ਕਹਿੰਦੇ ਉਹ ਰਾਜੇ ਨੇ ਸੁਣਿਆ ਵੀ ਇੱਕ ਟੋਕਰੀ ਇੱਕ ਪੁੱਤ, ਜੀ ਉਹਨੇ ਕਹਿੰਦੇ 6 ਟੋਕਰੀਆਂ ਛੁੱਟੀਆਂ ਤੇ ਰਾਣੀ ਨੂੰ ਪਤਾ ਸੀ ਵੀ ਇਹਨੇ ਧੀ ਨਹੀਂ ਮੰਗਣੀ, ਇੱਕ ਟੋਕਰੀ ਰਾਣੀ ਨੇ ਸੁੱਟੀ। ਵਾਹਿਗੁਰੂ ਵਾਹਿਗੁਰੂ ਤੇ ਫਿਰ ਉਹ ਬਾਬਾ ਜੀ ਨੂੰ ਕਹਿਣ ਲੱਗੇ ਜੀ ਸਾਡੇ ਬਖਸ਼ਿਸ਼, ਕਹਿੰਦੇ ਬਖਸ਼ਿਸ਼ ਭਾਈ ਮੈਂ ਤਾਂ ਫੈਲ ਹੀ ਤਿਆਰ ਕਰਦਾ, ਸ਼ਹਿਰ ਜਾ ਕੇ ਗੁਰੂ ਅਰਜਨ ਸਾਹਿਬ ਕੋ ਕਰਵਾ ਲਓ। ਵਾਹਿ ਗੁਰੂ ਅਰਜਨ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਮਹਾਰਾਜ ਸਾਹਿਬ ਕਹਿੰਦੇ ਨੇ ਜੋ ਭਾਈ ਸਾਡੇ ਗੁਰਸਿੱਖ ਨੇ ਕਹਿ ਦਿੱਤਾ ਨਾ ਉਹੀ ਹੋਵੇਗਾ। ਵਾਹਿਗੁਰੂ ਵਾਹਿਗੁਰੂ ਧੰਨ ਸੱਚੇ ਪਾਤਸ਼ਾਹ। ਬਾਬੂ ਜੀ ਬਸਿਆ ਸਾਧ ਕੀ ਰਸਨਾ, ਨਾਨਕ ਬਿਲਕੁਲ ਜਨ ਕਾ ਦਾਸ ਰਸਨਾ। ਵਾਹਿਗੁਰੂ ਵਾਹਿਗੁਰੂ ਬਿਲਕੁਲ ਬਿਲਕੁਲ ਜੀ ਪਰਮਾਤਮਾ ਦੀ ਰਸਨਾ ਦੇ ਵਸਦਾ, ਕਿਉਂਕਿ ਉਹ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਜਪਦੇ ਹੀ ਨਹੀਂ, ਜਪਦੇ ਹੀ ਪਰਮਾਤਮਾ ਨੂੰ। ਬਿਲਕੁਲ ਬਿਲकुल ਜੀ हाथ पैर निट कर जाने प्रभ का किया मीठा मन। वाहिगुरु वाहिगुरु बिल्कुल हाथ बिल्कुल पैर हाथा नाम ले सच उपदेश सेवक को दे मुंह माया का संग न लेप मन में रखे हर हर एक। वाहिगुरु वाहिगुरु बिल्कुल बिल्कुल जब भी परमात्मा का नाम है उन्होंने कोल केवल परमात्मा का नाम है, केवल परमात्मा का नाम। बिल्कुल बिल्कुल जी तो फिर जी महाराज ने कृपा की, उन्हें दातां प्राप्त हुई। मियां मीर जी आए तो घरे बड़ी चहल पहल सी बच्चों की। उन्हें पूछा भी ये बच्चे, तो कहते जी मेरे, कहते तेरे आ नहीं सी सकते, कहते जी मेरे गुरु अर्जन साहब ने दिते, बस फिर कुछ शक्या नहीं सी। वाहिगुरु उदों गुरु अर्जन साहब के चरणों च आ गए सी मियां मीर जी कि हे महाराज जी जिस परमात्मा की, जिस उस खुदा की, उस अल्लाह की, उस मौला की असीं उस्तत ते उहदियां नवाजा कर रहे हैं, मैनू नहीं सी पता उस धरती पे आए हुए। वाहिगुरु वाहिगुरु बिल्कुल बिल्कुल जी अगे नहीं मेरी एक जी कहा वा कि गुरु अर्जन प्रतख हर जी 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 बिल्कुल बिल्कुल जी ये प्रतख हर ने गुरु अर्जन साहब जी आप मालिक ने सृष्टि जी चारे जी जागी चारे जागे चौं जुगी पंचायन आपे हुआ आप ही ने आप साजियो आपे ही थम खलोआ आपे पट्टी कलमे आप लिखण हारा हुआ सब उम्मत आमन जामनी आपे ही नवा नरोआ तख्त बैठा अर्जन गुरु सतगुरु का खीवे चंदोआ। वाहिगुरु वाहिगुरु जी तो प्रताप हर ले गुरु अर्जन साहब बिल्कुल बिल्कुल जी ज्ञानी जी आप जी जी इस करके प्रेम गुरु नानक दे घर जेड़ा श्रद्धा ते भावना नाल आउंदा है ਉਹਨੂੰ ਸਾਰੀਆਂ ਦਾਤਾਂ ਗੁਰੂ ਨਾਨਕ ਦੇ ਘਰੋਂ ਮਿਲਦੀਆਂ ਆ ਕਿ ਉਹਨਾਂ ਨੂੰ ਮਿਲ ਸਕਦੀਆਂ, ਸਾਨੂੰ ਵੀ ਮਿਲਣਗੀਆਂ। ਕਾਰਨ ਇਹ ਆ ਕਿ ਆਪਾਂ ਸੱਚੇ ਪਾਤਸ਼ਾਹ ਦੇ ਘਰ ਦੀ ਜਿਹੜੀ ਆ ਨਾ ਮਰਜ਼ਾਦਾ ਉਹਨੂੰ ਸਮਝਣ ਦਾ ਯਤਨ ਕਰੀਏ। ਬਿਲਕੁਲ ਜੀ ਸਾਰੇ ਸੁੱਖ ਗੁਰੂ ਨਾਨਕ ਦੇ ਚਰਨਾਂ 'ਚ ਨੇ, ਉਹ ਮਿਲ ਜਾਣਗੇ, ਪਰ ਆਪਾਂ ਗੁਰੂ ਨਾਨਕ ਸਾਹਿਬ ਦੀ ਮਰਜ਼ਾਦਾ ਨੂੰ ਛੱਡੀ ਬੈਠੇ। ਬਿਲਕੁਲ ਬਿਲਕੁਲ ਜੀ ਹਾਂਜੀ ਗਿਆਨੀ ਜਿਵੇਂ ਅੱਜ ਆਪਾਂ ਜਿਹੜਾ ਹੈਗਾ ਆ ਵੀ ਮਰਿਆਦਾ ਦੇ ਵਿੱਚ ਕਿਵੇਂ ਆਪਾਂ ਬੈਠਣਾ ਆ, ਕਿਵੇਂ ਸੱਚੇ ਪਾਤਸ਼ਾਹ ਜੀ ਤੋਂ ਮੰਗਣਾ ਆ, ਅਤੇ ਜਿਹੜੀ ਆਪਾਂ ਦੇਗ ਤਿਆਰ ਕਰਦੇ ਹਾਂ ਕਿਸ ਤਰੀਕੇ ਨਾਲ ਆਪਾਂ ਨੂੰ ਪਿਆਰ 'ਚ ਕਰਨੀ ਚਾਹੀਦੀ ਆ। ਸੋ ਇਹ ਨਾਲ ਦੀ ਨਾਲ ਆਪਣੇ ਘਰ ਦੇ ਵਿੱਚ ਵੀ ਜਿਹੜਾ ਹੈਗਾ ਉਹ ਇਸੇ ਤਰੀਕੇ ਦੇ ਨਾਲ ਹੀ ਫੋਲੋ ਕਰਨਾ ਚਾਹੀਦਾ ਆ। ਸੋ ਮੇਰੇ ਖਿਆਲ ਨਾਲ ਗਿਆਨੀ ਜੀ ਆਪਾਂ ਅੱਜ ਦੇ ਜਿਹੜਾ ਹੈਗਾ ਜੇ ਕੋਈ ਹੋਰ ਬੇਨਤੀ ਹੈ ਤਾਂ ਰੱਖ ਦਈਏ, ਨਹੀਂ ਤਾਂ ਅੱਜ ਦੇ ਆਪਾਂ ਪ੍ਰੋਗਰਾਮ ਨੂੰ ਸੰਕੋਚਦੇ ਹੋਏ ਆਪਾਂ ਅੱਜ ਦੀ ਸਮਾਪਤੀ ਕਰਦੇ ਹਾਂ। ਅਗਲਾ ਜਿਹੜਾ ਐਪੀਸੋਡ ਆ ਉਹ ਜਿਹੜਾ ਸੱਚੇ ਪਾਤਸ਼ਾਹ ਦੀ ਮਰਜ਼ਾਦਾ ਦੇ ਵਿੱਚ ਵੀ ਆਪਾਂ ਸਮਝ ਗਏ ਵੀ ਦਾਤਾ ਕਿਰਪਾ ਕਰੇ ਸਾਡੇ ਸਾਰਿਆਂ ਤੇ ਜੀ, ਸਾਨੂੰ ਗੁਰੂ ਘਰ ਜਾਣਾ ਆ ਜਾਵੇ ਜੀ, ਇਹ ਸਾਨੂੰ ਅਰਦਾਸ ਕਰਨੀ ਆ ਜਾਵੇ ਕਿ ਸੱਚੇ ਪਾਤਸ਼ਾਹ ਅਸੀਂ ਖੱਤੇ ਬਹੁਤ ਕਮਾਉਣ ਦੇ ਅੰਤ ਨਾ ਪਾਰਾਵਾਰ ਜੀ, ਹਰ ਕਿਰਪਾ ਕਰਕੇ ਬਖਸ਼ ਲਓ ਹੋ ਪਾਪੀ ਵੱਡ ਗੁਣਗਾਰ। ਵਾਹਿਗੁਰੂ ਵਾਹਿਗੁਰੂ ਜੀ 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 ਨਾ ਜੀ ਗਿਆਨੀ ਜੀ ਇੱਕ ਜੀ ਵਾਰ ਨਾ ਆਵੇ ਹੂੰ ਬਖਸ਼ ਬੁਲਾਵਣ ਹਾਰ, ਲੇਖੇ ਵਾਰ ਨਾ ਆਵੇ ਹੂੰ ਬਖਸ਼ ਮਿਲਾਵਣ ਹਾਰ। ਮਹਾਰਾਜ ਸਾਡੇ ਤੇ ਤਾਂ ਉਗਣੀ ਇੰਨੇ ਨਾ ਕਿ ਸਾਡੀ ਤਾਂ ਮਹਾਰਾਜ ਸਾਹਿਬ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਉਗਣ ਹਮਾਰੇ ਦਇਆ ਕਰੋ ਕੁਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ। ਵਾਹਿਗੁਰੂ ਵਾਹਿਗੁਰੂ ਜੀ ਸਾਨੂੰ ਇਹ ਬੇਨਤੀ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਜਾ ਕੇ ਕਰਨੀ ਚਾਹੀਦੀ ਆ। ਇਹ ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰੋ, ਸਾਡਾ ਜੀਵਨ ਸਫਲ ਹੋ ਜਾਵੇ ਤੇ ਸਾਡੇ ਅੰਦਰ ਇਹ ਖਿੱਚ ਬਣੀ ਹੋਣੀ ਚਾਹੀਦੀ ਆ ਵੀ ਜਦੋਂ ਵੀ ਸਾਨੂੰ ਕੋਈ ਸਮਾਂ ਮਿਲਿਆ ਅਸੀਂ ਭੱਜ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਆਈਏ, ਕਿਉਂਕਿ ਗੁਰੂ ਦੇ ਦਰਸ਼ਨਾਂ ਵਿੱਚ ਬੜਾ ਵੱਡਾ ਫਲ ਆ। ਸਫਲ ਦਰਸ਼ਨ ਦੇਖਤ ਪਨੀਤ ਪਰ ਸਤ ਚਰਨ ਗਤ ਨਿਮਲ ਰੀਤ। ਵਾਹਿਗੁਰੂ ਵਾਹਿਗੁਰੂ ਬਿਲਕੁਲ ਬਿਲਕੁਲ ਜੀ ਗੁਰੂ ਦੇ ਦਰਸ਼ਨ ਤੋਂ ਸਾਨੂੰ ਦੁੱਖ ਮਿਲਦਾ ਹੈ। ਦਰਸ਼ਨ ਜੀਵ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਵਾਹਿਗੁਰੂ ਬਿਲਕੁਲ ਬਿਲਕੁਲ ਜੀ ਇਹ ਭਾਵਨਾ ਸਾਡੀ ਬਣੀ ਹੋ ਰਹਿਣੀ ਚਾਹੀਦੀ ਹੈ ਵੀ ਗੁਰੂ ਦੇ ਦਰਸ਼ਨ ਕਰਨੇ ਆ ਤੇ ਫਿਰ ਕਿਸ ਤਰ੍ਹਾਂ ਜਾ ਕੇ ਬੈਠਣਾ ਹੈ ਨਿਮਰਤਾ ਸਹਿਤ। ਇਹ ਦੀਵਾਨ ਜਿਹੜੇ ਲੱਗੇ ਆ ਉਹਨਾਂ ਨੂੰ ਜੋ ਸੁਣਾਇਆ ਜਾ ਰਿਹਾ ਉਹਨਾਂ ਨੂੰ ਸੁਣਨਾ ਆ
ਸ਼ਰਧਾ ਭਾਵਨਾ ਨਾਲ ਸੇਵਾ ਕਰਨੀ ਆ, ਨਿਮਰਤਾ ਭਾਵ ਨਾਲ ਜਾਣਾ ਆ। ਨਿਮਰਤਾ ਭਾਵਨਾ ਨਾਲ ਜਾ ਕੇ ਜੋ ਆਪਾਂ ਤਿਲ ਫੁੱਲ ਮਹਾਰਾਜ ਸਾਹਿਬ ਨੇ ਸਾਨੂੰ ਦਿੱਤਾ ਆ, ਉਹ ਚੋਂ ਗੁਰੂ ਕੀਆਂ ਗੋਲਕਾਂ ਲੰਗਰਾਂ ਵਾਸਤੇ, ਬਿਲਡਿੰਗਾਂ ਵਾਸਤੇ, ਜਿਹੜੀਆਂ ਕਾਰ ਸੇਵਾ ਚੱਲ ਰਹੀ ਉਹਦੇ ਵਾਸਤੇ ਆਪਾਂ ਦੇਣਾ ਆ ਬੜੀ ਭਾਵਨਾ ਸਹਿਤ। ਉਹਦੇ ਵਿੱਚ ਵੀ ਅਨਾਉਂਸਮੈਂਟ ਦੀ ਉਡੀਕ ਨਹੀਂ ਕਰਨੀ ਚਾਹੀਦੀ ਕਿ ਸਾਡੀ ਕੋਈ ਅਨਾਉਂਸਮੈਂਟ ਕਰੇ, ਸਾਨੂੰ ਕੁਝ ਅਸੀਂ ਦੱਸ ਦਈਏ। ਇਸ ਤਰ੍ਹਾਂ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ, ਕਿਉਂਕਿ ਤੀਰਥ ਬਰਤਰ ਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਹੈ ਜੋ ਕੁੰਚ ਰਸਨਾ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਜੀ। ਇਸ ਪ੍ਰਕਾਰ ਦਾ ਸਾਨੂੰ ਹੋਣਾ ਚਾਹੀਦਾ ਆ ਜੀ। ਫਿਰ ਗੁਰੂ ਸਾਡੇ ਆਪ ਸਾਰ ਭਰ ਦੇਵੇਗਾ। ਦਿੱਤਾ ਹੋਇਆ ਸਾਰਾ ਕੁਝ ਗੁਰੂ ਦਾ ਹੀ ਆ। ਜਿਹੜਾ ਲੰਗਰ ਆਪਾਂ ਘਰੇ ਛਕਦੇ ਉਹ ਵੀ ਗੁਰੂ ਦਾ ਹੀ ਆ, ਜਿਹੜਾ ਗੁਰਦੁਆਰੇ ਸਾਹਿਬ ਛਕਦੇ ਆ ਉਹ ਵੀ ਗੁਰੂ ਦਾ ਹੀ ਆ। ਆਪਾਂ ਕਿਤੇ ਵੀ ਆਪਣੀ ਮੋਹਰ ਲਾਉਣ ਦਾ ਯਤਨ ਨਾ ਕਰੀਏ ਵੀ ਆ ਮੇਰਾ ਵਾ ਤੇ ਗੁਰੂ ਘਰ ਗੁਰੂ ਦਾ ਨੇ, ਸਾਰਾ ਹੀ ਗੁਰੂ ਦਾ ਆ। ਬਿਲਕੁਲ ਬਿਲਕੁਲ ਜੀ। ਗਿਆਨੀ ਜੀ, ਇੱਕ ਬੇਨਤੀ ਹੋਰ ਰੱਖਣੀ ਚਾਹੁੰਦਾ ਸੀ ਆਪ ਜੀ ਦੇ ਚਰਨਾਂ ਵਿੱਚ ਵੀ। ਆਪਾਂ ਆਉਣ ਵਾਲੇ ਪ੍ਰੋਗਰਾਮ ਵਿੱਚ ਪਹਿਲਾਂ ਤਾਂ ਆਪ ਜੀ ਦਾ ਧੰਨਵਾਦ ਹੈ ਵੀ ਮੈਂ ਜਿਹੜਾ ਸੀ ਉਹ ਅਖੰਡ ਪਾਠ ਸਾਹਿਬ ਜੀ ਦੇ ਉੱਤੇ ਅੱਜ ਦਾ ਜਿਹੜਾ ਸੀ ਉਹ ਪਹਿਲਾਂ ਬੋਲਿਆ ਸੀ, ਪਰ ਆਪ ਜੀ ਨੇ ਪਿੱਛੋਂ ਪ੍ਰਕਰਨ ਨੂੰ ਜਿਹੜਾ ਸ਼ੁਰੂ ਕੀਤਾ ਆ ਅਤੇ ਇੱਕ ਲਹਿ ਦੇ ਵਿੱਚ ਆਪਾਂ ਜਿਹੜਾ ਤੁਰੇ ਚੱਲਾਂਗੇ। ਅਤੇ ਇੱਕ ਬੇਨਤੀ ਹੋਰ ਸੀ ਵੀ ਆਪਾਂ ਜਿੱਥੇ ਇੰਨੇ ਪਿਆਰ ਦੇ ਨਾਲ ਬਾਕੀ ਗੱਲਾਂ ਨੂੰ ਵਾਚਿਆ, ਇੱਕ ਜ਼ਰੂਰ ਜਿਹੜਾ ਸ਼ੰਕਾ ਅਗਲੇ ਪ੍ਰੋਗਰਾਮ 'ਚ ਆਪਾਂ ਦੂਰ ਕਰੀਏ ਵੀ ਜਿਹੜਾ ਸਾਡੇ 'ਤੇ ਆ ਵੀ ਜਦੋਂ ਅਸੀਂ ਜਾਂਦੇ ਹਾਂ ਗੁਰੂ ਘਰ ਨਿਸ਼ਾਨ ਸਾਹਿਬ ਜੋ ਨਗਮਸਤਕ ਹੁੰਦੇ ਹਾਂ, ਬਹੁਤ ਸਾਰੇ ਕਿੰਤੂ ਪ੍ਰੰਤੂ ਕੀਤੇ ਜਾਂਦੇ ਨੇ ਸਾਡੇ ਮਨਾਂ ਦੇ ਵਿੱਚ ਵੀ ਜਿਹੜੇ ਆ ਉਹ ਸ਼ੰਕੇ ਭਰੇ ਜਾਂਦੇ ਨੇ। ਸੋ ਆਪਾਂ ਕੇਵਲ ਅਤੇ ਕੇਵਲ ਜਿਹੜਾ ਅਗਲਾ ਪ੍ਰੋਗਰਾਮ ਜੋ ਉਹਦੇ ਵਿੱਚ ਆਪ ਜੀ ਠੀਕ ਸਮਝੋ ਤਾਂ ਆਪਾਂ ਉਹ ਵੀ ਨਾਲ ਪ੍ਰਕਰਨ ਦੇ ਵਿੱਚ ਹੀ ਜਿਹੜਾ ਹੈਗਾ ਉਹਨੂੰ ਵਿਚਾਰਾਂ ਕੁਝ ਕੁ ਜਿਹੜੀਆਂ ਕਰ ਲਈ ਵੀ ਕਿਵੇਂ ਅਸੀਂ ਜਿਹੜਾ ਨਗਮਸਤਕ ਹੋਣਾ ਆ ਅਤੇ ਕਿਵੇਂ ਸਾਨੂੰ ਜਿਹੜਾ ਉਸ ਤੋਂ ਦੂਰ ਕੀਤਾ ਜਾ ਰਿਹਾ ਹੈ ਨਾ। ਆ ਜਿਹੜੇ ਗੁਰੂ ਕੇ ਨਿਸ਼ਾਨ ਝੂੜ ਰਹੇ ਆ, ਸਾਨੂੰ ਉਹਨੂੰ ਨਮਸਕਾਰ ਕਰਨੀ। ਅੱਜ ਇਹ ਵੀ ਮੈਨੂੰ ਦੇਖਣ ਨੂੰ ਮਿਲਦਾ ਆ ਵੀ ਇਹ ਤਾਂ ਬ੍ਰਾਹਮਣੀਵਾਦ ਆ ਜੀ, ਇਹਨੂੰ ਨਮਸਕਾਰ ਕਰਨੀ ਇਹ ਠੀਕ ਕੀ ਅਸੀਂ ਜਾਗਤ ਜੋਤ ਦੇ ਪੁਜਾਰੀ ਆ। ਉਹਦੇ ਵਿੱਚ ਜਾਗਤ ਜੋਤ ਕਿਹੜੀ ਘਟ ਜਾਂਦੀ ਆ ਜਾਂ ਕਿਹੜੀ ਮਰਜ਼ਾਦਾ ਟੁੱਟਦੀ ਆ ਜਾਂ ਸਾਡਾ ਪੁਰਾਤਨ ਇਤਿਹਾਸ ਕੀ ਆ ਤੇ ਨਵੀਨ ਸਾਡਾ ਕੀ ਆ ਤੇ ਇਸ ਦਾ ਬਦਲਵਾਂ ਰੂਪ ਕਿਵੇਂ ਬਦਲਿਆ ਜਾ ਰਿਹਾ, ਇਹ ਜ਼ਰੂਰੀ ਆ। ਆਪਾਂ ਨੂੰ ਕੋਈ ਗੱਲ ਨਹੀਂ 5-7 ਮਿੰਟ 10 ਮਿੰਟ ਦੀ ਵਿਚਾਰ ਆਪਾਂ ਇੱਥੇ ਜ਼ਰੂਰ ਕਰਾਂਗੇ। ਜੀ ਜੀ ਬਿਲਕੁਲ ਜੀ। ਤੇ ਫਿਰ ਇੱਦਾਂ ਹੀ ਨਾਲ ਦੀ ਨਾਲ ਆਪਾਂ ਜਿਹੜਾ ਫਿਰ ਸ਼੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਆਰੰਭ ਕਰ ਲਾਂਗੇ ਜੀ। ਮਹਾਰਾਜ ਕਰਾ ਲੈਣਗੇ, ਜਿਤਨਾ ਮਹਾਰਾਜ ਜੀ ਕਰਾ ਲੈਣਗੇ ਜੀ ਜੀ ਆਪਾਂ ਕਰ ਲਾਂਗੇ। ਆਪਾਂ ਨੂੰ ਇਹ ਨਹੀਂ ਹੈਗਾ ਵੀ ਆਪਣਾ ਦੇਖੋ ਸਾਡੇ ਕੋਲ ਇੱਕ ਮਾਧਿਅਮ ਸਾਨੂੰ ਮਿਲਿਆ ਆ ਤੇ ਆਪਾਂ ਇਹਦੇ ਵਿੱਚ ਇਹ ਥੋੜੀ ਆ ਵੀ ਆਪਾਂ ਕੋਈ ਕਿਸੇ ਚੀਜ਼ ਨੂੰ ਮੁਕਾਉਣਾ, ਆਪਾਂ ਮੁਕਾ ਹੀ ਨਹੀਂ ਸਕਦੇ ਕਿਉਂਕਿ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਵਾਹਿਗੁਰੂ ਵਾਹਿਗੁਰੂ, ਬਿਲਕੁਲ। ਆਪਾਂ ਉਹ ਮੰਨਣ ਵਾਲੀ ਦੀ ਤੇ ਗੱਡੀ ਲਿਖੀ ਜਾ ਨਹੀਂ ਸਕਦੀ, ਕਹੀ ਜਾ ਨਹੀਂ ਸਕਦੀ। ਆਪਾਂ ਤੇ ਕੇਵਲ ਉਹਦੇ ਵਿੱਚੋਂ ਤਿਨਕਾ ਮਾਤਰ ਲੈ ਕੇ ਸੰਗਤਾਂ ਦੇ ਚਰਨਾਂ 'ਚ ਰੱਖ ਕੇ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਤੇ ਗੁਰੂ ਕੀ ਸੰਗਤ ਦੀਆਂ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦੇ ਹਾਂ। ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ। ਕੋਈ ਇਹ ਮੁਕਾਉਣਾ ਥੋੜੀ ਮਸਲਾ ਵੀ ਆਪਾਂ ਕੋਈ ਮੁਕਾਉਣਾ, ਤੁਸੀਂ ਵੀ ਪ੍ਰੇਮ ਵਿੱਚ ਕਰ ਰਹੇ ਹੋ, ਮੈਂ ਵੀ ਪ੍ਰੇਮ 'ਚ ਕਰ ਰਹੇ ਹਾਂ, ਨਾ ਤੁਹਾਨੂੰ ਉਹਦੇ ਵਿੱਚ ਕੋਈ ਲੋਭ ਹੈ ਨਾ ਮੈਨੂੰ ਕੋਈ ਲੋਭ ਹੈ। ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ। ਗੁਰੂ ਸਾਹਿਬ ਜੀ ਕਿਰਪਾ ਕਰਕੇ ਪ੍ਰੇਮ ਵਿੱਚ ਹੋਰ ਪ੍ਰੇਮ ਦਾ ਰਸ ਵਧਾਏ ਜਾਣਗੇ। ਆਪਾਂ ਲੜੀਵਾਰ ਜਿੰਨਾ ਚਲਾ ਸਕਣਗੇ, ਆਪ ਆਪਣੀ ਬੁੱਧ ਹੈ ਜੇਤੀ, ਜਿਤਨਾ ਜਿਤਨੀ ਮਹਾਰਾਜ ਸੇਵਾ ਆਪਣੇ ਕੋਲ ਲਈ ਜਾਣਗੇ ਆਪਾਂ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਮਰਜ਼ਾਦਾ ਪ੍ਰਥਾਏ ਕਰੀ ਜਾਵਾਂਗੇ। ਜਿੰਨਾ ਮੈਨੂੰ ਪੁੱਛਦਾ ਆ ਸੰਗਤਾਂ ਦਾ ਦਿੱਤਾ ਹੋਇਆ, ਸੰਗਤਾਂ ਕੋ ਸੁਣ ਕੇ ਤੇ ਜਿਹੜਾ ਮੈਨੂੰ ਮਹਾਰਾਜ ਨੇ ਦਿੱਤਾ ਹੋਇਆ ਮੈਂ ਆਪ ਸੰਗਤਾਂ ਦੀ ਝੋਲੀ 'ਚ ਪਾਈ ਜਾਣਾ। ਇਹਦੇ ਵਿੱਚ ਮੇਰਾ ਕੁਛ ਨਹੀਂ, ਸੰਗਤਾਂ ਕੋਲ ਸੁਣਿਆ ਹੋਇਆ ਸੰਗਤਾਂ ਨੂੰ ਸੁਣਾ ਰਹੇ ਹਾਂ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ ਗਿਆਨੀ ਜੀ। ਸੋ ਆਪਾਂ ਜਿਹੜਾ ਹੈ ਅੱਜ ਦਾ ਸਮਾਂ ਇਹਨੂੰ ਆਪਾਂ ਪ੍ਰੋਗਰਾਮ ਸੰਕੋਚਦੇ ਹਾਂ ਜੀ। ਸੋ ਧੰਨਵਾਦ ਆਪ ਜੀ ਦਾ ਭਾਈ ਬਲਕੀਰ ਸਿੰਘ ਜੀ। ਤੇ ਅਗਲੇ ਸ਼ੁੱਕਰਵਾਰ ਦੂਸਰਾ ਐਪੀਸੋਡ ਹੈ ਆਪਣਾ, ਤੀਸਰਾ ਭਾਗ ਆਪਾਂ ਅਗਲੇ ਸ਼ੁੱਕਰਵਾਰ ਜਿਹੜਾ ਉਹ ਕਰਾਂਗੇ। ਤੇ ਸਾਰੇ ਵਿਚਾਰ ਕਰਦਿਆਂ ਹੋਇਆ ਆਪਾਂ ਜਿੰਨਾ ਵੀ ਅੱਜ ਪ੍ਰਕਰਨ ਵਾਚਿਆ ਵਾ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦਇਆ ਮਾਇਆ ਦਾ ਸਦਕਾ, ਉਹ ਇਹ ਹੀ ਆ ਕਿ ਆਪਾਂ ਗੁਰੂ ਘਰ ਪ੍ਰੇਮ ਪੈਦਾ ਕਰੀਏ, ਤਰਕਾਂ ਪੈਦਾ ਨਾ ਕਰੀਏ ਤੇ ਸੱਚੇ ਪਾਤਸ਼ਾਹ ਨੂੰ ਜਿੱਥੇ ਮੱਥਾ ਟੇਕਦੇ ਆ ਉੱਥੇ ਮਹਾਰਾਜ ਸਾਹਿਬ ਤੇ ਭਰੋਸਾ ਕਰੀਏ ਜੀ। ਆਪਣੀ ਮੱਤ ਨੂੰ ਤਿਆਗ ਦਈਏ, ਮੱਤ ਤਿਆਗਾਂਗੇ ਗੁਰੂ ਕੀ ਖੁਸ਼ੀ ਮਿਲਣੀ ਆ, ਕਿਉਂਕਿ ਮਹਾਰਾਜ ਕਹਿੰਦੇ ਤਿਆਗੇ ਮਨ ਕੀ ਮਤੜੀ ਵਸਾਰੇ ਦੂਜਾ ਪਾਓ ਜੀ। ਜੀ ਵਾਹਿਗੁਰੂ ਵਾਹਿਗੁਰੂ, ਬਿਲਕੁਲ ਬਿਲਕੁਲ ਜੀ। ਛੱਡ ਕੇ ਮੱਤ ਦੀ ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਲਈਏ। ਜਦੋਂ ਗੁਰੂ ਦੀ ਮੱਤ ਆਪਾਂ ਲੈ ਲਵਾਂਗੇ, ਗੁਰੂ ਦੀ ਮੱਤ ਨਾਲ ਜੀਵਾਂਗੇ ਤੇ ਫਿਰ ਗੁਰੂ ਜੀਵਨ ਵਿੱਚ ਸੁੱਖ ਮਿਲੇਗਾ। ਆਪਣੀ ਮੱਤ ਨੇ ਆਪਾਂ ਨੂੰ ਕਦੀ ਵੀ ਸੁਖੀ ਨਹੀਂ ਹੋਣ ਦੇਣਾ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਜੀ ਬਿਲਕੁਲ। ਇਹ ਕਿਉਂ ਹੋ ਗਿਆ, ਕਿਉਂ ਹੋ ਗਿਆ, ਇਹ ਕਿਉਂ ਚੋਰ ਕਿਉਂ ਕਰਦੇ, ਇਹ ਕਿਉਂ ਕਰਦੇ ਆ, ਇਹ ਚੱਲਦਾ ਹੀ ਰਿਹਾ ਤੇ ਚੱਲਦਾ ਹੀ ਰਹੇਗਾ। ਜੀ ਜੀ ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ। ਇਸ ਕਰਕੇ ਸਾਨੂੰ ਜਿੱਥੇ ਕੋਈ ਮਨਮਤ ਹੁੰਦੀ ਆ ਉੱਥੇ ਜ਼ਰੂਰ ਗੁਰੂ ਕੇ ਖਾਲਸੇ ਨੂੰ ਡਟਣਾ ਚਾਹੀਦਾ। ਮਹਾਰਾਜ ਸਾਨੂੰ ਪਹਿਰੇਦਾਰ ਬਣਾਇਆ ਵਾ,
ਪਹਿਰੇਦਾਰ ਕਮਜ਼ੋਰ ਨਹੀਂ ਹੋਣਾ ਚਾਹੀਦਾ, ਪਰ ਜਿੱਥੇ ਗੁਰਮਰ ਜ਼ਿਆਦਾ ਹੁੰਦੀ ਆ ਉੱਥੇ ਸ਼ਰਧਾ ਭਾਵ ਨਾਲ ਜਾ ਕੇ ਬੈਠ ਕੇ ਗੁਰੂ ਪਿਆਰਿਆਂ ਪਾਸੋਂ ਗੁਰੂ ਕਾ ਹਰਜਾ ਸੁਣੀਏ, ਕਿਉਂਕਿ ਬਾਣੀ ਗਾਵੋ ਭਾਈ ਇਹ ਸਫਲ ਸਦਾ ਸੁਖਦਾਈ। ਭੁੱਲਾਂ ਦੀ ਖਿਮਾ। ਆਪ ਜੀ ਦਾ ਧੰਨਵਾਦ, ਸਰੋਤਿਆਂ ਦਾ ਧੰਨਵਾਦ, ਜਿੰਨੇ ਵੀ ਸੁਣ ਰਹੇ ਇੱਕ ਨੂਰ ਰੇਡੀਓ ਨੂੰ, ਸਾਰਿਆਂ ਨੂੰ ਨਿਮਰਤਾ ਸਹਿਤ ਦਾਸ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਇਹ ਗੁਰਬਾਣੀ ਦੇ ਪ੍ਰੋਗਰਾਮ ਜਿਹੜੇ ਚੱਲਦੇ ਆ ਉੱਥੇ ਉਹਨਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਿਆ ਕਰੋ। ਤੇ ਐਪੀਸੋਡ ਜਿਹੜਾ ਵਾ ਇਹਨੂੰ ਨਾਲ ਸ਼ੇਅਰ ਵੀ ਕਰੋ ਤੇ ਆਪ ਵੀ ਆਪਣੇ ਦੋਸਤਾਂ ਤੱਕ ਪਹੁੰਚਾਵੋ। ਬੋਲਦਿਆਂ ਬੇਅੰਤ ਗਲਤੀਆਂ ਹੋ ਗਈਆਂ ਹੋਣਗੀਆਂ, ਇਹਨੂੰ ਕੋਈ ਫਾਈਨਲ ਨਹੀਂ ਲੈਣਾ ਵੀ ਸਾਡਾ ਕੋਈ ਅਸੀਂ ਆਖਰੀ ਗੱਲ ਕਰਦੀ ਆ। ਨਹੀਂ, ਗੁਰੂ ਨਾਨਕ ਦੇ ਘਰ ਦਾ ਕਿਰਕਾ ਮਾਤਰ ਵਾਜ ਸਕੇ ਆਪਦੀ ਕਿਰਪਾ ਨਾਲ। ਆਪ ਸੀਖ ਦਿਓ ਸਾਰੀ ਸੰਗਤ ਤੇ, ਤਾਂ ਕਿ ਹੋਰ ਵੀ ਸੁੰਦਰ ਤਰੀਕੇ ਨਾਲ ਆਪ ਜੀ ਦੇ ਸੇਵਾ ਕਰ ਸਕੀਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਆਪਾਂ ਪਹਿਲੇ ਨੰਬਰ 'ਤੇ ਤਾਂ ਸਪੀਚਲੈਸ ਹੋ ਜਾਂਦੇ ਜਦੋਂ ਗਿਆਨੀ ਜੀ ਵਿਚਾਰ ਕਰਦੇ ਨੇ, ਕਿਉਂਕਿ ਗੁਰੂ ਦੀਆਂ ਬਾਤਾਂ ਇੰਨੇ ਪਿਆਰ ਵਾਲੀਆਂ ਨੇ। ਬਾਕੀ ਇੱਕ ਲਾਸਟ ਦੇ ਵਿੱਚ, ਕਿਉਂਕਿ ਜਦੋਂ ਗਿਆਨੀ ਜੀ ਵਿਚਾਰ ਕਰਕੇ ਗਏ ਨੇ ਤਾਂ ਮੇਰੇ 'ਚ ਇੰਨੀ ਹਿੰਮਤ ਨਹੀਂ ਹੈ ਕਿ ਮੈਂ ਅਗਲਾ ਕੋਈ ਬਚਨ ਰੱਖ ਸਕਾਂ। ਬਸ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਇਹ ਪ੍ਰੋਗਰਾਮ ਆਪਾਂ ਗੁਰੂ ਸਾਹਿਬ ਜੀ ਦੇ ਪਿਆਰ ਦੇ ਵਿੱਚ ਸ਼ੁਰੂ ਕੀਤਾ ਹੈ ਅਤੇ ਪਿਆਰ ਵਾਲਿਆਂ ਦੇ ਲਈ ਹੈ। ਜਿਹੜੇ ਪਿਆਰ ਵਾਲੇ ਸਰਵਣ ਕਰ ਰਹੇ ਨੇ ਉਹਨਾਂ ਦੇ ਚਰਨਾਂ ਵਿੱਚ ਸਿਰ ਰੱਖ ਕੇ ਮੇਰੀ ਇੱਕ ਮੰਗ ਤੁਹਾਡੇ ਤੋਂ ਜ਼ਰੂਰ ਹੈ ਕਿ ਜੇ ਮੇਰੀਆਂ ਭੈਣਾਂ ਜਿਹੜੀਆਂ ਨੇ, ਮੇਰੀਆਂ ਮਾਤਾਵਾਂ ਨੇ, ਉਹ ਆਪਣੇ ਮਾਵਾਂ ਆਪਣੇ ਬੱਚੇ ਨੂੰ ਅਤੇ ਭੈਣਾਂ ਆਪਦੇ ਵੀਰ ਨੂੰ ਇੱਕੋ ਹੀ ਬਸ ਝੋਲੀ ਦੇ ਵਿੱਚ ਦਾਤ ਪਾ ਦਿਓ ਕਿ ਇਸ ਚੀਜ਼ ਦਾ ਪ੍ਰੈਕਟੀਕਲ ਜ਼ਰੂਰ ਕਰਕੇ ਦੇਖਿਓ। ਜਿੱਥੇ ਆਪਾਂ ਆਮ ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲ ਕਰਦੇ ਆ ਨਾ, ਅਤੇ ਭੈਣੋ ਇਹ ਪ੍ਰੈਕਟੀਕਲ ਜ਼ਰੂਰ ਦਈਓ। ਹੁਣ ਜਦੋਂ ਆਪਾਂ ਜਾਈਏ ਅਤੇ ਘਰ ਘਰ ਜਿਹੜੀ ਇਹ ਧਰਮਸਾਲ ਸੱਜ ਗਏ, ਆਪਾਂ ਜਦੋਂ ਘਰ ਦੇ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਮੇਰੀਓ ਭੈਣੋ, ਅਤੇ ਵਾਹਿਗੁਰੂ ਦੇ ਜਸ ਗਾਉਂਦੀਆਂ ਹੋਈਆਂ ਕਰਿਓ। ਮੈਂ ਤੁਹਾਨੂੰ ਆਪਣੇ ਘਰ ਦੀ ਐਗਜ਼ੈਂਪਲ ਦੇ ਕੇ ਦੱਸ ਦਿੰਦਾ ਕਿ ਜਿੰਨਾ ਚੱਕਰ ਘਰ ਦੇ ਵਿੱਚ ਇੱਕ ਦੂਜੇ ਦੇ ਨਾਲ ਫੋਨ 'ਤੇ ਚੁਗਲੀਆਂ ਕਰਕੇ ਉਹ ਲੰਗਰ ਬਣਦੇ ਸੀ ਅਤੇ ਬੱਚੇ ਵੀ ਦੰਦ ਪੀਂਦੇ ਨੇ, ਅਤੇ ਜਦੋਂ ਪਿਆਰ ਦੇ ਵਿੱਚ ਬਾਣੀ ਪੜ੍ਹਦੇ ਹਾਂ ਅਤੇ ਫਿਰ ਤੁਹਾਡਿਆਂ ਵੀ ਜੋ ਮੁੱਖਾਂ ਦੇ ਉੱਤੇ ਜਿਹੜਾ ਉਹ ਆਨੰਦ ਬਣਨਾ ਸ਼ੁਰੂ ਹੋ ਜਾਂਦਾ। ਬਾਣੀ ਜਿਹੜੀ ਹੈ ਉਹ ਲੰਗਰ ਪ੍ਰਸ਼ਾਦੇ ਦੇ ਅੰਦਰ ਜਾਂਦੀ ਆ, ਫਿਰ ਮੁੱਖ ਦੇ ਉੱਤੇ ਆ ਜਾਂਦੀ ਆ। ਸੋ ਜਿਹੜੇ ਪਿਆਰ ਵਾਲੇ ਨੇ ਉਹ ਇੰਨਾ ਕੁ ਜਿਹੜੀ ਹੈਗੀ ਉਹ ਦਾਤ ਉਹ ਤੁਸੀਂ ਜ਼ਰੂਰ ਆਪਣੇ ਵੀਰ ਦੀ ਝੋਲੀ ਪਾ ਦਿਓ। ਅਤੇ ਜਿਹੜੇ ਮੇਰੇ ਵੀਰ ਨਫ਼ਰਤ ਲੈ ਕੇ ਆਉਂਦੇ ਨੇ ਅਤੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਮੰਗ ਖਾਣੇ ਕਹਿਣਾ ਆ, ਜਾਂ ਉਹਨਾਂ ਨੇ ਕਹਿਣਾ ਆ ਸਾਨੂੰ ਹੋਰ ਕੋਈ ਦੋਸ਼ ਦਵੇਸ਼ ਦੇਣੇ ਆ, ਉਹਨਾਂ ਨੂੰ ਮੇਰੀ ਬੇਨਤੀ ਆ ਕਿ ਭਾਈ ਖੁੱਲ੍ਹ ਕੇ ਦਿਓ, ਕੋਈ ਕਸਰ ਨਾ ਛੱਡਿਓ। ਪਰ ਇੰਨੀ ਗੱਲ ਜ਼ਰੂਰ ਆ, ਆਪਣੇ ਘਰਾਂ ਦੇ ਵਿੱਚ ਵੀ ਇੱਕ ਵਾਰੀ ਝਾਤ ਮਾਰ ਕੇ ਇੰਨਾ ਜ਼ਰੂਰ ਦੇਖ ਲਈਓ ਕਿ ਜਦੋਂ ਆਪਾਂ ਕਦੀ ਵੀ ਗੁਰੂ ਦੇ ਕੋਲ ਗਏ ਹੀ ਨਹੀਂ, ਭਾਂਡੇ ਪੁੱਠੇ ਮਾਰ ਕੇ ਬੈਠੇ ਹਾਂ, ਅਤੇ ਗੁਰੂ ਸਾਹਿਬ ਦੀਆਂ ਦਾਤਾਂ ਕਿੱਥੋਂ ਪੈਣ। ਸਾਨੂੰ ਬੁਰੇ ਕਹਿ ਲਓ, ਕੋਈ ਗੱਲ ਨਹੀਂ ਇਸ ਚੀਜ਼ ਦੀ, ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਪਰ ਆਪ ਜ਼ਰੂਰ ਜਿਹੜਾ ਹੈਗਾ ਗੁਰੂ ਸਾਹਿਬ ਜੀ ਦੇ ਨਾਲ ਜੁੜੋ। ਸੋ ਆਪਾਂ ਸਾਰੇ ਬਾਣੇ ਦੇ ਧਾਰਨੀ ਬਣੀਏ, ਬਸ ਇੰਨੀ ਕੁ ਮੰਗ ਸਾਡੀ ਹੈ। ਸੋ ਜਿੱਥੇ ਭੈਣਾਂ ਨੂੰ ਬੇਨਤੀ ਕੀਤੀ ਹੈ ਉੱਥੇ ਵੀਰ ਵੀ ਜਿਹੜੇ ਨੇ ਉਹ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਜਾਂਦੇ। ਸੋ ਆਪਾਂ ਵੀ ਸਾਰੇ ਜਾਣੇ ਹੁਣ ਦੇਖੋ ਘਰ ਕੰਮਾਂ ਕਾਜਾਂ ਤੋਂ ਵਾਹਿਗੁਰੂ ਨੇ ਆਪਾਂ ਨੂੰ ਵਿਹਲੇ ਕੀਤਾ ਹੋਇਆ, ਆਪਾਂ ਸਾਰੇ ਘਰਾਂ ਦੇ ਵਿੱਚ ਬੈਠੇ ਹਾਂ। ਸੋ ਘਰਾਂ ਦੇ ਵਿੱਚ ਆਪਾਂ ਮੋਬਾਈਲ ਦੇ ਉੱਤੇ ਸਾਰਾ ਟਾਈਮ ਕੱਢ ਲੈਣਾ ਆ, ਇੱਧਰ ਉੱਧਰ ਇੱਕ ਦੂਜੇ ਨਾਲ ਗੱਲਾਂ ਬਾਤਾਂ ਮਾਰਦਿਆਂ ਕੱਢ ਲੈਣਾ, ਜਾਂ ਆਪਾਂ ਬੱਚਿਆਂ ਨੂੰ ਕਹਿਣਾ ਵੀ ਸਾਰੇ ਜਾਣੇ ਚੌਂਕੜਾ ਮਾਰ ਕੇ ਬੈਠੋ, ਆਓ ਆਪਾਂ ਸੁਖਮਨੀ ਸਾਹਿਬ ਜੀ ਦਾ ਜਾਪ ਕਰੀਏ, ਆਪਾਂ ਸੁੱਖ ਲਈਏ, ਸਵੇਰ ਦੇ ਦੀਵਾਨ ਘਰ ਦੇ ਵਿੱਚ ਸਜਾਈਏ, ਸ਼ਾਮਾਂ ਦੇ ਦੀਵਾਨ ਘਰ ਦੇ ਵਿੱਚ ਸਜਾਈਏ, ਅਤੇ ਸਾਰੇ ਕਿੰਤੂ ਪਰੰਤੂ ਪਰੇ ਕਰਕੇ ਸਾਰਿਆਂ ਨੂੰ ਜਿਹੜਾ ਹੈਗਾ, ਅਸੀਂ ਨਹੀਂ ਕਹਿੰਦੇ ਸਾਨੂੰ ਵੀ ਸੁਣਿਆ ਜਾਵੇ, ਬੰਦ ਕਰਕੇ ਸਭ ਨੂੰ ਸੁਣਨਾ ਬੰਦ ਕਰਕੇ ਕੇਵਲ ਅਤੇ ਕੇਵਲ ਗੁਰੂ ਦੀ ਬਾਤ ਕਰੀਏ ਘਰਾਂ ਦੇ ਵਿੱਚ। ਬਾਣੀ ਦੇ ਆਪਾਂ ਧਾਰਨੀ ਬਣੀਏ। ਬਸ ਇੰਨੀਆਂ ਕੀ ਮੰਗਾਂ ਦੇ ਨਾਲ ਆਪ ਜੀ ਤੋਂ ਖਿਮਾ ਦਾ ਜਾਚਕਾਂ ਜੀ। ਵਿਚਾਰਾਂ ਕਰਦਿਆਂ ਹੋਇਆਂ, ਬੋਲਦਿਆਂ ਹੋਇਆਂ, ਕਿਉਂਕਿ ਸਾਰੇ ਆਪਾਂ ਕਿਰਤੀ ਸਿੱਖਾਂ, ਕੋਈ ਵਿਦਵਾਨ ਨਹੀਂ ਹੈਗੇ ਆ। ਸੋ ਹੋਈਆਂ ਭੁੱਲਾਂ ਚੁੱਕਾਂ ਨੂੰ ਬਖਸ਼ ਲੈਣਾ ਜੀ। ਸੋ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਕਰਨਾ ਕਿ ਇਹ ਜਿਹੜੇ ਵਿਚਾਰ ਆਪਾਂ ਸ਼ੁਰੂ ਕੀਤੀ ਉਹ ਬਹੁਤ ਵੱਡੀ ਆ, ਇਹਨੂੰ ਪੂਰੀ ਕਦੇ ਵੀ ਜਿਹੜਾ ਹੈ ਉਹ ਕਥਨ ਤੋਂ ਬਾਹਰ ਹੈ, ਇਹਨੂੰ ਕਥਿਆ ਜਾ ਹੀ ਨਹੀਂ ਸਕਦਾ। ਪਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨ, ਸੱਚੇ ਪਾਤਸ਼ਾਹ ਕਿਰਪਾ ਭਰੀ ਸੋਟੀ ਆਪਣੇ ਸਾਰਿਆਂ ਦੇ ਜਿਹੜੇ ਸਿਰਾਂ ਦੇ ਉੱਪਰ ਰੱਖਣ। ਕੁਝ ਵਿਚਾਰਾਂ ਜਿਹੜੀਆਂ ਹੈਗੀਆਂ ਗਿਆਨੀ ਜੀ ਕਰਨ, ਕੁਝ ਆਪਾਂ ਜਿਹੜੀਆਂ ਹੈ ਰਲ ਮਿਲ ਕੇ ਕਮੈਂਟਾਂ ਦੇ ਵਿੱਚ ਕਰੀਏ, ਅਤੇ ਆਪਾਂ ਜ਼ਰੂਰ ਬੱਚਿਆਂ ਦੇ ਨਾਲ ਇਹਨਾਂ ਨੂੰ ਸ਼ੇਅਰ ਕਰੀਏ। ਮੈਂ ਇਹ ਨਹੀਂ ਕਹਿੰਦਾ ਆਪਦੀਆਂ ਫੇਸਬੁੱਕਾਂ 'ਤੇ ਸ਼ੇਅਰ ਕਰੋ, ਇਹ ਮੰਗ ਦਾਸੜੀ ਦੀ ਨਹੀਂ ਹੈ। ਹਾਂ, ਬੱਚਿਆਂ ਦੇ ਨਾਲ ਜ਼ਰੂਰ ਸ਼ੇਅਰ ਕਰੋ, ਇਹ ਦਾਸੜੀ ਦੀ ਮੰਗ ਜ਼ਰੂਰ ਹੈ। ਬਸ ਇੰਨੀਆਂ ਕਿ ਵਿਚਾਰਾਂ ਦੇ ਨਾਲ ਖਿਮਾ ਦਾ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।